ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਮਾਸਟਰ ਕਲਾਸਿਸ ਪਟਿਆਲਾ ਤੇ। ਅੱਜ ਅਸੀਂ ਮਾਡਰਨ ਹਿਸਟਰੀ ਸਟਾਰਟ ਕਰਨ ਜਾ ਰਹੇ ਹਾਂ। ਮਾਡਰਨ ਹਿਸਟਰੀ ਇੱਕ ਬਹੁਤ ਇੰਪੋਰਟੈਂਟ ਟੌਪਿਕ ਆ ਜਿਹੜਾ ਕਿ ਹਿਸਟਰੀ ਦੇ ਵਿੱਚ ਤਕਰੀਬਨ 70 ਤੋਂ 80% ਰੋਲ ਅਦਾ ਕਰਦਾ ਹੈ। ਸੋ ਮਾਡਰਨ ਹਿਸਟਰੀ ਜਿਹੜੀ ਹੈ ਜੀ ਬੇਸਿਕਲੀ ਹਿਸਟਰੀ ਦਾ ਸਭ ਤੋਂ ਇੰਪੋਰਟੈਂਟ ਪੋਰਸ਼ਨ ਆ। ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਇਹਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਐਂਸ਼ੀਅੰਟ ਹਿਸਟਰੀ ਤੇ ਮੈਡੀਵਲ ਹਿਸਟਰੀ ਤੋਂ ਕਿਤੇ ਵੱਧ ਹੁੰਦੀ ਹੈ। ਸੋ ਅੱਜ ਅਸੀਂ ਇਸੇ ਟੌਪਿਕ ਨੂੰ ਸਟਾਰਟ ਕਰਨ ਜਾ ਰਹੇ ਹਾਂ, ਰਿਵੋਲਟ ਆਫ 1857 ਤੋਂ। ਸੋ ਬਿਲਕੁਲ ਇਸ ਟੌਪਿਕ ਦੀ ਸ਼ੁਰੂਆਤ ਕਰਦੇ ਹਾਂ ਆਪਾਂ। ਅੱਜ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਕਿ ਜਿੱਥੋਂ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਦੈਟ ਇਜ਼ ਫੇਜ਼ ਆਫ ਮਾਡਰਨ ਹਿਸਟਰੀ। ਦੇਖੋ, ਹੁਣ ਤੱਕ ਮੈਂ ਤੁਹਾਨੂੰ ਸਿਰਫ ਇਹ ਦੱਸਿਆ ਕਿ ਅਸੀਂ ਰਿਵੋਲਟ ਆਫ 1857 ਪੜ੍ਹਨਾ ਹੈ, ਪਰ ਸਭ ਤੋਂ ਇੰਟਰਸਟਿੰਗ ਗੱਲ ਇਹ ਆ ਕਿ ਜੇ ਮੈਂ ਇਹ ਕਹਾਂ ਕਿ ਇਹੀ ਮਾਡਰਨ ਹਿਸਟਰੀ ਦਾ ਪਹਿਲਾ ਲੈਕਚਰ ਆ ਜਿਹੜਾ ਮੈਂ ਪੜ੍ਹਾ ਰਿਹਾ ਹੋਊਂਗਾ, ਤਾਂ ਫਿਰ ਤੁਸੀਂ ਕਹੋਗੇ ਕਿ ਮਾਡਰਨ ਹਿਸਟਰੀ ਦਾ ਮਤਲਬ 1857 ਦੇ ਰਿਵੋਲਟ ਤੋਂ ਸਟਾਰਟ ਹੁੰਦੀ ਹੈ। ਬਗਾਵਤ ਤਾਂ ਐਂਡ ਹੁੰਦੀ ਹੈ, ਸ਼ੁਰੂਆਤ ਕਿਵੇਂ ਕਿਸੇ ਚੀਜ਼ ਦੀ ਬਗਾਵਤ ਤੋਂ ਹੋ ਸਕਦੀ ਹੈ? ਜਾਂ ਤੁਸੀਂ ਸਾਨੂੰ ਇਹ ਚੈਪਟਰ ਅੱਧ ਚੋਂ ਹੀ ਸਟਾਰਟ ਕਰਾਇਆ ਹੈ? ਇਹੋ ਜਿਹਾ ਬਿਲਕੁਲ ਵੀ ਨਹੀਂ। ਜਦੋਂ ਅਸੀਂ ਇੰਡੀਆ ਦੀ ਹਿਸਟਰੀ ਨੂੰ ਕਲਾਸੀਫਾਈ ਕਰਦੇ ਹਾਂ ਨਾ, ਜਦੋਂ ਅਸੀਂ ਇੰਡੀਆ ਦੇ ਇਤਿਹਾਸ ਬਾਰੇ ਸਮਝਦੇ ਹਾਂ, ਤਾਂ ਦੇਖੋ ਇੱਕ ਗੱਲ ਤਾਂ ਕਲੀਅਰ ਆ, ਇਤਿਹਾਸ ਇਤਿਹਾਸਕਾਰਾਂ ਦੁਆਰਾ ਲਿਖਿਆ ਗਿਆ ਹੈ। ਇਤਿਹਾਸ ਜਿਹੜਾ ਹੈ ਉਹਨੂੰ ਲਿਖਣ ਦੇ ਬੜੇ ਤਰੀਕੇ ਹੋ ਸਕਦੇ ਆ, ਠੀਕ ਆ। ਇਤਿਹਾਸ ਨੂੰ ਸ਼ਬਦਾਂ ਦੇ ਨਾਲ ਪਤਲਾ ਕੀਤਾ ਜਾ ਸਕਦਾ ਹੈ, ਇਸੇ ਇਤਿਹਾਸ ਨੂੰ ਸ਼ਬਦਾਂ ਦੇ ਨਾਲ ਬਹੁਤ ਜ਼ਿਆਦਾ ਸੰਘਣਾ ਤੇ ਅਤਿਆਚਾਰੀ ਕੀਤਾ ਜਾ ਸਕਦਾ ਹੈ। ਦੇਖੋ, ਅਸੀਂ ਇੰਗਲਿਸ਼ ਦੇ ਵਿੱਚ ਐਕਟਿਵ ਪੈਸਿਵ ਵੌਇਸ ਪੜ੍ਹਦੇ ਹਾਂ, ਸਭ ਨੂੰ ਪਤਾ ਹੋਊਗਾ ਹਨਾ ਕਿ ਰਾਮ ਨੇ ਖੇਡ ਖੇਡੀ ਤੇ ਖੇਡ ਰਾਮ ਦੁਆਰਾ ਖੇਡੀ ਗਈ, ਠੀਕ ਆ। ਇਹ ਐਕਟਿਵ ਪੈਸਿਵ ਵੌਇਸ ਦੀ ਇੱਕ ਐਗਜ਼ਾਮਪਲ ਆ ਸਾਡੀ ਆਪਣੀ ਮਾਂ ਬੋਲੀ 'ਚ। ਕਹਿੰਦੇ ਆ ਜੀ ਇਸ ਐਕਟਿਵ ਪੈਸਿਵ ਵੌਇਸ ਦਾ ਜੇ ਅਸੀਂ ਹਿਸਟਰੀ ਦੇ ਕੰਟੈਕਸਟ 'ਚ ਦੇਖੀਏ ਤਾਂ ਇੱਕ ਬੜਾ ਡੂੰਘਾ ਅਸਰ ਪੈਂਦਾ ਹੈ ਜਾ ਕੇ, ਬਹੁਤ ਦੂਰ ਤੱਕ ਆਵਾਜ਼ ਸੁਣਦੀ ਹੈ ਇਸ ਐਕਟਿਵ ਪੈਸਿਵ ਵੌਇਸ ਦੀ। ਬਹੁਤ ਸਿਆਣੇ ਹਿਸਟੋਰੀਅਨਸ ਨੂੰ ਜਦੋਂ ਅਸੀਂ ਸੁਣੀਏ ਨਾ ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਇੱਕ ਗੱਲ ਐਵੇਂ ਕਹਿਣੀ ਕਿ ਫਲਾਣੇ ਰਾਜੇ ਨੇ ਬਹੁਤ ਅਤਿਆਚਾਰ ਕੀਤੇ, ਮਤਲਬ ਤਗਮਾ ਸਿੱਧਾ ਉਸ ਰਾਜੇ ਦੇ ਮੱਥੇ ਤੇ ਲੱਗ ਗਿਆ ਕਿ ਉਸ ਰਾਜੇ ਨੇ ਅਤਿਆਚਾਰ ਕੀਤੇ ਆ, ਉਸ ਰਾਜੇ ਦੇ ਵੇਲੇ ਅਤਿਆਚਾਰ ਕੀਤੇ ਗਏ। ਉਸੇ ਰਾਜੇ ਦੀ ਜਿਹੜੀ ਕਰੂਰਤਾ ਸੀਗੀ, ਉਹਦੇ ਅਤਿਆਚਾਰ ਕਰਨ ਦੀ ਇੰਟੈਂਸਿਟੀ ਸੀ, ਉਹਨੂੰ ਘਟਾ ਦਿੱਤਾ ਗਿਆ ਕਿਉਂਕਿ ਉਸ ਰਾਜੇ ਦੇ ਵੇਲੇ ਅਤਿਆਚਾਰ ਕੀਤੇ ਗਏ। ਇੱਥੋਂ ਇਹ ਕਨਫਰਮ ਨਹੀਂ ਹੋਇਆ ਕਿ ਅਤਿਆਚਾਰ ਉਸ ਰਾਜੇ ਨੇ ਕੀਤੇ ਆ ਕਿ ਨਹੀਂ। ਇਹ ਦੋ ਲਾਈਨਾਂ 'ਚੋਂ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਇਤਿਹਾਸ ਜਿਹੜਾ ਹੁੰਦਾ ਨਾ ਉਹ ਇਤਿਹਾਸਕਾਰਾਂ ਦੇ ਹੱਥ 'ਚ ਹੁੰਦਾ ਹੈ। ਉਹਨੂੰ ਉਨਾ ਹੀ ਸੱਚੀਆਂ ਗੱਲਾਂ ਨੂੰ ਲਿਖ ਕੇ ਇਤਿਹਾਸ ਕਿਹਦੇ ਪੱਖ 'ਚ ਪੂਰ ਦੇਣਗੇ, ਇਹ ਇਤਿਹਾਸਕਾਰਾਂ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ। ਉਸੇ 1975 ਦੀ ਇੰਦਰਾ ਗਾਂਧੀ ਨੂੰ 1980 ਦੇ ਦੌਰ ਦੀ ਇੰਦਰਾ ਗਾਂਧੀ ਨੂੰ ਉਹੀ ਇਤਿਹਾਸ ਸੱਚਾ ਸਾਬਤ ਕਰ ਸਕਦਾ ਹੈ ਤੇ ਉਹੀ ਉਹਨੂੰ ਸਭ ਤੋਂ ਕਰੂਰ ਪ੍ਰਧਾਨ ਮੰਤਰੀ ਸਾਬਤ ਕਰ ਸਕਦਾ ਹੈ। ਨਰਿੰਦਰ ਮੋਦੀ ਦੇ 8 ਸਾਲਾਂ ਨੂੰ ਇਤਿਹਾਸਕਾਰ ਜਿਸ ਤਰੀਕੇ ਨਾਲ ਮਰਜ਼ੀ ਦਿਖਾ ਦੇਣ, ਟੀਵੀ ਦੇ ਹੱਥ 'ਚ ਕੀ ਕੁਝ ਹੁੰਦਾ ਹੈ ਇਹ ਸਭ ਪਤਾ ਸਾਨੂੰ। ਟੀਵੀ ਦਾ ਇੱਕ ਹਿੱਸਾ ਉਸੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀਰੋ ਦੱਸ ਰਿਹਾ ਹੈ ਤੇ ਟੀਵੀ ਦਾ ਦੂਸਰਾ ਹਿੱਸਾ ਉਸੇ ਹੀ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਸਭ ਤੋਂ ਤਗੜਾ ਦੁਸ਼ਮਣ ਦੱਸ ਰਿਹਾ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਹੱਥ 'ਚ ਕਲਮ ਹੁੰਦੀ ਹੈ ਨਾ, ਉਹਨਾਂ ਲੋਕਾਂ ਦੇ ਹੱਥ 'ਚ ਬਹੁਤ ਤਗੜੀ ਤਾਕਤ ਹੁੰਦੀ ਹੈ। ਤੇ ਕਹਿੰਦੇ ਆ ਕਿ ਇੰਡੀਆ ਦਾ ਇਤਿਹਾਸ ਉਦੋਂ ਲਿਖਿਆ ਗਿਆ ਜਦੋਂ ਕਲਮ ਅੰਗਰੇਜ਼ਾਂ ਦੇ ਹੱਥ 'ਚ ਸੀ, ਤੇ ਸ਼ਾਇਦ ਸਾਡੇ ਹਿਸਟੋਰੀਅਨਸ ਉਸੇ ਹੀ ਕਲਮ ਨੂੰ ਅੱਗੇ ਲੈ ਕੇ ਜਾ ਰਹੇ ਆ। ਹਜੇ ਵੀ ਸਾਡੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ। ਤਾਂ ਤੁਸੀਂ ਯਕੀਨ ਮੰਨੋਗੇ, ਅੱਜ ਵੀ ਜਦੋਂ ਕਿਸੇ ਨੇ ਵੱਡੇ ਪੇਪਰ ਦੀ ਤਿਆਰੀ ਕਰਨੀ ਹੁੰਦੀ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਪੁਰਾਣੀਆਂ NCERTੀਆਂ ਪੜ੍ਹੋ, ਜਿਹੜੀਆਂ ਕਿ ਉਸ ਮਾੜੇ ਇਤਿਹਾਸ, ਬੜੇ ਮਾੜੇ ਤਰੀਕੇ ਨਾਲ ਜਿਨ੍ਹਾਂ ਦੇ ਵਿੱਚ ਇਤਿਹਾਸ ਇਸ ਦੇਸ਼ ਦਾ ਲਿਖਿਆ ਗਿਆ ਹੈ। ਇਤਿਹਾਸ ਕਦੇ ਵੀ ਰਾਜੇ ਰਾਣੀਆਂ ਦੀਆਂ ਕਹਾਣੀਆਂ ਨਹੀਂ ਹੁੰਦੀ, ਇਤਿਹਾਸ ਹੁੰਦਾ ਹੈ ਲੋਕਾਂ ਦੀਆਂ ਕਹਾਣੀਆਂ ਕਿ 15ਵੀਂ ਸਦੀ 'ਚ ਲੋਕ ਕਿਵੇਂ ਰਹਿੰਦੇ ਸੀਗੇ, 15ਵੀਂ ਸਦੀ ਦੇ ਵਿੱਚ ਸਮਾਜ ਕਿਵੇਂ ਵਿਚਰਦਾ ਸੀਗਾ, ਠੀਕ ਆ। ਸਾਨੂੰ ਸਾਡੇ ਗ੍ਰੰਥ ਪੜ੍ਹ ਕੇ ਉਹਨਾਂ ਸਮਿਆਂ ਦੀ ਸੋਸ਼ਲ ਸਟਰਕਚਰਿੰਗ ਸਮਝ ਆਉਂਦੀ ਹੈ। ਜੇ ਅਸੀਂ ਰਾਜਿਆਂ ਦੇ ਦਰਬਾਰਾਂ 'ਚ ਬੈਠੇ ਲੋਕਾਂ ਦੀਆਂ ਗੱਲਾਂ ਸਮਝੀਏ ਤਾਂ ਉਹ ਸਿਰਫ ਰਾਜੇ ਰਾਣੀਆਂ ਦਾ ਇਤਿਹਾਸ ਆ। ਉਹਨਾਂ ਨੂੰ ਦੇਖ ਕੇ ਐਵੇਂ ਲੱਗੂਗਾ ਕਿ ਇੰਡੀਆ ਬੜੇ ਪੁਰਾਣੇ ਟਾਈਮ ਤੋਂ ਸੋਨੇ ਦੀ ਚਿੜੀਆ ਸੀਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੰਡੀਆ ਸੋਨੇ ਦੀ ਚਿੜੀਆ ਸੀ। ਇਹ ਵੀ ਇਤਿਹਾਸ ਜਿਹੜਾ ਹੈ ਨਾ, ਇਹ ਸਿਰਫ ਉਹਨਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਜਿਹੜੇ ਕਿ ਰਾਜਿਆਂ ਦੇ ਦਰਬਾਰਾਂ 'ਚ ਬੈਠੇ ਰਹੇ ਆ। ਸੋ ਸਭ ਤੋਂ ਇੰਪੋਰਟੈਂਟ ਗੱਲ ਇਹੀ ਆ ਕਿ ਇਤਿਹਾਸ ਸਮਝਣ ਤੋਂ ਪਹਿਲਾਂ ਤੁਸੀਂ ਇਹ ਸਮਝ ਲਿਓ ਕਿ ਜਿਹੜਾ ਬੰਦਾ ਤੁਹਾਨੂੰ ਇਤਿਹਾਸ ਸੁਣਾ ਰਿਹਾ ਹੈ ਉਹਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਉਹ ਇਤਿਹਾਸ ਕਿਵੇਂ ਦਾ ਹੋਣ ਵਾਲਾ ਹੈ। ਇੱਕ ਖੱਬੇ ਪੱਖੀ ਸੋਚ ਵਾਲੇ ਤੋਂ ਇਤਿਹਾਸ ਸੁਣੋਗੇ ਤਾਂ ਇਤਿਹਾਸ ਜਿਹੜਾ ਹੈ ਉਹ
ਖੱਬੇ ਪਾਸੇ ਨੂੰ ਝੁਕਦਾ ਜਾਊਗਾ। ਕਿਸੇ ਰਾਈਟ ਵਿੰਗ ਵਾਲੇ ਤੋਂ ਇਤਿਹਾਸ ਸੁਣੋਗੇ ਤਾਂ ਤੁਹਾਨੂੰ ਇਤਿਹਾਸ ਸੱਜੇ ਪੱਖ ਵੱਲ ਨੂੰ ਝੁਕਦਾ ਦਿਸੂਗਾ। ਸੋ ਕਹਿਣ ਦਾ ਮਤਲਬ ਆ ਉਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਆ। ਲਿਖਣ ਵਾਲਿਆਂ ਨੇ ਬੜੇ ਤਰੀਕੇ ਨਾਲ ਲਿਖਿਆ ਤੇ ਬੜੇ ਤਰੀਕੇ ਨਾਲ ਸਾਨੂੰ ਦੱਸਿਆ। ਖੈਰ, ਜ਼ਿਆਦਾ ਸਮਾਂ ਨਾ ਖਰਾਬ ਕਰਦਾ ਹੋਇਆ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਸਾਡੇ ਦੇਸ਼ ਦੀ ਹਿਸਟਰੀ ਨੂੰ 3 ਕਾਲਾਂ 'ਚ ਵੰਡਿਆ ਗਿਆ। ਇੱਕ ਹਿੰਦੂ ਕਾਲ, ਜਦੋਂ ਸਾਡੇ ਦੇਸ਼ 'ਚ ਐਂਸ਼ੀਅੰਟ ਟਾਈਮ ਸੀ, ਜਦੋਂ ਹਿੰਦੂ ਰਾਜੇ ਆਏ। ਫਿਰ ਮੁਸਲਿਮ ਐਰਾ, ਜਦੋਂ ਸਾਡੇ ਦੇਸ਼ 'ਚ ਮੁਸਲਿਮਸ ਨੇ ਆ ਕੇ ਸਾਡੇ ਦੇਸ਼ 'ਤੇ ਰਾਜ ਕੀਤਾ ਤੇ ਸਾਡੇ ਦੇਸ਼ ਦਾ ਸਟਰਕਚਰ ਜਿਹੜਾ ਹੈ ਜੀ, ਸਾਡੇ ਦੇਸ਼ ਦਾ ਸਿਸਟਮ ਜਿਹੜਾ ਹੈ ਮੁਸਲਿਮਸ ਰਾਜਿਆਂ ਦੇ ਅਕੋਰਡਿੰਗ ਚੱਲਿਆ। ਤੇ ਫਿਰ ਉਸ ਤੋਂ ਬਾਅਦ ਬ੍ਰਿਟਿਸ਼ ਐਰਾ, ਜਦੋਂ ਬ੍ਰਿਟਿਸ਼ ਸਾਡੇ ਦੇਸ਼ 'ਚ ਆਏ ਤੇ ਸਾਡਾ ਦੇਸ਼ ਉਹਨਾਂ ਦੇ ਹਿਸਾਬ ਨਾਲ ਚੱਲਿਆ। ਫਿਰ ਆਜ਼ਾਦੀ ਤੋਂ ਬਾਅਦ ਦਾ ਐਰਾ, ਜਦੋਂ ਸਾਡੇ ਆਪਣੇ ਡੈਮੋਕ੍ਰੇਟਿਕਲੀ ਚੁਣੇ ਗਏ ਲੋਕਾਂ ਨੇ ਸਾਡੇ ਤੇ ਰਾਜ ਕੀਤਾ। ਸੋ ਜੇ ਮੈਂ ਇਹਦੇ ਚੋਂ ਕਹਾਂ ਕਿ ਮੈਂ ਕਿਹੜਾ ਇਤਿਹਾਸ ਪੜ੍ਹਾ ਰਿਹਾ, ਤੇ ਮੈਂ ਕਹੂੰਗਾ ਜੀ ਮੈਂ ਅੰਗਰੇਜ਼ਾਂ ਵਾਲਾ ਇਤਿਹਾਸ ਪੜ੍ਹਾ ਰਿਹਾ। ਦੇਖੋ, ਮੈਂ ਤਾਂ ਮੰਨ ਗਿਆ ਕਿ ਮੈਂ ਅੰਗਰੇਜ਼ਾਂ ਵਾਲਾ ਇਤਿਹਾਸ ਪੜ੍ਹਾ ਰਿਹਾ, ਪਰ ਅੰਗਰੇਜ਼ਾਂ ਵੱਲੋਂ ਜਨਾਬ ਜੇਮਸ ਮਿਲ ਨਹੀਂ ਸੀ ਮੰਨੇ। ਉਹ ਕਹਿੰਦੇ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਆਏ ਆ ਨਾ, ਉਹੀ ਤਾਂ ਮਾਡਰਨ ਐਰਾ ਸੀਗਾ। ਉਸ ਤੋਂ ਪਹਿਲਾਂ ਤਾਂ ਇੰਡੀਆ ਵਾਲੇ ਸੱਪਾਂ ਦੀ ਪੂਜਾ ਕਰਦੇ ਰਹਿੰਦੇ ਸੀਗੇ। ਸੱਪਾਂ ਨਾਲ ਖੇਡਣ ਵਾਲੇ ਦੇਸ਼ ਨੂੰ ਅਸੀਂ ਆ ਕੇ ਦੱਸਿਆ ਕਿ ਸੱਭਿਅਤਾ ਕੀ ਹੁੰਦੀ ਆ, ਸਿਵਲਾਈਜੇਸ਼ਨ ਕੀ ਹੁੰਦੀ ਆ, ਕਲਚਰ ਕੀ ਹੁੰਦਾ ਹੈ। ਅਸੀਂ ਸਿਖਾਇਆ ਕਹਿੰਦੇ ਸਭ ਕੁਝ ਆ ਕੇ। ਕਹਿੰਦੇ ਇਸੇ ਕਰਕੇ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਆਇਆ ਨਾ, ਉਸ ਤੋਂ ਬਾਅਦ ਦੀ ਹਿਸਟਰੀ ਨੂੰ ਮਾਡਰਨ ਹਿਸਟਰੀ ਕਿਹਾ ਕਰੋ। ਤੇ ਐਡੇ ਢੀਠ ਹਾਂ ਅਸੀਂ, ਅੱਜ ਤੱਕ ਅਸੀਂ ਅੰਗਰੇਜ਼ਾਂ ਵਾਲੀ ਹਿਸਟਰੀ ਨੂੰ ਮਾਡਰਨ ਹਿਸਟਰੀ ਦੱਸਦੇ ਹਾਂ। ਕਿਉਂ? ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਸਾਨੂੰ ਆ ਕੇ ਮਾਡਰਨ ਕੀਤਾ ਹੈ। ਅਸੀਂ ਕਿੰਨੇ ਕੁ ਡਿਪੈਂਡ ਆ ਵੈਸਟ ਤੇ, ਤੁਸੀਂ ਆਪ ਹਿਸਾਬ ਲਾ ਕੇ ਦੇਖ ਲਓ। ਇਹ ਸਾਡੀ ਮਾਨਸਿਕਤਾ ਹੋ ਗਈ ਆ। ਠੀਕ ਆ, ਉਹ ਭਾਈ 16ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਨੂੰ ਇਹ ਨਹੀਂ ਸੀ ਪਤਾ ਕਿ ਸੂਰਜ ਧਰਤੀ ਦੇ ਦੁਆਲੇ ਘੁੰਮ ਰਿਹਾ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ। ਇੰਡੀਆ ਦੇ ਵਿੱਚ ਆਰਿਆ ਭੱਟ ਨੇ ਪਹਿਲੀ ਦੂਜੀ ਸਦੀ ਦੇ ਵਿੱਚ ਹੀ ਇਹ ਦੱਸਦਾ ਸੀਗਾ। ਪਹਿਲੀਆਂ 3 ਸਦੀਆਂ 'ਚ ਇੰਡੀਆ ਨੂੰ ਪਤਾ ਲੱਗ ਗਿਆ ਸੀਗਾ ਕਿ ਹਾਂ, ਸੂਰਜ ਤੋਂ ਲੈ ਕੇ ਧਰਤੀ ਤੱਕ ਦਾ ਡਿਸਟੈਂਸ ਕਿੰਨਾ ਹੈ। ਅਸੀਂ ਮਾਡਰਨ ਹੋਏ ਕਿ ਉਹ ਮਾਡਰਨ ਸੀਗੇ। ਸੋ ਕਹਿਣ ਦਾ ਮਤਲਬ ਆ, ਜਿਵੇਂ ਉਹਨਾਂ ਨੇ ਕਿਹਾ, ਜਦੋਂ ਇਤਿਹਾਸ ਅੱਜ ਸਾਨੂੰ ਇੱਕ ਵਾਰ ਸਾਡੇ ਹਿਸਟੋਰੀਅਨਸ ਨੂੰ ਇਕੱਠੇ ਹੋ ਕੇ ਬਹਿਣਾ ਚਾਹੀਦਾ ਹੈ ਤੇ ਦੁਬਾਰਾ ਪੜਤਾਲ ਕਰਨੀ ਚਾਹੀਦੀ ਹੈ ਕਿ ਅੰਗਰੇਜ਼ਾਂ ਵਾਲੇ ਐਰਾ ਨੂੰ ਮਾਡਰਨ ਐਰਾ ਕਹਿਣਾ ਚਾਹੀਦਾ ਕਿ ਐਂਸ਼ੀਅੰਟ ਐਰਾ ਕਹਿਣਾ ਚਾਹੀਦਾ ਹੈ। ਜਦੋਂ ਸਾਡੇ ਦੇਸ਼ 'ਚ ਸਭ ਤੋਂ ਪਹਿਲਾਂ ਹਿੰਦੂ ਰਾਜੇ ਹੋਏ ਆ, ਗੁਪਤਾਸ ਦਾ ਵੇਲੇ ਆ, ਉਦੋਂ ਸਾਨੂੰ ਐਂਸ਼ੀਅੰਟ ਹਿਸਟਰੀ ਕਹਿਣੀ ਚਾਹੀਦੀ ਹੈ ਕਿ ਮਾਡਰਨ ਹਿਸਟਰੀ ਕਹਿਣੀ ਚਾਹੀਦੀ ਹੈ। ਸਾਡੀਆਂ ਬੇਵਕੂਫੀਆਂ ਨੇ। ਖੈਰ, ਮੈਂ ਤਾਂ ਇਹਨੂੰ ਮਾਡਰਨ ਹਿਸਟਰੀ ਕਹਿ ਕੇ ਚੱਲੂੰਗਾ, ਕਿਉਂਕਿ ਮੈਂ ਵੀ ਇਹਨਾਂ ਇਤਿਹਾਸਕਾਰਾਂ ਤੋਂ ਬਾਹਰ ਥੋੜ੍ਹਾ ਹੈ। ਅਸੀਂ ਵੀ ਉਹੀ ਹਿਸਟਰੀ ਪੜ੍ਹਾਉਣੀ ਆ। ਮੈਂ ਕਿਹੜਾ ਕੋਈ ਹਿਸਟੋਰੀਅਨ ਆ। ਮੈਂ ਤਾਂ ਸਿਰਫ ਇੱਕ ਕਹਿ ਲਓ ਕਿ ਹਿਸਟਰੀ ਦਾ ਲੈਕਚਰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਮੈਂ ਤਾਂ ਇਸ ਹਿਸਟਰੀ ਦਾ ਟੀਚਰ ਵੀ ਨਹੀਂ। ਸੋ ਕੁੱਲ ਮਿਲਾ ਕੇ ਸਾਡੇ ਦੇਸ਼ 'ਚ ਅੰਗਰੇਜ਼ 1600 ਦੇ ਅਰਾਊਂਡ ਆਏ ਆ, ਬ੍ਰਿਟਿਸ਼ 1400-1500 ਦੇ ਅਰਾਊਂਡ ਸਾਡੇ ਦੇਸ਼ 'ਚ ਯੂਰੋਪੀਅਨਸ ਆ ਗਏ। ਕਹਿੰਦੇ ਉਹਨਾਂ ਨੇ ਆ ਕੇ ਸਾਡੇ ਦੇਸ਼ ਤੇ ਪਹਿਲਾਂ ਕਬਜ਼ਾ ਕੀਤਾ ਤੇ 1857 ਤੋਂ ਪਹਿਲਾਂ ਤੱਕ ਦੀ ਹਿਸਟਰੀ ਜਿਹੜੀ ਹੈ ਜੀ, ਉਹ ਆਪਾਂ ਅੱਗੇ ਜਾ ਕੇ ਪੜਾਂਗੇ। 1857 ਤੋਂ ਪਹਿਲਾਂ ਦੀ ਹਿਸਟਰੀ। ਹੁਣ ਪੜਾਂਗੇ 1857 ਤੋਂ ਲੈ ਕੇ 1900 ਦੀ ਹਿਸਟਰੀ। ਫਿਰ ਆਪਾਂ ਪੜਾਂਗੇ 1900 ਤੋਂ ਲੈ ਕੇ 1947 ਤੱਕ ਦੀ ਹਿਸਟਰੀ। ਆ ਜਿਹੜੀ ਚੀਜ਼ ਹੈ ਨਾ, ਇਹੀ ਸਾਡਾ ਇਤਿਹਾਸ ਆ ਜੀ। ਅਸੀਂ ਇਹ ਸਮਝਣਾ ਹੈ ਕਿ 1900 ਤੱਕ ਦੀ ਹਿਸਟਰੀ 'ਚ ਅਸੀਂ ਪਹੁੰਚੇ, 1857 ਤੱਕ ਦੀ ਹਿਸਟਰੀ 'ਚ ਪਹੁੰਚੇ ਕਿਵੇਂ। ਸਭ ਤੋਂ ਪਹਿਲਾਂ ਮੈਂ ਇਹ ਭੂਮਿਕਾ ਬੰਨੂੰਗਾ। ਪਰ ਜੇ ਤੁਸੀਂ ਮੈਨੂੰ ਕਹਿ ਦਿਓ ਕਿ 1857 ਦੀ ਤੋਂ ਪਹਿਲਾਂ ਦੀ ਹਿਸਟਰੀ ਮੈਨੂੰ ਪਹਿਲਾਂ ਹੀ ਸੁਣਾ ਦਿਓ, ਨਹੀਂ, 1857 ਤੋਂ ਪਹਿਲਾਂ ਦੀ ਹਿਸਟਰੀ ਮੈਂ ਫੇਰ ਸਮਝਾਊਂਗਾ ਤੇ ਬੜੇ ਸੋਹਣੇ ਤਰੀਕੇ ਨਾਲ ਤੁਹਾਡੇ ਕਨਸੈਪਟ ਕਲੀਅਰ ਕਰੂੰਗਾ। ਇਹ ਹਮੇਸ਼ਾ ਬਾਅਦ 'ਚ ਹੀ ਪੜ੍ਹਨੀ ਚਾਹੀਦੀ ਹੈ। ਸੋ ਆਪਣੇ ਕੋਲ ਖੁੱਲ੍ਹਾ ਟਾਈਮ ਆ। ਆਪਾਂ ਮਾਡਰਨ ਹਿਸਟਰੀ ਨੂੰ ਪੜ੍ਹਨ ਦਾ ਤਰੀਕਾ ਜਿਹੜਾ ਹੈ ਨਾ, ਉਹ ਆਹੀ ਹੈ ਜੀ। 1857 ਤੋਂ 1900, ਫਿਰ 1900 ਤੋਂ ਲੈ ਕੇ 1947 ਤੇ ਫਿਰ 1600 ਤੋਂ ਲੈ ਕੇ, ਯਾਨੀ ਕਿ 1500 ਤੋਂ ਲੈ ਕੇ 1857 ਤੱਕ। ਭੂਮਿਕਾ ਸਿਰਫ ਇੰਨੀ ਕੀ ਹੈ ਬੰਨਣ ਵਾਲੀ ਕਿ ਜੀ ਅੰਗਰੇਜ਼ ਸਾਡੇ ਦੇਸ਼ ਵਿੱਚ ਆਏ। ਅੰਗਰੇਜ਼ ਸਾਡੇ ਦੇਸ਼ 'ਚ ਆਏ। ਦੇਖੋ, ਸਾਡਾ ਦੇਸ਼ ਕਿਹਾ ਜਾਂਦਾ ਹੈ ਕਿ ਮੁਗਲਾਂ ਦੇ ਵੇਲੇ ਸੋਨੇ ਦੀ ਚਿੜੀਆ ਹੁੰਦਾ ਸੀਗਾ। ਠੀਕ ਹੈ ਜੀ, ਕਿਹਾ ਜਾਂਦਾ ਹੈ, ਮੰਨ ਲੈਂਦੇ ਹਾਂ। ਸਾਡੇ ਦੇਸ਼ ਨਾਲ ਵਪਾਰ ਕਰਨ ਵਾਸਤੇ ਕਈ ਸ਼ਕਤੀਆਂ ਜਿਹੜੀਆਂ ਸੀ, ਉਹ ਮਤਲਬ ਕਿ ਅਟਰੈਕਸ਼ਨ ਸੀਗੀ ਕਈਆਂ ਨੂੰ। ਯੂਰਪ, ਜਿੱਥੇ ਇੰਗਲੈਂਡ, ਪੁਰਤਗਾਲ, ਸਪੇਨ ਵਰਗੇ ਦੇਸ਼ ਆ, ਉਹ ਕਈ ਦੇਸ਼ਾਂ ਨੇ ਸਾਡੇ ਵੱਲ ਨੂੰ ਆਉਣ ਦਾ ਰੁਖ ਕੀਤਾ। 1498 'ਚ ਵਾਸਕੋ ਡ ਗਾਮਾ ਇੱਕ ਪੁਰਤਗੀਜ਼ ਆਇਆ। ਉਸ ਤੋਂ ਬਾਅਦ ਕਈ ਯੂਰੋਪੀਅਨਸ ਸਾਡੇ ਦੇਸ਼ 'ਚ ਵਪਾਰ ਕਰਨ ਆਏ। ਫਿਰ ਜਿੰਨੀਆਂ ਵੀ ਯੂਰਪ ਦੀਆਂ ਕੰਪਨੀਆਂ ਸਾਡੇ ਦੇਸ਼ 'ਚ ਆਈਆਂ, ਚਾਹੇ ਉਹ ਹੋਲੈਂਡ ਦੀ ਡੱਚ ਈਸਟ ਇੰਡੀਆ ਕੰਪਨੀ ਸੀ, ਚਾਹੇ ਡੈਨਮਾਰਕ ਦੀ ਡੇਨਜ਼ ਈਸਟ ਇੰਡੀਆ ਕੰਪਨੀ ਸੀ, ਚਾਹੇ ਫਰਾਂਸ ਦੀ ਫਰੈਂਚ ਈਸਟ ਇੰਡੀਆ ਕੰਪਨੀ ਸੀ, ਚਾਹੇ ਇੰਗਲੈਂਡ ਦੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ। ਇਹਨਾਂ ਚਾਰਾਂ ਕੰਪਨੀਆਂ ਨੂੰ ਪਹਿਲਾਂ ਤੇ ਆਪਸ 'ਚ ਲੜਨਾ ਪਿਆ। ਪੂਰੀ ਆਪਸ 'ਚ ਇੱਕ ਦੂਜੇ ਨਾਲ ਕਹਿ ਲਓ ਕਿ ਇਹਨਾਂ ਦੀ ਖਿੱਚਾਤਾਨੀ ਹੋਈ, ਪੂਰੀ ਸੰਘਰਸ਼ ਹੋਇਆ, ਪੂਰਾ ਵਧੀਆ, ਕਿ ਕੌਣ ਇੰਡੀਆ ਤੇ ਰਾਜ ਕਰੇ।
ਫਿਰ ਜਿਹੜੇ ਇੰਡੀਆ ਦੇ ਉਸ ਟਾਈਮ ਦੇ ਲੋਕਲ ਰਾਜੇ ਸੀ, ਵੱਡੇ ਛੋਟੇ, ਠੀਕ ਆ, ਚਾਹੇ ਮੁਗਲ ਚਾਹੇ ਜਿਹੜੇ ਵੀ, ਫਿਰ ਉਹਨਾਂ ਨਾਲ ਲੜੇ ਇਹ, ਆਪਸ 'ਚ ਵੀ ਲੜੇ, ਫਿਰ ਇੰਡੀਆ ਦੇ ਲੋਕਲ ਰਾਜਿਆਂ ਨਾਲ ਵੀ ਲੜੇ, ਫਿਰ ਇੰਡੀਆ ਦੇ ਆਲੇ ਦੁਆਲੇ ਵਾਲੇ ਦੇਸ਼ਾਂ ਨਾਲ ਵੀ ਲੜੇ, ਤਾਂ ਕਿ ਉਹ ਵੀ ਇਹਨਾਂ ਤੇ ਹਮਲਾ ਨਾ ਕਰ ਦੇਣ। ਸੋ ਕੁੱਲ ਮਿਲਾ ਕੇ ਇੰਡੀਆ ਦੇ ਆਲੇ ਦੁਆਲੇ ਦੇ ਦੇਸ਼ਾਂ ਨਾਲ ਲੜਨਾ, ਫਿਰ ਆਪਸ 'ਚ ਲੜਨਾ, ਤੇ ਫਿਰ ਇੰਡੀਆ ਦੇ ਲੋਕਲ ਰਾਜਿਆਂ ਨਾਲ ਲੜਨਾ। ਇਹਨਾਂ 'ਚੋਂ ਨਿਕਲ ਕੇ ਇੱਕ ਕੰਪਨੀ ਕਾਮਯਾਬ ਹੋਈ, ਉਸ ਕੰਪਨੀ ਦਾ ਨਾਮ ਸੀਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਤੇ 1760 1750 ਔਰ 60 ਦੇ ਅਰਾਊਂਡ ਉਹ ਸਾਡੇ ਦੇਸ਼ ਤੇ ਪੂਰੇ ਤਰੀਕੇ ਨਾਲ ਛਾ ਗਈ। ਉਹਨੇ ਸਾਡੇ ਦੇਸ਼ ਤੇ ਆਪਣੇ ਆਪ ਨੂੰ ਐਕਸਪੈਂਡ ਕਰਨਾ ਸ਼ੁਰੂ ਕਰਤਾ। ਤੇ ਤੁਹਾਨੂੰ ਪਤਾ, ਹੌਲੀ ਹੌਲੀ ਸਭ ਤੋਂ ਪਹਿਲਾਂ ਉਹ ਇੰਡੀਆ ਦੀ ਇੱਕ ਸਟੇਟ ਬੰਗਾਲ ਵੱਲ ਗਈ, ਫਿਰ ਉੱਥੋਂ ਸਾਊਥ ਇੰਡੀਆ 'ਚ ਮਦਰਾਸ ਵੱਲ ਗਈ, ਫਿਰ ਉੱਥੋਂ ਬੰਬੇ ਵੱਲ ਗਈ, ਤੇ 1850 ਆਉਂਦੇ ਆਉਂਦੇ ਫਿਰ ਉੱਪਰ ਨਾਰਥ ਵੱਲ ਜਾਂਦੇ ਜਾਂਦੇ ਪੰਜਾਬ ਵੱਲ ਆ ਕੇ 1850 'ਚ ਉਹਨੇ ਪੂਰਾ ਇੰਡੀਆ ਆਪਣੇ ਅੰਡਰ ਕੈਪਚਰ ਕਰ ਲਿਆ ਸੀ। 1850 ਤੱਕ ਜਾਂਦੇ ਜਾਂਦੇ ਉਹਨੇ ਪੂਰਾ ਇੰਡੀਆ ਆਪਣੇ ਅੰਦਰ ਕੈਪਚਰ ਕਰ ਲਿਆ ਸੀ 1850 ਤੱਕ। ਹੁਣ ਤੁਸੀਂ ਜਦੋਂ ਕਿਸੇ ਦੇਸ਼ ਤੇ ਕਬਜ਼ਾ ਕਰਦੇ ਹੋ, ਉੱਥੇ ਕਿੰਨੇ ਛੋਟੇ ਮੋਟੇ ਰਾਜੇ ਹੋਣਗੇ, ਤੁਸੀਂ ਕਈ ਰਾਜਿਆਂ ਨੂੰ ਕੁਚਲਤਾ ਹੋਊਗਾ, ਕਈਆਂ ਨਾਲ ਸਮਝੌਤੇ ਕਰ ਲਏ ਹੋਣਗੇ, ਕਿੰਨਾ ਕੁਛ ਕੀਤਾ ਹੋਊਗਾ। ਫਿਰ ਤੁਸੀਂ ਉਸ ਦੇਸ਼ ਦੇ ਵਿੱਚ ਕੋਈ ਸਿਸਟਮ ਵੀ ਬਣਾਇਆ ਹੋਊਗਾ ਚੱਲਣ ਵਾਸਤੇ, ਅਦਾਲਤਾਂ ਬਣਾਈਆਂ ਹੋਣਗੀਆਂ, ਉੱਥੋਂ ਦੇ ਕਲਚਰ, ਉੱਥੇ ਕੋਈ ਰੂਲ ਬਣਾਏ ਹੋਣਗੇ, ਕੋਈ ਲਾਅ ਬਣਾਇਆ ਹੋਊਗਾ, ਤਾਂ ਹੀ ਤੁਸੀਂ ਕਿਸੇ ਦੇਸ਼ ਨੂੰ ਚਲਾ ਸਕਦੇ ਹੋ, ਨਹੀਂ ਤਾਂ ਉੱਥੋਂ ਦੀ ਜਨਤਾ ਤੁਹਾਡੇ ਖਿਲਾਫ ਬਗਾਵਤ ਨਾ ਕਰ ਦੂਗੀ। ਇੰਨਾ ਕੁਛ ਅੰਗਰੇਜ਼ਾਂ ਨੇ ਸਾਡੇ ਦੇਸ਼ 'ਚ 1750 ਤੋਂ ਲੈ ਕੇ 1850 ਤੱਕ ਕੀਤਾ ਹੋਊਗਾ। ਇਹੀ ਕਰਦੇ ਕਰਦੇ ਅੰਗਰੇਜ਼ਾਂ ਤੋਂ ਕੁਛ ਗਲਤੀਆਂ ਹੋਈਆਂ ਹੋਣਗੀਆਂ, ਮੰਨਦੇ ਹੋ ਨਾ? ਉਹਨਾਂ ਗਲਤੀਆਂ ਦਾ ਨਤੀਜਾ ਹੀ ਆ ਕਿ ਈਸਟ ਇੰਡੀਆ ਕੰਪਨੀ, ਜਿਹੜੀ ਕਿ ਇੰਗਲੈਂਡ ਦੀ ਇੱਕ ਪ੍ਰਾਈਵੇਟ ਕੰਪਨੀ ਸੀਗੀ, ਠੀਕ ਆ, ਉਹ ਸਾਡੇ ਦੇਸ਼ 'ਚ ਪੂਰੇ ਦੇਸ਼ ਤੇ ਰਾਜ ਕਰ ਗਈ। ਪਰ ਉਹਦੇ ਖਿਲਾਫ ਅਸੀਂ 1857 'ਚ ਇੱਕ ਵਿਦਰੋਹ ਕੀਤਾ, ਠੀਕ ਆ ਜੀ। ਇਹ ਉਸੇ ਵਿਦਰੋਹ ਦੀ ਸਟੋਰੀ ਆ, ਵਿਦਰੋਹ ਹੋਣ ਦੇ ਡੂੰਘਾਈ 'ਚ ਕਾਰਨ। 1857 ਤੱਕ ਕੰਪਨੀ ਨੇ ਕਿਵੇਂ ਸਾਡੇ ਦੇਸ਼ ਤੇ ਕਬਜ਼ਾ ਕੀਤਾ, ਕਿਵੇਂ ਕਿਵੇਂ ਅੰਗਰੇਜ਼ ਸਾਡੇ ਦੇਸ਼ 'ਚ ਕੰਪਨੀ ਦੇ ਥਰੂ ਆਏ, ਤੇ ਕਿਉਂ ਇੱਕ ਪ੍ਰਾਈਵੇਟ ਕੰਪਨੀ ਇੱਕ ਏਡੇ ਵੱਡੇ ਦੇਸ਼ ਤੇ ਕਬਜ਼ਾ ਕਰ ਗਈ। ਹੁਣ ਮੈਨੂੰ ਇੱਕ ਗੱਲ ਦੱਸੋ, ਜੇ ਅਬਾਨੀਆਂ ਦੀ ਕੰਪਨੀ ਜਾਂ ਅਡਾਨੀਆਂ ਦੀ ਕੰਪਨੀ ਬੰਗਲਾਦੇਸ਼ ਤੇ ਕਬਜ਼ਾ ਕਰਨ ਚਲੇ ਜੇ, ਤਾਂ ਤੁਹਾਨੂੰ ਲੱਗਦਾ ਹੈ ਕਿ ਬੰਗਲਾਦੇਸ਼ ਤੇ ਕਬਜ਼ਾ ਕਰ ਨਹੀਂ ਸਕਦੀ? ਕਰ ਸਕਦੇ ਆ, ਕਿਉਂਕਿ ਅਬਾਨੀਆਂ ਨੂੰ ਇੰਡੀਆ ਦੇ ਵਿੱਚੋਂ ਇੰਡੀਆ ਦੀ ਸਰਕਾਰ ਦੀ ਸ਼ਹਿ ਹੋਊਗੀ। ਮੰਨਿਆ ਕਿ ਸਰਕਾਰੀ ਕੰਪਨੀ ਨਹੀਂ ਗੀ ਅਬਾਨੀ ਅਡਾਨੀ, ਪਰ ਸਰਕਾਰ ਦੇ ਕਿੰਨੇ ਬੰਦਿਆਂ ਦਾ ਪੈਸਾ ਉਹਦੇ 'ਚ ਲੱਗਿਆ ਹੋਊਗਾ ਕਿ ਭਈ ਆਪਾਂ ਅੰਦਰ ਖਾਤੇ ਪੈਸਾ ਕਮਾਵਾਂਗੇ। ਇੰਗਲੈਂਡ ਦੀ ਈਸਟ ਇੰਡੀਆ ਕੰਪਨੀ 'ਚ ਇੰਗਲੈਂਡ ਦੇ ਘੱਟੋ ਘੱਟ 60-70% ਮਨਿਸਟਰਾਂ ਦਾ ਪੈਸਾ ਲੱਗਿਆ ਹੋਇਆ ਸੀਗਾ, ਠੀਕ ਆ। ਬੜੀ ਤੁਸੀਂ ਇਹ ਸਮਝ ਲਓ ਕਿ ਅੰਦਰ ਖਾਤੇ ਇੰਨਾ ਪੈਸਾ ਸੀ ਕੰਪਨੀ ਕੋਲ ਕਿ ਕੰਪਨੀ ਨੂੰ ਇੱਥੋਂ ਤੱਕ ਕਿ ਸਰਕਾਰ ਨੇ ਕੁਛ ਤਾਂ ਤਾਕਤ ਸਰਕਾਰੀ ਤੌਰ ਤੇ ਵੀ ਦਿੱਤੀ ਹੋਈ ਸੀਗੀ। ਸਰਕਾਰ ਨੇ ਆਪਣੇ ਸਰਕਾਰੀ ਸਿਪਾਹੀ ਵੀ ਭੇਜੇ ਹੋਏ ਸੀ ਕੰਪਨੀ ਨਾਲ ਕਿ ਤੁਸੀਂ ਇੰਡੀਆ ਤੇ ਕਬਜ਼ਾ ਕਰੋ, ਠੀਕ ਆ, ਹਾਂ, ਜਿੰਨਾ ਤੁਸੀਂ ਕਮਾਓਗੇ ਥੋੜਾ ਜਿਹਾ ਹਿੱਸਾ ਸਰਕਾਰ ਦੇ ਫੰਡ 'ਚ ਵੀ ਜਮ੍ਹਾਂ ਕਰਾ ਦਿਆ ਕਰੋ। ਸੋ ਕੁੱਲ ਮਿਲਾ ਕੇ ਕੰਪਨੀ ਹੈ ਪ੍ਰਾਈਵੇਟ ਸੀ, ਪਰ ਸਰਕਾਰ ਦੀ ਸ਼ਹਿ ਬਹੁਤ ਵੱਡੀ ਸੀਗੀ। ਸੋ ਕੁੱਲ ਮਿਲਾ ਕੇ ਬੜੀਆਂ ਗੱਲਾਂ ਸੀਗੀਆਂ ਜਿਹਦੇ ਕਰਕੇ ਕੰਪਨੀ ਇੰਡੀਆ 'ਚ ਆਪਣੇ ਆਪ ਨੂੰ ਸਥਾਪਿਤ ਕਰ ਪਾਈ। ਖੈਰ, ਸਥਾਪਿਤ ਕਰਨ ਦੇ ਨਾਲ ਨਾਲ ਕੰਪਨੀ ਕੋਲੋਂ ਬਹੁਤ ਗਲਤੀਆਂ ਹੋਈਆਂ, ਤੇ ਉਹਨਾਂ ਗਲਤੀਆਂ ਕਰਕੇ ਹੀ ਉਸ ਕੰਪਨੀ ਦੇ ਖਿਲਾਫ ਇੰਡੀਆ ਦੇ ਵਿੱਚ ਬਗਾਵਤ ਹੋਈ। ਕਹਿੰਦੇ ਆ ਜੀ ਉਸ ਬਗਾਵਤ ਬਾਰੇ ਪੜ੍ਹਾਇਆ ਜਾਵੇ, ਤੇ ਉਸ ਬਗਾਵਤ ਦੇ ਜੋ ਨਤੀਜੇ ਨਿਕਲੇ, ਫਿਰ ਉਸ ਤੋਂ ਬਾਅਦ ਕੀ ਹੋਇਆ, ਤੇ ਉਸ ਬਗਾਵਤ 'ਚੋਂ ਕੀ ਕੀ ਨਿਕਲ ਕੇ ਸਾਹਮਣੇ ਆਇਆ, ਸਾਨੂੰ ਉਹ ਸਭ ਕੁਝ ਦੱਸਿਆ ਜਾਵੇ। ਇਹ ਸਭ ਕੁਝ ਅੱਜ ਦੇ ਲੈਕਚਰ 'ਚ ਦੱਸਿਆ ਜਾਊਗਾ। ਪਰ ਉਹ ਸਭ ਕੁਝ ਦੱਸਣ ਤੋਂ ਪਹਿਲਾਂ ਇੱਕ ਫੋਟੋ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਹੀ ਆ, ਇਸ ਫੋਟੋ ਨੂੰ ਦੇਖੋ। ਇਹਦੇ ਉੱਪਰ ਲਿਖਿਆ ਹੋਇਆ ਵੀਰ ਸਾਵਰਕਰ। ਇਸ ਸ਼ਖਸ ਨੂੰ ਪਹਿਚਾਨੋ, ਮੌਕੇ ਦੀ ਬੀਜੇਪੀ ਦੀ ਸਰਕਾਰ ਵਾਸਤੇ ਇਹ ਨੈਸ਼ਨਲ ਹੀਰੋ ਨੇ, ਠੀਕ ਆ, ਕਾਂਗਰਸ ਵਾਸਤੇ ਇਹ ਦੇਸ਼ ਦਰੋਹੀ ਨੇ, ਠੀਕ ਆ, ਤੇ ਹੋਰ ਕਈ ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਆਪੋ ਆਪਣੇ ਚਸ਼ਮੇ ਨਾਲ ਦੇਖਦੀਆਂ। ਖੈਰ, ਕੌਣ ਆ ਵੀਰ ਸਾਵਰਕਰ? 1857 ਦਾ ਰਿਵੋਲਟ ਪੜ੍ਹਾਉਣ ਲੱਗਿਆ ਮੈਂ, ਤੇ ਵੀਰ ਸਾਵਰਕਰ ਦੀ ਫੋਟੋ ਪਹਿਲੇ ਪੇਜ ਤੇ ਕੀ ਕਰਦੀ ਹੈ? ਇੱਥੋਂ ਹੀ ਸਟੋਰੀ ਸ਼ੁਰੂ ਹੋਣੀ ਹੈ ਜੀ ਸਾਡੇ ਅੱਜ ਦੇ ਲੈਕਚਰ ਦੀ। ਸੋ ਸਟਾਰਟ ਕਰਦੇ ਹਾਂ ਜੀ ਅਸੀਂ ਅੱਜ ਦਾ ਲੈਕਚਰ। ਸੋ ਸਟਾਰਟ ਕਰਦੇ ਹਾਂ ਜੀ। ਦੇਖੋ, ਇੱਕ ਗੱਲ ਕਲੀਅਰ ਆ, ਜੇ ਅਸੀਂ ਸਟੋਰੀ ਸਟਾਰਟ ਕਰਨ ਲੱਗੇ ਆ ਨਾ ਵੀਰ ਸਾਵਰਕਰ ਤੋਂ, ਤਾਂ ਇਹ ਗੱਲ ਬਹੁਤ ਇੰਪੋਰਟੈਂਟ ਆ। ਪਹਿਲਾਂ ਮੈਂ ਤੁਹਾਨੂੰ 3 ਸ਼ਬਦ ਬੋਲਦਾ, ਤੁਸੀਂ ਉਹ 3 ਸ਼ਬਦ ਸਮਝ ਲਓਗੇ ਨਾ, ਤੇ ਤੁਹਾਨੂੰ ਸਾਰੀ ਕਹਾਣੀ ਕਲੀਅਰ ਹੋ ਜਾਣੀ ਹੈ। ਇੱਕ ਸ਼ਬਦ ਹੁੰਦਾ ਮਿਊਟੀਨੀ, ਇੱਕ ਹੁੰਦਾ ਰਿਵੋਲਟ, ਇੱਕ ਹੁੰਦੀ ਹੈ ਵਾਰ ਆਫ ਇੰਡੀਪੈਂਡੈਂਸ। ਦੇਖੋ, ਮਿਊਟੀਨੀ ਦਾ ਮਤਲਬ ਆ ਛੋਟੀ ਜੀ ਲੜਾਈ, ਛੋਟੀ ਜੀ ਝੜਪ। ਰਿਵੋਲਟ ਦਾ ਮਤਲਬ ਹੁੰਦਾ ਹੈ ਉਸ ਤੋਂ ਥੋੜਾ ਜਿਹਾ ਵੱਡਾ, ਰਿਵੋਲਟ, ਬਗਾਵਤ, ਠੀਕ ਆ। ਤੇ ਵਾਰ ਆਫ ਇੰਡੀਪੈਂਡੈਂਸ ਦਾ ਮਤਲਬ ਹੁੰਦਾ ਆਜ਼ਾਦੀ ਦੀ ਲੜਾਈ।
ਜੇ ਅਸੀਂ ਇਹ ਸਾਬਤ ਕਰ ਦਈਏ ਕਿ 1857 ਜਿਹੜੀ ਸੀ ਇਟ ਵਾਜ਼ ਫਸਟ ਵਾਰ ਆਫ ਇੰਡੀਪੈਂਡੈਂਸ, ਤਾਂ ਇਹ ਅੰਗਰੇਜ਼ਾਂ ਵਾਸਤੇ ਸ਼ਰਮ ਦੀ ਗੱਲ ਆ। ਅੰਗਰੇਜ਼ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਇਟ ਵਾਜ਼ ਨਾਟ ਮੋਰ ਦੈਨ ਅ ਮਿਊਟੀਨੀ। ਉਹ ਤਾਂ ਮਿਊਟੀਨੀ ਸੀ, ਇੱਕ ਛੋਟਾ ਜਿਹਾ ਵਿਦਰੋਹ ਸੀਗਾ, ਉਸ ਤੋਂ ਉੱਪਰ ਕੁਝ ਵੀ ਨਹੀਂ ਸੀਗਾ। ਉਹ ਇਹਨੂੰ ਵਿਦਰੋਹ ਤੋਂ ਵੀ ਥੱਲੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਤਾਂ ਚਪੇੜ ਮਾਰ ਕੇ ਮਨਾ ਲਏ, ਤੇ ਇੰਡੀਅਨਸ ਇਹਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨ ਕਿ ਇਹ ਆਜ਼ਾਦੀ ਦੀ ਲੜਾਈ ਸੀ। ਸੋ ਇੱਥੋਂ ਹੀ ਵੀਰ ਡੀ ਸਾਵਰਕਰ ਜਿਹੜੇ ਆ ਜੀ, ਵੀਰ ਦਮੋਦਰ ਸਾਵਰਕਰ ਦਾ ਕਿਰਦਾਰ ਸ਼ੁਰੂ ਹੁੰਦਾ ਹੈ। 1907 ਚ ਜਦੋਂ 1857 ਦੀ ਕ੍ਰਾਂਤੀ ਨੂੰ 50 ਸਾਲ ਪੂਰੇ ਹੋਏ ਨਾ, ਤਾਂ ਵੀ ਡੀ ਸਾਵਰਕਰ ਨੇ ਇੱਕ ਕਿਤਾਬ ਲਿਖੀ, ਦ ਫਸਟ ਇੰਡੀਅਨ ਵਾਰ ਆਫ ਇੰਡੀਪੈਂਡੈਂਸ 1857। ਇਹ ਉਹ ਪਹਿਲੇ ਇੰਡੀਅਨ ਸੀਗੇ ਜਿਨ੍ਹਾਂ ਨੇ 1857 ਦੀ ਕ੍ਰਾਂਤੀ ਨੂੰ ਆਜ਼ਾਦੀ ਦੀ ਲੜਾਈ ਦੱਸਿਆ, ਤੇ ਪਹਿਲੀ ਆਜ਼ਾਦੀ ਦੀ ਲੜਾਈ ਦੱਸਿਆ। ਸੋ ਇਹ ਉਹ ਟਾਈਮ ਸੀ ਜਦੋਂ ਅੰਗਰੇਜ਼ ਇੰਗਲੈਂਡ ਦੇ ਵਿੱਚ ਪਾਰਟੀ ਕਰ ਰਹੇ ਸੀ ਕਿ ਅੱਜ ਤੋਂ 50 ਸਾਲ ਪਹਿਲਾਂ ਇੱਕ ਛੋਟੇ ਜਿਹੇ ਵਿਦਰੋਹ ਨੂੰ ਦਬਾਤਾ। ਸੋ 1857 ਦੇ ਰਿਵੋਲਟ ਨੂੰ ਸਾਨੂੰ ਰਿਵੋਲਟ ਆਫ 1857 ਲਿਖਣਾ ਚਾਹੀਦਾ ਹੈ, ਕਿ ਉਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਲਿਖਣਾ ਚਾਹੀਦਾ ਹੈ। ਇਹ ਹੁਣ ਮੈਂ ਤੁਹਾਡੇ ਤੇ ਛੱਡਤਾ, ਪਰ ਵੀ ਡੀ ਸਾਵਰਕਰ ਬਾਰੇ ਇਹ ਵੀ ਆਰੋਪ ਲੱਗੇ ਆ ਕਿ 1911 ਤੋਂ ਬਾਅਦ ਉਹ ਜਦੋਂ ਉਹ ਆਜ਼ਾਦੀ ਦੀ ਲੜਾਈ ਦੇ ਸੰਘਰਸ਼ 'ਚ ਜੇਲ੍ਹ ਗਏ, ਉਸ ਤੋਂ ਬਾਅਦ ਉਹ ਕਈ ਵਾਰ ਅੰਗਰੇਜ਼ਾਂ ਤੋਂ ਲਿਖਤੀ ਮਾਫੀ ਮੰਗ ਕੇ ਜੇਲ੍ਹ 'ਚੋਂ ਬਾਹਰ ਆਏ ਆ, ਤੇ ਫਿਰ ਉਹਨਾਂ ਤੇ ਇੱਕ ਕੱਟੜ ਹਿੰਦੂਤਵ ਛਵੀ ਅਪਣਾਉਣ ਦਾ ਵੀ ਆਰੋਪ ਲੱਗਿਆ। ਠੀਕ ਆ। ਤੇ ਦੇਸ਼ ਦੇ ਵਿੱਚ ਕਹਿ ਲਓ ਕਿ ਜਿਹੜੀ ਕਮਿਊਨਲ ਹਾਰਮਨੀ ਹੁੰਦੀ ਆ, ਮਤਲਬ ਕਹਿ ਲਓ ਕਿ ਦੇਸ਼ ਦੇ ਵਿੱਚ ਧਰਮ ਦੇ ਨਾਮ ਤੇ ਜਿਹੜੀ ਸਥਿਰਤਾ ਹੁੰਦੀ ਆ, ਉਹਨੂੰ ਖਰਾਬ ਕਰਨ ਦੇ ਆਰੋਪ ਵੀ ਡੀ ਸਾਵਰਕਰ ਤੇ ਲੱਗਦੇ ਰਹੇ ਸਮੇਂ-ਸਮੇਂ ਤੇ। ਠੀਕ ਆ। ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਵੱਖਰੇ ਵੱਖਰੇ ਹਿਸਾਬ ਨਾਲ ਆਪੋ ਆਪਣੇ ਖਾਨੇ 'ਚ ਰੱਖ ਕੇ ਮਾੜਾ ਚੰਗਾ ਕਹਿੰਦੀਆਂ ਰਹੀਆਂ। ਕਈਆਂ ਵਾਸਤੇ ਉਹ ਬਹੁਤ ਚੰਗੇ ਸੀ, ਕਈਆਂ ਲਈ ਬਹੁਤ ਮਾੜੇ ਸੀ। ਬਟ ਇਹ ਗੱਲ ਬਿਲਕੁਲ 16 ਆਨੇ ਸੱਚ ਆ ਕਿ 1857 ਦੇ ਰਿਵੋਲਟ ਬਾਰੇ ਨੂੰ ਪਹਿਲੀ ਵਾਰ ਆਜ਼ਾਦੀ ਦੀ ਲੜਾਈ ਦੱਸਣ ਵਾਲੇ ਸ਼ਖਸ ਉਹੀ ਸੀਗੇ। ਸੋ ਕਾਂਗਰਸ ਨੇ 2007 ਦੇ ਵਿੱਚ ਜਦੋਂ 100 ਸਾਲ ਪੂਰੇ ਹੋਏ, ਜਦੋਂ ਉਹਨਾਂ ਨੇ ਇਸ ਗੱਲ ਨੂੰ ਕਿਹਾ ਸੀ, ਤਾਂ ਕਾਂਗਰਸ ਨੇ ਇਸ ਚੀਜ਼ ਨੂੰ ਪੂਰਾ ਸੈਲੀਬ੍ਰੇਟ ਨਹੀਂ ਕੀਤਾ, ਪਰ ਬੀਜੇਪੀ ਇਹਨੂੰ ਸੈਲੀਬ੍ਰੇਟ ਕਰਨ ਦਾ ਕੋਈ ਮੌਕਾ ਛੱਡਣਾ ਨਹੀਂ ਚਾਹੁੰਦੀ ਕਿ ਸਾਡੀ ਪਾਰਟੀ ਦੇ ਇੱਕ ਬੰਦੇ ਨੇ, ਕਿਉਂਕਿ ਬੀਜੇਪੀ ਜਿਹੜੀ ਅੱਜ ਦੀ ਆ ਉਹਦਾ ਸੰਬੰਧ ਕਿਤੇ ਨਾ ਕਿਤੇ ਜਾ ਕੇ ਵੀਰ ਸਾਵਰਕਰ ਨਾਲ ਜੁੜਦਾ ਹੈ ਨਾ ਜਾ ਕੇ, ਤਾਂ ਉਹ ਇਹਨਾਂ ਨੂੰ ਹਰ ਪਾਸੇ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਆ। ਖੈਰ, ਹੁਣ ਕਹਾਣੀ ਸ਼ੁਰੂ ਕਰਦੇ ਹਾਂ 1857 ਦੀ, ਕਿ 1857 ਦਾ ਜਿਹੜਾ ਰਿਵੋਲਟ ਸੀਗਾ ਉਹਦੇ ਕਾਰਨ ਕੀ ਸੀਗੇ, ਕਿੱਥੋਂ ਇਹ ਕਾਰਨ ਬਣੇ, ਕਿਉਂ ਅੰਗਰੇਜ਼ ਜਿਹੜੇ ਆ ਜੀ 1857 ਦੇ ਰਿਵੋਲਟ ਲਈ ਅੰਗਰੇਜ਼ ਕਿਵੇਂ ਜ਼ਿੰਮੇਵਾਰ ਸੀ, ਕਿਹੜੇ ਕਿਹੜੇ ਕਾਰਨ ਸੀਗੇ ਜਿਹੜੇ ਜ਼ਿੰਮੇਵਾਰ ਸੀ, ਕਿ ਆਖਰ ਅਸੀਂ ਕਿਉਂ ਅੰਗਰੇਜ਼ਾਂ ਦੇ ਖਿਲਾਫ ਇੱਕ ਵਿਦਰੋਹ ਸ਼ੁਰੂ ਕਰਤਾ। ਤਾਂ ਦੇਖੋ, ਅੰਗਰੇਜ਼ ਸਾਡੇ ਦੇਸ਼ 'ਚ ਸਭ ਤੋਂ ਪਹਿਲੀ ਵਾਰੀ 1757 'ਚ ਕਬਜ਼ਾ ਕਰਦੇ ਆ, ਪਲਾਸੀ ਦੀ ਲੜਾਈ 'ਚ। ਪਲਾਸੀ ਵੈਸਟ ਬੰਗਾਲ ਦੇ ਵਿੱਚ। ਅੱਜ ਵੈਸਟ ਬੰਗਾਲ ਦੇ ਵਿੱਚ ਨਾ, ਅੱਗੇ ਜਦੋਂ ਤੁਸੀਂ ਜੀਓਗ੍ਰਾਫੀ ਪੜ੍ਹਦੇ ਹੋ, ਤੇ ਤੁਹਾਡੇ ਚੋਂ ਬੜਿਆਂ ਨੇ ਮੇਰੇ ਕੋਲੋਂ ਜੀਓਗ੍ਰਾਫੀ ਪੜ੍ਹੀ ਵੀ ਹੋਈ ਹੈ, ਕਿ ਬੰਗਾਲ 'ਚ ਜਾ ਕੇ ਗੰਗਾ ਨਦੀ ਦੇ ਦੋ ਹਿੱਸੇ ਹੋ ਜਾਂਦੇ ਆ। ਇੱਕ ਨਦੀ ਬਣ ਜਾਂਦੀ ਹੈ ਪਦਮਾ, ਤੇ ਇੱਕ ਨਦੀ ਬਣ ਜਾਂਦੀ ਆ ਹੁਗਲੀ। ਹੁਗਲੀ ਨਦੀ ਜਿਹੜੀ ਆ ਉਹਦੇ 'ਚ ਆ ਕੇ ਇੱਕ ਨਦੀ ਮਿਲਦੀ ਆ ਬਾਗੀਰਥੀ। ਵੈਸਟ ਬੰਗਾਲ ਦੀ ਇੱਕ ਛੋਟੀ ਜਿਹੀ ਨਦੀ ਆ ਬਾਗੀਰਥੀ। ਉਹ ਜਿਹੜੀ ਬਾਗੀਰਥੀ ਨਦੀ ਆ, ਉਸ ਨਦੀ ਦੇ ਕੰਢੇ ਤੇ ਪਲਾਸੀ ਸ਼ਹਿਰ ਆ। ਪਲਾਸੀ 'ਚ 1857 'ਚ ਅੰਗਰੇਜ਼ਾਂ ਨੇ ਪਹਿਲੀ ਵਾਰ ਬੰਗਾਲ ਤੇ ਕਬਜ਼ਾ ਕੀਤਾ, ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਕੀ ਕੀਤਾ, ਇੰਡੀਆ ਦੇ ਵਿੱਚੋਂ ਜਿੰਨੇ ਜ਼ਮੀਨਦਾਰ ਸੀ ਜਾਂ ਤਗੜੇ ਲੈਂਡਲੌਰਡ ਬੰਦੇ ਸੀਗੇ, ਉਹਨਾਂ ਨੂੰ ਇੰਡੀਆ 'ਚੋਂ ਰਿਪਲੇਸ ਕਰਕੇ ਆਪਣੇ ਸ਼ਹਿਰ ਦੇ ਵਪਾਰੀ ਲਿਆ ਕੇ ਉੱਥੇ ਬਿਠਾਤੇ। ਖੈਰ, ਹੌਲੀ ਹੌਲੀ ਇੰਡੀਅਨ ਜ਼ਮੀਂਦਾਰਾਂ ਦਾ ਕੰਮ ਠੱਪ ਹੁੰਦਾ ਗਿਆ, ਤੇ ਅੰਗਰੇਜ਼ ਵਪਾਰੀਆਂ ਦਾ ਕੰਮ ਵੱਧਦਾ ਗਿਆ। ਸੋ ਇਹ ਸਭ ਤੋਂ ਮੁੱਢਲੇ ਕਾਰਨਾਂ 'ਚੋਂ ਇੱਕ ਕਾਰਨ ਸੀਗਾ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਹੋਣ ਦਾ। ਇੰਡੀਆ ਦੀ ਕਿਸਾਨੀ, ਜ਼ਮੀਨਦਾਰ, ਇੰਡੀਆ ਦੇ ਟਰੇਡਰਸ ਵਪਾਰੀ, ਇੰਡੀਆ ਦੇ ਆਰਟੀਸਨਸ ਕਲਾਕਾਰ ਬੰਦੇ ਜਿਹੜੇ ਸੀਗੇ। ਹੁਣ ਤੁਸੀਂ ਇੱਕ ਗੱਲ ਦੱਸੋ, ਇੱਕ ਬੜੀ ਸਿੰਪਲ ਜੀ ਗੱਲ ਆ, ਇੱਕ ਕੋਈ ਆਰਟਿਸਟ ਬੰਦਾ ਵੀ ਲਾਓ, ਠੀਕ ਆ। ਪੁਰਾਣੇ ਰਾਜੇ ਕੀ ਕਰਦੇ ਹੁੰਦੇ ਸੀ, ਜਿਹੜੇ ਵੱਡੇ ਵੱਡੇ ਜ਼ਮੀਨਦਾਰ, ਕੀ ਆ ਇਦਾਂ ਕਰ ਮੇਰੀ ਪੇਂਟਿੰਗ ਬਣਾ ਦੇ, ਫਲਾਣੀ ਪੇਂਟਿੰਗ ਬਣਾ ਦੇ, ਉਹਨਾਂ ਨੂੰ ਵੀ ਪੈਸੇ ਦੇਈ ਜਾਣੇ। ਅੰਗਰੇਜ਼ਾਂ ਨੇ ਆ ਕੇ ਆ ਸਾਰਾ ਕੰਮ ਬੰਦ ਕਰਤਾ। ਜਿੰਨੇ ਤਗੜੇ ਤਗੜੇ ਸ਼ਿਲਪਕਾਰ ਸੀ, ਸਕਲਪਚਰ ਸੀਗੇ, ਸਾਰੇ ਕੰਮ ਬੰਦ ਹੋ ਗਏ। ਸੋ ਜਿੰਨੇ ਆਰਟਿਸਟ ਬੰਦੇ ਸੀ ਉਹਨਾਂ ਦੇ ਕੰਮ ਬੰਦ ਹੋ ਗਏ। ਠੀਕ ਆ। ਆਰਟੀਸਨ ਸੀਗੇ ਜਿੰਨੇ ਰੋਜ਼ਮਰਾ ਦਾ ਕੰਮ ਕਰਨ ਵਾਲੇ ਸੀ, ਪੰਡਿਤ ਮੌਲਵੀ ਜਿਨ੍ਹਾਂ ਨੂੰ ਅਕਸਰ ਰਾਜੇ ਜਾਂ ਨਵਾਬ ਜਿਹੜੇ ਸੀਗੇ ਉਹਨਾਂ ਨੂੰ ਉਹੀ ਪੈਸੇ ਦੇਈ ਜਾਂਦੇ ਹੁੰਦੇ ਸੀ, ਕਦੀ ਟੂਣੇ ਕਰਾਉਣ ਦੇ, ਕਦੀ ਕਿਸੇ ਚੀਜ਼ ਦੇ, ਸਭ ਕੰਮ ਬੰਦ ਕਰਤੇ ਅੰਗਰੇਜ਼ਾਂ ਨੇ ਆ ਕੇ। ਸੋ ਹਰ ਬਰਾਦਰੀ ਅੰਗਰੇਜ਼ਾਂ ਦੇ ਖਿਲਾਫ ਹੋਈ ਆ ਕਿਤੇ ਨਾ ਕਿਤੇ। ਸੋ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਹੋਣ ਦੇ ਇਹ ਕਾਰਨਾਂ ਚੋਂ ਇੱਕ ਮੇਨ ਕਾਰਨ ਇਹ ਵੀ ਬਣਿਆ। ਖੈਰ, ਇੱਕ ਗੱਲ ਤਾਂ ਬਹੁਤ ਕਲੀਅਰ ਆ, 1757 ਤੋਂ ਲੈ ਕੇ 1857 ਦਾ ਜਿਹੜਾ ਪੀਰੀਅਡ ਆ ਨਾ, ਇਹ ਕੋਈ ਸ਼ਾਂਤ ਪੀਰੀਅਡ ਨਹੀਂ ਰਿਹਾ।
ਤੇ ਇੱਕ ਗੱਲ ਇਹ ਵੀ ਯਾਦ ਰੱਖਿਓ, 1857 ਦਾ ਸਾਲ ਕੋਈ ਪਹਿਲਾ ਸਾਲ ਨਹੀਂ ਸੀ ਜਦੋਂ ਅੰਗਰੇਜ਼ਾਂ ਦੇ ਖਿਲਾਫ ਕ੍ਰਾਂਤੀ ਹੋਈ ਆ। 1757 ਤੋਂ ਲੈ ਕੇ 1857 ਦੇ ਵਿੱਚ ਇਹਨਾਂ 100 ਸਾਲਾਂ ਦੇ ਵਿੱਚ ਘੱਟੋ ਘੱਟ 100 ਕ੍ਰਾਂਤੀਆਂ ਹੋਈਆਂ ਹੋਣਗੀਆਂ, ਪਰ ਉਹ ਸਾਰੀਆਂ ਲੋਕਲਾਈਜ਼ਡ ਸੀਗੀਆਂ। ਕਿਤੇ ਕੋਈ ਕਿਸਾਨਾਂ ਦੀ ਬਗਾਵਤ ਸੀ, ਕਿਤੇ ਬਾਬਿਆਂ ਦੀ ਬਗਾਵਤ ਸੀ, ਕਿਤੇ ਅੰਗਰੇਜ਼ਾਂ ਨੇ ਕਿਸੇ ਛੋਟੇ ਮੋਟੇ ਰਾਜੇ ਤੋਂ ਉਹਦੀ ਜ਼ਮੀਨ ਖੋਲੀ, ਉਸ ਰਾਜੇ ਨੇ ਛੋਟੀ ਮੋਟੀ ਬਗਾਵਤ ਕਰਤੀ। ਮਤਲਬ ਕਈ ਪ੍ਰਕਾਰ ਦੇ ਸਿਵਲ ਰੈਬੇਲੀਅਨਸ, ਠੀਕ ਆ, ਪੀਜ਼ੈਂਟ ਰੈਬੇਲੀਅਨਸ, ਕਿਸਾਨਾਂ ਦੇ ਰਿਵੋਲਟ, ਠੀਕ ਆ, ਰਿਲੀਜੀਅਸ ਰਿਵੋਲਟ, ਅੰਗਰੇਜ਼ਾਂ ਨੇ ਕਿਸੇ ਧਰਮ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਤੀ, ਉੱਥੋਂ ਕਿਸੇ ਨੇ ਰਿਲੀਜੀਅਸ ਬਗਾਵਤ ਕਰਤੀ, ਕਿਸੇ ਬਾਬੇ ਨੇ। ਸੋ ਕਹਿਣ ਦਾ ਮਤਲਬ, ਤੁਸੀਂ ਜਦੋਂ ਮੈਨੂੰ ਇਹ ਕਹੋਗੇ ਨਾ ਕਿ ਕੀ 1857 ਦੀ ਕ੍ਰਾਂਤੀ ਪੜ੍ਹ ਕੇ ਆਪਣਾ ਸਿਲੇਬਸ ਮੁੱਕ ਗਿਆ, ਨਹੀਂ, ਮੈਂ ਤੁਹਾਨੂੰ ਇਹ ਪੜ੍ਹਾਊਂਗਾ ਕਿ ਅਦਰ ਦੈਨ ਰਿਵੋਲਟ ਆਫ 1857 ਹੋਰ ਸਾਡੇ ਦੇਸ਼ 'ਚ ਕਿਹੜੇ ਸਿਵਲ ਰਿਵੋਲਟ ਹੋਏ ਆ, ਕਿਹੜੇ ਪੀਜ਼ੈਂਟ ਰਿਵੋਲਟ ਹੋਏ ਆ, ਕਿਹੜੇ ਰਿਲੀਜੀਅਸ ਰਿਵੋਲਟ ਹੋਏ ਆ। ਉਹਨਾਂ ਸਾਰਿਆਂ ਦੀ ਵੀਡੀਓ ਅੱਡ ਬਣਨ ਵਾਲੀ ਆ, ਤੇ ਉਮੀਦ ਕਰਦਾ ਕਿ ਇਸ ਤੋਂ ਬਾਅਦ ਥੋੜੇ ਚਿਰ ਬਾਅਦ ਹੀ ਅਸੀਂ ਉਹ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਨਾਲ, ਉਹ ਵੀ ਵੀਡੀਓ YouTube ਤੇ ਲੈ ਕੇ ਆਈ ਜਾਊਗੀ, ਠੀਕ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਕਾਰਨ ਸੀਗੇ ਅੰਗਰੇਜ਼ਾਂ ਦੇ ਖਿਲਾਫ ਇਸ ਤਰੀਕੇ ਦੇ ਹੋ ਜਾਣ ਦੇ। ਹੁਣ ਇਹਨਾਂ ਸਾਰਿਆਂ ਚੋਂ ਅਸੀਂ ਕੁਝ ਮੇਜਰ ਕਾਜ਼ ਚੱਕਦੇ ਹਾਂ ਕਿ ਕਿਹੜੇ ਕਾਰਨਾਂ ਨੂੰ ਅਸੀਂ ਮੇਨ ਮੰਨ ਕੇ ਚੱਲੀਏ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਰਾਜਨੀਤਿਕ ਕਾਰਨ, ਪੋਲੀਟੀਕਲ ਕਾਜ਼, ਕਿ ਪੋਲੀਟੀਕਲ ਕਿਹੜੇ ਕਾਰਨ ਹੋਣਗੇ ਕਿ ਅੰਗਰੇਜ਼ ਜਿਹੜੇ ਆ ਜੀ ਉਹਨਾਂ ਦੇ ਖਿਲਾਫ ਇੱਕ 100 ਸਾਲ ਰਹਿਣ ਤੋਂ ਬਾਅਦ ਇੱਕ ਬਗਾਵਤ ਹੋ ਜਾਂਦੀ ਹੈ। ਦੇਖੋ, ਸਭ ਤੋਂ ਪਹਿਲੀ ਕਿ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਸੀ ਨਾ 1757 ਤੋਂ ਲੈ ਕੇ, ਤਾਂ ਇੱਕ ਗੱਲ ਯਾਦ ਰੱਖਿਓ, ਅੰਗਰੇਜ਼ ਸਾਡੇ ਦੇਸ਼ 'ਚ ਐਵੇਂ ਹੀ ਰਾਜ ਨਹੀਂ ਸੀ ਕਰਦੇ। ਇੰਗਲੈਂਡ ਤੋਂ ਬਕਾਇਦਾ ਇੱਕ ਅਫਸਰ ਭੇਜਿਆ ਜਾਂਦਾ ਸੀ ਜਿਹਨੂੰ ਇੰਡੀਆ ਦੇ ਵਿੱਚ ਕਿਹਾ ਜਾਂਦਾ ਸੀ ਗਵਰਨਰ ਜਨਰਲ, ਜਿਹੜਾ 5 ਤੋਂ 7 ਸਾਲ ਰਾਜ ਕਰਦਾ ਸੀ, ਕੋਈ 3 ਸਾਲ, ਕੋਈ 4 ਸਾਲ, ਕੋਈ 5 ਸਾਲ, ਕੋਈ 6 ਸਾਲ ਵੀ ਰਹਿ ਗਏ, ਠੀਕ ਆ, ਗਵਰਨਰ ਜਨਰਲ। ਤੇ ਜਿਹੜਾ ਅਖੀਰਲਾ ਗਵਰਨਰ ਜਨਰਲ ਸੀਗਾ ਡਲਹੌਜੀ, ਜਿਹੜਾ 1848 ਤੋਂ ਲੈ ਕੇ 56 ਤੱਕ ਰਹਿ ਕੇ ਗਿਆ, ਜਿਹਦੇ ਰਾਜ 'ਚ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਡੀ ਬਗਾਵਤ ਹੋਈ ਹੈ। ਬਗਾਵਤ ਦੀਆਂ ਜੜ੍ਹਾਂ, ਬਗਾਵਤ ਦਾ ਜਿਹੜੀ ਟਾਹਣੀਆਂ ਜਿਹੜੀਆਂ, ਉਹ ਇਸ 6 ਸਾਲਾਂ ਦੇ ਵਿੱਚ ਬਹੁਤ ਜ਼ਿਆਦੀਆਂ ਫੈਲੀਆਂ, ਕਿਉਂਕਿ ਉਹਨੇ ਬਹੁਤ ਅੱਤ ਚੱਕੀ ਸੀ। ਉਹਨੇ ਰਾਜਿਆਂ ਦੀ ਹਿਊਮੀਲੇਸ਼ਨ ਕੀਤੀ ਵੀ ਬਹੁਤ। ਤੁਸੀਂ ਇਹ ਦੇਖ ਲਓ, 1849 'ਚ ਰਣਜੀਤ ਸਿੰਘ ਦਾ ਰਾਜ ਪੰਜਾਬ, ਮੈਂ ਤੁਹਾਨੂੰ ਦੱਸਿਆ ਨਾ ਕਿ ਅਖੀਰ 'ਚ ਪੰਜਾਬ ਕਬਜ਼ੇ 'ਚ ਕੀਤਾ ਹੈ। 1849 'ਚ ਰਣਜੀਤ ਸਿੰਘ ਤੋਂ ਉਹਦਾ ਰਾਜ ਖੋ ਕੇ 3-4 ਸਾਲਾਂ ਦੇ ਅੰਦਰ 1853 'ਚ 1853 'ਚ ਉਹਦੇ ਮੁੰਡੇ ਦਲੀਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਲਿਜਾ ਕੇ ਉਹਨੂੰ ਕ੍ਰਿਸਚੈਨਿਟੀ 'ਚ ਕਨਵਰਟ ਕਰਾ ਕੇ ਇੰਗਲੈਂਡ ਭੇਜਤਾ। ਉਹਦੀ ਮਾਂ ਨੂੰ ਵਿਚਾਰੀ ਨੂੰ ਪਹਿਲਾਂ ਵਾਰਾਣਸੀ ਭੇਜਤਾ ਐਗਜ਼ਾਈਲ 'ਚ, ਦੇਸ਼ 'ਚੋਂ ਕੱਢ ਕੇ ਆਪਣੇ 'ਚੋਂ, ਫਿਰ ਉੱਥੋਂ ਨੇਪਾਲ ਭੇਜਤਾ ਤੇ ਛੋਟੇ ਜਿਹੇ ਝੋਪੜੀ 'ਚ ਨੇਪਾਲ ਨੂੰ ਰੱਖਿਆ। ਤੁਸੀਂ ਇੱਕ ਗੱਲ ਯਾਦ ਰੱਖਿਓ, ਇਤਿਹਾਸ ਕਿੱਡਾ ਜ਼ਬਰਦਸਤ ਆ ਸਾਡਾ, ਅਸੀਂ ਕਿਵੇਂ ਨਫ਼ਰਤ ਦੀ ਬੀਜ ਬੋਈ ਜਾਂਦੇ ਹਾਂ। ਤੁਹਾਨੂੰ ਪਤਾ, ਜਦੋਂ ਜਿੰਦ ਕੌਰ ਨੂੰ ਇਸ ਤਰੀਕੇ ਨਾਲ ਕੀਤਾ ਗਿਆ ਸੀਗਾ, ਤਾਂ ਜਿੰਦ ਕੌਰ ਦੇ ਹੱਕ 'ਚ ਕਿਹੜੇ ਬੰਦੇ ਨੇ ਕਿਹਾ ਸੀਗਾ ਕਿ ਆਪਣੇ ਰਾਜਿਆਂ ਦੇ ਵਿੱਚ ਲੱਖ ਦੁਸ਼ਮਣੀ ਹੋ ਸਕਦੀ ਹੈ, ਪਰ ਰਾਣੀਆਂ ਨਾਲ ਇਸ ਤਰੀਕੇ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਅੰਗਰੇਜ਼ਾਂ ਨੂੰ ਇਹ ਧਮਕੀ ਦਿੱਤੀ ਸੀਗੀ ਉਸ ਟਾਈਮ ਅਫਗਾਨਿਸਤਾਨ ਦੇ ਉਸ ਰਾਜੇ ਨੇ ਜਿਹਦੇ ਨਾਲ ਰਣਜੀਤ ਸਿੰਘ ਦਾ ਇੱਟ ਕੁੱਤੇ ਵਾਲਾ ਵੈਰ ਸੀਗਾ, ਦੋਸਤ ਮੁਹੰਮਦ ਖਾਨ। ਤਾਂ ਉਹਨੇ ਕਿਹਾ ਸੀ ਅੰਗਰੇਜ਼ਾਂ ਨੂੰ ਕਿ ਨੇਪਾਲ ਦੇ ਵਿੱਚ ਰਾਣੀ ਦਾ ਮਹਿਲ ਵਧੀਆ ਬਣਾ ਕੇ ਦਿਓ, ਤਾਂ ਫਿਰ ਥੋੜਾ ਜਿਹਾ ਸਟੇਟਸ ਰਾਣੀ ਨੂੰ ਮਿਲਿਆ ਸੀਗਾ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਸਭ ਤੋਂ ਪਹਿਲਾ ਕਾਰਨ ਕਿ ਇਸ ਤਰੀਕੇ ਦੀ ਹਿਊਮੀਲੇਸ਼ਨ ਕਰਨੀ, ਠੀਕ ਆ। ਰਾਣੀ ਜਿੰਦ ਕੌਰ ਨੂੰ ਪਹਿਲਾਂ ਬਨਾਰਸ, ਉੱਥੇ ਵਾਰਾਣਸੀ ਭੇਜ ਦੇਣਾ ਐਗਜ਼ਾਈਲ 'ਚ, ਫਿਰ ਉੱਥੋਂ ਕਾਨਪੁਰ ਭੇਜ ਦੇਣਾ, ਠੀਕ ਆ। ਸੋ ਤੇ ਰਣਜੀਤ ਸਿੰਘ ਦੇ ਮੁੰਡੇ ਦਲੀਪ ਸਿੰਘ ਦੀ ਨੂੰ ਕ੍ਰਿਸਚੈਨਿਟੀ 'ਚ ਕਨਵਰਟ ਕਰਾ ਕੇ ਫਤਿਹਗੜ੍ਹ ਸਾਹਿਬ। ਆਹ ਛੋਟੇ ਜਿਹੜੇ ਫੈਕਟ ਆ ਨਾ, ਇਹ ਤੁਹਾਡੇ ਪੇਪਰਾਂ 'ਚ ਕਈ ਵਾਰੀ ਪੁੱਛੇ ਜਾਂਦੇ ਆ ਕਿ ਰਣਜੀਤ ਸਿੰਘ ਦੇ ਮੁੰਡੇ ਦਲੀਪ ਸਿੰਘ ਨੂੰ ਕ੍ਰਿਸਚੈਨਿਟੀ 'ਚ ਕਨਵਰਟ ਕਿੱਥੇ ਕਰਵਾਇਆ ਗਿਆ ਸੀ, ਰਾਣੀ ਜਿੰਦ ਕੌਰ ਨੂੰ ਨੇਪਾਲ ਭੇਜਣ ਤੋਂ ਪਹਿਲਾਂ ਐਗਜ਼ਾਈਲ 'ਚ ਕਿੱਥੇ ਭੇਜਿਆ ਗਿਆ ਸੀ। ਫਿਰ ਤੁਸੀਂ ਮੈਨੂੰ ਕਹੋ ਨਾ ਕਿ ਆਹ ਚੀਜ਼ਾਂ ਕਿਉਂ ਦੱਸੀਆਂ ਹੈ। ਅਗਲੀ ਗੱਲ, ਅਗਲਾ ਕਿੱਸਾ ਸੀ ਡਾਕਟਰਾਈਨ ਆਫ ਲੈਪਸ। ਆ ਵੀ ਬੜਾ ਮਸ਼ਹੂਰ ਸੀ, ਇਹ ਵੀ ਡਲਹੌਜੀ ਸਾਹਿਬ 1848 ਤੋਂ ਲੈ ਕੇ 56 ਦੇ ਵਿੱਚ ਜਿਹੜੇ ਗਵਰਨਰ, ਬਸ ਵਿਦਰੋਹ ਤੋਂ ਪਹਿਲਾਂ ਆਹੀ ਗਵਰਨਰ ਸੀਗਾ ਜਨਾਬ, ਇੰਨੀ ਟੈਲੈਂਟ ਦਿਖਾਇਆ ਸੀ। ਇਹ ਇੱਕ ਪਾਲਿਸੀ ਲੈ ਕੇ ਆਇਆ, ਇੱਕ ਨਾ ਰੂਲ ਲੈ ਕੇ ਆਇਆ, ਡਾਕਟਰਾਈਨ ਆਫ ਲੈਪਸ। ਕਹਿੰਦਾ ਇੰਡੀਆ ਦੇ ਵਿੱਚ ਜੇ ਕੋਈ ਰਾਜਾ ਮਰ ਗਿਆ ਤੇ ਉਹਦੇ ਮਰਨ ਤੋਂ ਬਾਅਦ ਉਹਦੀ ਕੋਈ ਸੰਤਾਨ ਨਾ ਹੋਈ, ਤਾਂ ਉਹਦਾ ਰਾਜ ਅਸੀਂ ਖੋਲਾਂਗੇ। ਜਦੋਂ ਉਹਨੂੰ ਪੁੱਛਿਆ ਗਿਆ ਕਿ ਆਹ ਤਾਂ ਧੱਕਾ ਕਰ ਗਿਆ ਤੂੰ, ਇਹ ਐਵੇਂ ਕਿਵੇਂ ਜੀ, ਉਹ ਰਾਜਾ ਜਿਹਨੂੰ ਮਰਜ਼ੀ ਆਪਣਾ ਅਡਾਪਟਡ ਸਨ ਨੂੰ ਆਪਣਾ ਰਾਜ ਦੇ ਸਕਦਾ। ਕਹਿੰਦਾ ਨਹੀਂ, ਸਾਡੇ ਇੰਗਲੈਂਡ 'ਚ ਤਾਂ ਹੈਗਾ ਰਿਵਾਜ, ਅਸੀਂ ਤਾਂ ਕਹਿੰਦਾ ਤੁਹਾਡੇ ਇੰਡੀਆ ਦੇ ਵਿੱਚ ਉਹੀ ਰਿਵਾਜ ਅਡਾਪਟ ਕਰਾਂਗੇ ਜਿਹੜਾ ਰਿਵਾਜ ਇੰਡੀਆ 'ਚ ਆਲਰੇਡੀ ਚੱਲ ਰਿਹਾ ਹੈ। ਉਹਨੂੰ ਕਿਸੇ ਨੇ ਪੁੱਛਿਆ, ਕਮਾਲ ਦੀ ਗੱਲ ਆ, ਇੰਡੀਆ 'ਚ ਡਾਕਟਰਾਈਨ ਆਫ ਲੈਪਸ ਤਾਂ ਅੱਜ ਤੱਕ ਹੈ ਹੀ ਨਹੀਂ ਕਦੀ, ਤੂੰ ਇਹ ਕਿੱਥੋਂ ਲੈ ਕੇ ਆਇਆ। ਕਹਿੰਦਾ ਇਤਿਹਾਸ ਖੋਲ ਕੇ ਦੇਖੋ, ਤੁਹਾਡੇ ਮਹਾਰਾਜਾ ਰਣਜੀਤ ਸਿੰਘ ਨੇ ਕਈ
ਮਹਾਰਾਜਾ ਰਣਜੀਤ ਸਿੰਘ ਨੇ ਕਈ ਮਿਸਲਾਂ ਇਸ ਗਰਾਊਂਡ ਤੇ ਅਨੈਕਸ ਕਰ ਲਈਆਂ ਸੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਡਲਹੌਜੀ ਦਾ ਜਵਾਬ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਈ ਮਿਸਲਾਂ ਨੂੰ ਇਸ ਕਰਕੇ ਆਪਣੇ ਕਬਜ਼ੇ 'ਚ ਲੈ ਲਿਆ ਸੀ ਕਿ ਉਹਨਾਂ ਦੇ ਮਿਸਲਦਾਰਾਂ ਦੀਆਂ ਅਗਲੀਆਂ ਸੰਤਾਨਾਂ ਨਹੀਂ ਸੀ। ਕਹਿੰਦਾ ਤੁਹਾਡੇ ਦੇਸ਼ ਦਾ ਰਿਵਾਜ ਮੈਂ ਤਾਂ ਤੁਹਾਡੇ ਦੇਸ਼ 'ਚ ਇੰਪਲੀਮੈਂਟ ਕਰ ਰਿਹਾ। ਕਿੰਨੇ ਰਾਜੇ ਨਾਰਾਜ਼ ਹੋਏ ਹੋਣਗੇ ਜਿਨ੍ਹਾਂ ਦੀ ਔਲਾਦ ਬੇਸ਼ੱਕ ਕੀ ਪਤਾ ਉਹਨਾਂ ਦੀ ਆਪਣੀ ਹੋਵੇ ਪਰ ਉਹ ਪ੍ਰੂਵ ਨਾ ਕਰ ਸਕੇ ਹੋਣ। ਕਿਉਂ? ਕਈ ਵਾਰੀ ਕਈ ਰਾਜੇ ਉਹਨਾਂ ਟਾਈਮਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਬਾਹਰ ਭੇਜ ਦਿੰਦੇ ਸੀਗੇ। ਸੋ ਐਵੇਂ ਬਹੁਤ ਕਨਫਿਊਜ਼ਨ ਹੋਈ। ਜੇ ਮੈਂ ਕਹਾਂ ਕਿ ਆਹ ਦੇਖੋ ਆਹ ਕਾਗਜ਼ ਹੁੰਦਾ ਸੀ ਡਾਕਟਰਾਈਨ ਆਫ ਲੈਪਸ ਦਾ, ਜੈ ਅੰਗਰੇਜ਼ਾਂ ਤੋਂ ਵੀ ਦੇਖੋ ਡਾਕਟਰਾਈਨ ਆਫ ਲੈਪਸ ਚੱਲ ਤਾਂ ਪਹਿਲਾਂ ਤੋਂ ਹੀ ਰਹੀ ਸੀਗੀ, ਬਟ ਇਸ ਚੀਜ਼ ਨੂੰ ਆਫੀਸ਼ੀਅਲ ਨਾਮ ਜਿਹੜਾ ਸੀ ਉਹ ਉਹਨੇ ਆ ਕੇ ਦਿੱਤਾ। ਤੇ ਆਫੀਸ਼ੀਅਲੀ ਸਭ ਤੋਂ ਪਹਿਲਾਂ ਜਿਹੜੀ ਟੈਰੀਟਰੀ ਅਨੈਕਸ ਕੀਤੀ ਗਈ ਉਹ ਸੀ ਸਤਾਰਾ, ਫਿਰ ਜੈਤਾਪੁਰ, ਇਹ ਮਹਾਰਾਸ਼ਟਰ ਵਾਲੀ ਸਾਈਡ ਤੇ, ਸੰਬਲਪੁਰ, ਭਗਤ ਝਾਂਸੀ, ਉਦੈਪੁਰ। ਆ ਜਿਹੜੀ ਉਦੈਪੁਰ ਤੇ ਭਗਤ ਸੀ ਨਾ, ਇੱਥੋਂ ਦੇ ਰਾਜਿਆਂ ਨੇ ਬਾਅਦ ਚ ਪ੍ਰੂਵ ਕਰਤਾ ਸੀ ਕਿ ਸਾਡੇ ਤੇ ਤਾਂ ਧੱਕਾ ਹੋ ਗਿਆ ਸਾਡੇ ਨਾਲ, ਸਾਡੀ ਤਾਂ ਇਹ ਔਲਾਦ ਅਸਲੀ ਔਲਾਦ ਆ। ਫਿਰ ਉਹਨਾਂ ਨੂੰ ਉਹਨਾਂ ਦੀ ਟੈਰੀਟਰੀ ਵਾਪਸ ਵੀ ਕਰ ਦਿੱਤੀ ਗਈ ਸੀਗੀ। ਪਰ ਯਾਦ ਰੱਖਿਓ ਡਾਕਟਰਾਈਨ ਆਫ ਲੈਪਸ ਨੇ ਇੰਡੀਆ 'ਚ ਕਈ ਰਾਜੇ ਇਹਨਾਂ ਦੇ ਦੁਸ਼ਮਣ ਬਣਾਤੇ ਸੀਗੇ। ਡਾਕਟਰਾਈਨ ਆਫ ਲੈਪਸ ਉਮੀਦ ਕਰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਕਲੀਅਰ ਹੈ ਨਾ ਗੱਲ? ਤੇ ਡਾਕਟਰਾਈਨ ਆਫ ਲੈਪਸ ਕੌਣ ਲੈ ਕੇ ਆਇਆ ਸੀ? ਡਲਹੌਜੀ। ਉਸ ਤੋਂ ਬਾਅਦ ਆ ਵੀ ਇੱਕ ਬਹੁਤ ਵੱਡਾ ਕਾਰਨ ਸੀ। ਇੱਕ ਨਾ ਦਿੱਲੀ ਤੇ ਲਖਨਊ ਦੇ ਵਿੱਚ ਦਾ ਇਲਾਕਾ ਹੈ ਅਵਧ ਦਾ ਇਲਾਕਾ, ਉੱਥੋਂ ਦਾ ਰਾਜਾ ਹੁੰਦਾ ਸੀ ਜਨਾਬ, ਉੱਥੋਂ ਦੇ ਰਾਜੇ ਨੇ ਵਾजिद अली शाह। ਠੀਕ ਆ ਜੀ, ਥੋੜਾ ਜਿਹਾ ਪੀਣ ਪੂਣ ਵਾਲਾ ਬੰਦਾ ਸੀ, ਖਾਣ ਪੀਣ ਵਾਲਾ ਮਾਹੌਲ ਬਣਾ ਲੈਂਦਾ ਸੀ ਟਾਈਮ ਨਾਲ ਹੀ। ਠੀਕ ਆ ਜੀ, ਤੇ ਉਸ ਚੀਜ਼ ਦਾ ਨੁਕਸਾਨ ਵੀ ਹੋਇਆ। ਅੰਗਰੇਜ਼ਾਂ ਨੇ ਇਸ ਬੰਦੇ ਦੇ ਰਾਜ ਨੂੰ ਖੋਹਣ ਦੀ ਤਰਕੀਬ ਬਣਾਈ। ਇਹਦਾ ਰਾਜ ਖੋਹਣਾ ਬਣਦਾ ਵੀ ਸੀਗਾ। ਕਿਉਂ? ਇਹਦਾ ਇਲਾਕਾ ਹੀ ਬੜਾ ਉਹ ਸੀਗਾ, ਪਲੇਨ ਏਰੀਆ ਸੀਗਾ ਤੇ ਬੜਾ ਵਧੀਆ ਇਲਾਕਾ ਸੀਗਾ ਇਹਦਾ, ਤੇ ਬੜਾ ਸਟ੍ਰੈਟੇਜਿਕਲੀ ਇੰਪੋਰਟੈਂਟ ਅੰਗਰੇਜ਼ਾਂ ਵਾਸਤੇ। ਠੀਕ ਆ, ਤੇ ਅੰਗਰੇਜ਼ ਚਾਹੁੰਦੇ ਸੀ ਕਿ ਇਸ ਇਲਾਕੇ ਤੇ ਸਾਡਾ ਕਬਜ਼ਾ ਹੋ ਜੇ ਤਾਂ ਜ਼ਿਆਦਾ ਵਧੀਆ ਹੈ। ਸੋ ਅਵਧ ਦੇ ਰਾਜ ਨੂੰ ਅਨੈਕਸ ਕਰਨ ਵਾਸਤੇ ਬਹਾਨੇ ਲੱਭੇ ਗਏ ਤੇ 1853 ਚੋਂ ਬਹਾਨਾ ਮਿਲ ਵੀ ਗਿਆ। 1853 ਦੇ ਵਿੱਚ ਬਹਾਨਾ ਕੀ ਮਿਲਿਆ ਕਿ ਅਵਧ ਦੇ ਨਵਾਬ ਵਾजिद अली शाह ਨੂੰ ਇਹ ਕਹਿ ਕੇ ਕੱਢ ਦਿੱਤਾ ਗਿਆ, ਐਗਜ਼ਾਈਲ ਕਰ ਦਿੱਤਾ ਗਿਆ ਕਿ ਉਹਨੇ ਮਿਸ ਐਡਮਿਨਿਸਟ੍ਰੇਸ਼ਨ ਕੀਤਾ ਹੈ। ਮਿਸ ਐਡਮਿਨਿਸਟ੍ਰੇਸ਼ਨ ਕਿ ਰਾਜਾ ਆਪਣਾ ਰਾਜ ਸਹੀ ਤਰੀਕੇ ਨਾਲ ਨਹੀਂ ਚਲਾ ਰਿਹਾ। ਤੇ ਮੈਂ ਤੁਹਾਨੂੰ ਦੱਸਦਾ ਕਿ ਵਾजिद अली शाह ਇੱਕ ਮੁਸਲਮਾਨ ਰਾਜਾ ਸੀਗਾ। ਠੀਕ ਆ, ਅਯੋਧਿਆ ਦਾ ਮੰਦਿਰ ਉਹਦੇ ਟੈਰੀਟਰੀ 'ਚ ਆਉਂਦਾ ਸੀਗਾ। ਜਦੋਂ ਉਹਦੇ ਦਰਬਾਰ ਦੇ ਵਿੱਚ ਕੇਸ ਗਿਆ ਨਾ ਪਹਿਲੀ ਵਾਰ 1852-53 'ਚ ਕਿ ਭਾਈ ਤੁਸੀਂ ਇਹ ਦੱਸੋ ਕਿ ਇਹ ਅਯੋਧਿਆ ਦਾ ਮੰਦਿਰ ਹਿੰਦੂਆਂ ਦਾ ਕਿ ਮੁਸਲਮਾਨਾਂ ਦਾ ਹੈ, ਤਾਂ ਉਹਨੇ ਪਤਾ ਕੀ ਜਵਾਬ ਦਿੱਤਾ ਸੀ? ਕਹਿੰਦਾ ਮੈਂ ਮੁਸਲਮਾਨ ਹਾਂ, ਫੈਸਲਾ ਸੁਣਾਉਂਦੇ ਹੋਏ ਮੈਂ ਡੋਲ ਸਕਦਾ ਹਾਂ, ਇਸ ਕਰਕੇ ਇਹ ਫੈਸਲਾ ਤੁਸੀਂ ਲਾਗੇ ਹੀ ਅੰਗਰੇਜ਼ਾਂ ਦੀ ਇਲਾਹਾਬਾਦ ਹਾਈ ਕੋਰਟ ਆ ਉੱਥੇ ਲੈ ਜਾਓ। ਠੀਕ ਆ, ਉਹ ਫੈਸਲਾ ਜੋ ਵੀ ਸੁਣਾਉਣਗੇ ਤਾਂ ਸਹੀ ਸੁਣਾਉਣਗੇ। ਇਹ ਵਾजिद अली शाह ਸੀਗਾ। ਤੇ ਕਹਿੰਦੇ ਜੀ ਇਹਨੂੰ ਐਗਜ਼ਾਈਲ ਕਰਕੇ ਕਲਕੱਤੇ ਭੇਜਤਾ ਇਹਨਾਂ ਨੇ। ਇਹਦੀ ਵਾਈਫ ਬੇਗਮ ਹਜ਼ਰਤ ਮਹਿਲ ਬਹੁਤ ਰੋਈ, ਇੱਥੋਂ ਤੱਕ ਕਿ ਇਹਦੇ ਸ਼ਹਿਰ ਦੇ ਇਲਾਹਾਬਾਦ ਸ਼ਹਿਰ ਦੇ ਜਿਹੜੇ ਲੋਕ ਸੀ ਨਾ, ਉਹ ਜਿਹੜਾ ਅਵਧ ਦਾ ਇਲਾਕਾ ਸੀ ਲਖਨਊ ਦੇ ਲੋਕ ਬੜੇ ਰੋਏ, ਹਿੰਦੂ ਬਹੁਤ ਰੋਏ ਕਿ ਬਈ ਸਾਡੇ ਨਵਾਬ ਨੂੰ, ਜਿਹੜਾ ਕਿ ਸਾਡਾ ਬੜਾ ਸੁਸ਼ਾਸਨ ਵਾਲਾ ਨਵਾਬ ਆ, ਉਹਨੂੰ ਕਿੱਡੇ ਬੇਤੁਕੇ ਗਰਾਊਂਡ ਤੇ ਕੱਢਿਆ ਗਿਆ ਹੈ। ਤੇ ਯਾਦ ਰੱਖਿਓ ਹਿੰਦੂਆਂ ਨੇ ਉਦੋਂ ਗਾਇਆ ਵੀ ਸੀਗਾ ਕਿ ਵਾजिद ਚਲੇ ਹੈ ਲੰਦਨ, ਕਿਰਪਾ ਕਰੋ ਰਘੁਨੰਦਨ। ਉਹਨਾਂ ਨੂੰ ਐਂ ਲੱਗਦਾ ਸੀ ਕਿ ਅੰਗਰੇਜ਼ ਇਹਨਾਂ ਨੂੰ ਲੈ ਕੇ ਲੰਡਨ ਹੀ ਚੱਲਿਆ ਕਿਤੇ। ਸੋ ਕਹਿਣ ਦਾ ਮਤਲਬ ਇਹ ਆ ਕਿ ਅੰਗਰੇਜ਼ਾਂ ਦੀਆਂ ਧੱਕੇਸ਼ਾਹੀਆਂ ਦੇ ਬੜੇ ਕਾਰਨ ਸੀਗੇ। ਉਸ ਤੋਂ ਬਾਅਦ ਅੰਗਰੇਜ਼ਾਂ ਦੀ ਉਸ ਟਾਈਮ ਦੇ ਮੁਗਲਾਂ ਦੀ ਹਿਊਮੀਲੇਸ਼ਨ ਦੇਖੋ। ਮੁਗਲਾਂ ਦੀ ਹਿਊਮੀਲੇਸ਼ਨ ਦਾ ਕੀ ਮਤਲਬ ਆ? ਇਹਦਾ ਮਤਲਬ ਇਹ ਆ ਮੁਗਲਾਂ ਦੀ ਹਿਊਮੀਲੇਸ਼ਨ ਦਾ ਕਿ ਸਾਡੇ ਦੇਸ਼ 'ਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਜੇ ਅਸੀਂ ਓਵਰਆਲ ਦੇਖੀਏ, ਵਿੱਚ ਤਾਂ ਕਈ ਰਾਜੇ ਸੀ ਛੋਟੇ ਛੋਟੇ, ਓਵਰਆਲ ਸਾਡੇ ਦੇਸ਼ ਤੇ ਕਿਹਨਾਂ ਦਾ ਰਾਜ ਸੀਗਾ? ਮੁਗਲਾਂ ਦਾ। 1707 ਚ ਅਖੀਰ ਮੁਗਲ ਸਾਡੇ ਦੇਸ਼ 'ਚ ਆਏ ਸੀ, 1526 ਚ ਬਾਬਰ ਤੋਂ। 1707 ਚ ਔਰੰਗਜ਼ੇਬ ਦੀ ਮੌਤ ਹੋ ਗਈ। 1707 ਤੋਂ ਬਾਅਦ ਮੁਗਲਾਂ ਕੋਲੋਂ ਇੰਡੀਆ ਸੰਭਲਿਆ ਨਹੀਂ। 1707 ਤੋਂ ਲੈ ਕੇ 12 ਤੱਕ ਬਹਾਦਰ ਸ਼ਾਹ, ਫਿਰ ਉਸ ਤੋਂ ਬਾਅਦ ਜਹੰਨਦ ਸ਼ਾਹ, ਫਾਰੂਕ ਸਿਆਰ, ਮੁਹੰਮਦ ਸ਼ਾਹ ਰੰਗੀਲਾ, ਅਹਿਮਦ ਸ਼ਾਹ, ਐਵੇਂ ਰਾਜੇ ਆਉਂਦੇ ਰਹੇ। ਠੀਕ ਆ, 1803 ਚ ਰਾਜਾ ਸੀ ਦਿੱਲੀ ਦਾ ਮੁਗਲ ਐਂਪਰਰ ਸ਼ਾਹ ਆਲਮ। ਉਹ ਨਾਮ ਦਾ ਰਾਜਾ ਸੀਗਾ। ਦਿੱਲੀ ਤੱਕ ਤੇ ਅੰਗਰੇਜ਼ਾਂ ਦੀ ਪਹੁੰਚ ਹੋ ਹੀ ਗਈ ਸੀ 1803 ਤੱਕ। ਫਿਰ ਮਤਲਬ ਕਹਿ ਲਓ ਕਿ ਇਹਨਾਂ ਰਾਜਿਆਂ ਤੇ, ਦਿੱਲੀ ਦੇ ਮੁਗਲਾਂ ਤੇ ਅੰਗਰੇਜ਼ਾਂ ਨੇ ਇਹੋ ਜਿਹਾ ਕੰਟਰੋਲ ਜਮਾਇਆ ਆਪਣਾ ਕਿ ਅੰਗਰੇਜ਼ਾਂ ਨੇ ਮੁਗਲਾਂ ਨੂੰ ਕਹਿਤਾ ਸੀਗਾ ਕਿ ਦਿੱਲੀ ਦੇ ਰਾਜੇ ਨੂੰ 1803 ਚ ਹੀ ਕਹਿਤਾ ਸੀ ਕਿ ਭਾਈ ਤੂੰ ਹੁਣ ਲਾਲ ਕਿਲੇ ਤੋਂ ਬਾਹਰ ਨਹੀਂ ਆ ਸਕਦਾ, ਸਿਰਫ ਤੇਰਾ ਇਲਾਕਾ ਲਾਲ ਕਿਲਾ ਹੀ ਆ। ਇੱਥੋਂ ਤੱਕ ਦੀ ਬੇਇੱਜ਼ਤੀ ਜਿਹੜੀ ਹੈ ਜੀ ਉਹ ਦਿੱਲੀ ਦੇ ਰਾਜੇ ਦੀ ਕੀਤੀ ਗਈ। ਉਸ ਤੋਂ ਅਗਲਾ ਗਰੀਬ ਰਾਜਾ ਸੀ ਅਕਬਰ II। ਇੱਕ ਅਕਬਰ ਪਹਿਲਾਂ ਵੀ ਹੋਇਆ, ਇਹ ਅਕਬਰ II।
ਉਹਦੀ ਤਾਂ ਗਰੀਬ ਦੀ ਪੈਨਸ਼ਨ ਵੀ ਘਟਾਤੀ ਸੀਗੀ, ਇੱਥੋਂ ਤੱਕ ਦਾ ਬੁਰਾ ਹਾਲ ਕਰਤਾ ਸੀ। ਕਹਿੰਦੇ ਤੈਨੂੰ ਪੈਨਸ਼ਨ ਦੇ ਰਹੇ ਆ, ਉਹ ਵੀ ਅੱਧੀ ਕਰਕੇ, ਕਿਉਂਕਿ ਤੂੰ ਕਿਹੜਾ ਕੋਈ ਕੰਮ ਕਰਨਾ ਹੁੰਦਾ, ਹੁਣ ਸਾਰਾ ਕੰਮ ਅਸੀਂ ਕਰਦੇ ਹਾਂ। 1837 ਦੇ ਵਿੱਚ ਰਾਜਾ ਸੀਗਾ ਬਹਾਦਰ ਸ਼ਾਹ ਜ਼ਾਫਰ, ਉਹਨੂੰ ਕਹਿੰਦੇ ਤੂੰ ਆਪਣੇ ਨਾਮ ਦੇ ਸਿੱਕੇ ਵੀ ਨਹੀਂ ਚਲਾ ਸਕਦਾ ਹੁਣ ਤੋਂ ਨਾਮ, ਹੁਣ ਸਿੱਕੇ ਚੱਲਣਗੇ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇ ਨਾਮ ਤੇ। ਸੋ ਕਹਿਣ ਦਾ ਮਤਲਬ ਇਹ ਆ ਕਿ ਕਿੰਨਾ ਜ਼ਿਆਦਾ ਜਲੀਲ ਕੀਤਾ ਗਿਆ। ਪਹਿਲਾਂ ਤੁਹਾਨੂੰ ਸਿਰਫ ਲਾਲ ਕਿਲੇ ਤੱਕ ਸੀਮਿਤ ਰਹਿਣ ਤਾ, ਫਿਰ ਲਾਲ ਕਿਲੇ ਚੋਂ ਵੀ ਤੁਹਾਨੂੰ ਹੌਲੀ ਹੌਲੀ ਕੱਢਤਾ, ਤੁਹਾਡੇ ਨਾਂ ਦੇ ਸਿੱਕੇ ਵੀ ਬੰਦ ਕਰਤੇ। ਇਸ ਤੋਂ ਵੱਧ ਹਿਊਮੀਲੇਸ਼ਨ ਕੀ ਹੋਊਗੀ। ਜਿਹੜੇ ਲੋਕ ਸੀ, ਪ੍ਰਜਾ ਸੀਗੀ, ਜਿਨ੍ਹਾਂ ਦਾ ਬੜੇ ਪੁਰਾਣੇ ਟਾਈਮਾਂ ਤੋਂ, ਪੀੜ੍ਹੀਆਂ ਤੋਂ ਮੁਗਲ ਰਾਜਿਆਂ ਦੇ ਪ੍ਰਤਾ ਸਾਡੇ ਦੇਸ਼ ਦੀ ਵਫਾਦਾਰੀ ਸੀ, ਉਹਨਾਂ ਨੂੰ ਕਿੰਨੀ ਠੇਸ ਪਹੁੰਚੀ ਹੋਊਗੀ। ਤੇ ਜਦੋਂ ਮੜਿਆ ਜਾਂ ਅੰਗਰੇਜ਼ਾਂ ਦੇ ਖਿਲਾਫ ਮਾਹੌਲ ਬਣਿਆ ਹੋਊਗਾ, ਤਾਂ ਉਹ ਵੀ ਤਾਂ ਇਸ ਰਿਵੋਲਟ ਦਾ ਹਿੱਸਾ ਬਣਨਾ ਹੀ ਚਾਹੁੰਦੇ ਹੋਣਗੇ। ਸੋ ਕੁੱਲ ਮਿਲਾ ਕੇ ਰਿਵੋਲਟ ਦੇ ਕਈ ਕਾਰਨਾਂ ਚੋਂ ਇਹ ਵੀ ਇੱਕ ਕਾਰਨ ਸੀਗਾ। ਉਸ ਤੋਂ ਬਾਅਦ ਰਾਣੀ ਜਿੰਦ ਕੌਰ ਦੀ ਪੈਨਸ਼ਨ ਖਤਮ ਕਰ ਦੇਣੀ। ਇੱਕ ਉੱਥੋਂ ਦਾ ਰਾਜਾ ਸੀਗਾ, ਪੇਸ਼ਵਾ ਸੀਗਾ, ਮਰਾਠਾ ਸੀਗਾ, ਨਾਨਾ ਸਾਹਿਬ, ਉਹਦੀ ਝਾਂਸੀ ਦੀ ਰਾਣੀ ਦੀ ਪੈਨਸ਼ਨ, ਕਈ ਰਾਜਿਆਂ ਦੀ ਪੈਨਸ਼ਨ ਖਤਮ ਕਰ ਦੇਣੀ। ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਅੰਗਰੇਜ਼ਾਂ ਦੀ। ਉਸ ਤੋਂ ਬਿਨਾਂ ਹੋਰ ਵੀ ਕਈ ਕਾਰਨ ਸੀਗੇ। ਇਹ ਤਾਂ ਪੋਲੀਟੀਕਲ ਕਾਰਨ ਹੋ ਗਏ ਸਾਰੇ, ਕਿ ਜਿਹੜੇ ਉਸ ਟਾਈਮ ਦੇ ਲੋਕ ਰਾਜਿਆਂ ਨਾਲ ਸੰਬੰਧਿਤ ਕਾਰਨ ਸੀ। ਹੁਣ ਗੱਲ ਕਰਦੇ ਹਾਂ ਐਡਮਿਨਿਸਟ੍ਰੇਟਿਵ ਕਾਜ਼ ਦੀ। ਸਭ ਤੋਂ ਪਹਿਲੀ ਗੱਲ, ਪਹਿਲਾ ਐਡਮਿਨਿਸਟ੍ਰੇਟਿਵ ਕਾਜ਼ ਆ ਰੂਲ ਆਫ ਲਾਅ। ਰੂਲ ਆਫ ਲਾਅ ਦਾ ਮਤਲਬ ਕੀ ਆ? ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਇਹੋ ਜਿਹੇ ਕਾਨੂੰਨ ਬਣਾਵਾਂਗੇ ਜਿਹੜੇ ਅਮੀਰਾਂ ਤੇ ਗਰੀਬਾਂ, ਉੱਚੀ ਜਾਤ ਤੇ ਨੀਵੀਂ ਜਾਤ ਵਾਲਿਆਂ ਵਾਸਤੇ ਇੱਕ ਸਮਾਨ ਹੋਣਗੇ। ਸਾਡਾ ਦੇਸ਼ ਜਿਹੜਾ ਕਿ ਜਾਤ ਪਾਤ ਤੇ ਊਚ ਨੀਚ 'ਚ ਵੱਜਿਆ ਹੋਇਆ ਹੈ, ਉੱਥੇ ਇੱਕੋ ਦਮ ਇਹੋ ਜਿਹੇ ਕਾਨੂੰਨ ਥੋਪ ਦੇਣੇ ਸਮਾਜ ਨੂੰ ਇੱਕੋ ਦਮ ਕਿਵੇਂ ਸਵੀਕਾਰ ਹੋ ਸਕਦੇ ਆ? ਤੁਸੀਂ ਮੈਨੂੰ ਆਪ ਦੱਸੋ। ਤਾਂ ਰੂਲ ਆਫ ਲਾਅ ਵੀ ਅੰਗਰੇਜ਼ਾਂ ਦੇ ਖਿਲਾਫ ਗੁੱਸੇ ਦਾ ਇੱਕ ਕਾਰਨ ਬਣਿਆ। ਅਗਲਾ ਕਾਰਨ ਬਣਿਆ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਕਰਨ ਦਾ ਤਰੀਕਾ। ਅੰਗਰੇਜ਼ਾਂ ਦਾ ਹੌਲੀ ਹੌਲੀ ਅੰਗਰੇਜ਼ੀ ਨੂੰ, ਅੰਗਰੇਜ਼ੀ ਕਾਨੂੰਨਾਂ ਨੂੰ ਤੇ ਅੰਗਰੇਜ਼ੀ ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਲਾਓ ਕਰ ਦੇਣਾ, ਤੇ ਇੰਡੀਅਨਸ ਨੂੰ ਐਡਮਿਨਿਸਟ੍ਰੇਸ਼ਨ ਚੋਂ ਐਕਸਕਲੂਡ ਕਰਦੇ ਰਹਿਣਾ। ਤਗੜੀਆਂ ਪੋਸਟਾਂ ਤੇ, ਵਿਸ਼ਵਾਸ ਵਾਲੀਆਂ ਪੋਸਟਾਂ ਤੇ ਉਹਨਾਂ ਨੂੰ ਐਡਮਿਸ਼ਨ ਨਾ ਦੇਣੀ, ਨੌਕਰੀ ਨਾ ਦੇਣੀ। ਇਹ ਵੀ ਹੌਲੀ ਹੌਲੀ ਉਹਨਾਂ ਦੇ ਗੁੱਸੇ, ਉਹਨਾਂ ਦੇ ਖਿਲਾਫ ਗੁੱਸੇ ਦਾ ਇੱਕ ਕਾਰਨ ਬਣਦਾ ਗਿਆ। ਉਸ ਤੋਂ ਅਗਲੀ ਗੱਲ, ਮਰਚੈਂਟਾਈਲ ਕਲਾਸ। ਇੰਡੀਆ ਦੇ ਵਿੱਚੋਂ ਵਪਾਰੀ ਵਰਗ ਨੂੰ ਬਿਲਕੁਲ ਤਬਾਹ ਕਰ ਦੇਣਾ। ਹੁਣ ਦੇਖੋ ਇੰਡੀਆ ਦੇ ਵਿੱਚੋਂ ਵਪਾਰੀ ਵਰਗ ਨੂੰ ਕਿਵੇਂ ਤਬਾਹ ਕੀਤਾ ਗਿਆ। 1813 ਚ ਅੰਗਰੇਜ਼ ਇੱਕ ਕਾਨੂੰਨ ਲੈ ਕੇ ਆਏ। 1813 ਚ ਅੰਗਰੇਜ਼ ਇੱਕ ਕਾਨੂੰਨ ਲੈ ਕੇ ਆਏ, ਕਹਿੰਦੇ ਜੇ ਤਾਂ ਇੰਡੀਆ ਦਾ ਬਣਿਆ ਸਮਾਨ ਇੰਡੀਆ 'ਚ ਵਿਕੂਗਾ, ਉਹਦੇ ਤੇ ਲੱਗੂ ਟੈਕਸ। ਜੇ ਇੰਡੀਆ 'ਚੋਂ ਕੱਚਾ ਮਾਲ ਬਾਹਰ ਜਾਊਗਾ, ਕੱਚਾ ਮਾਲ ਬਣੂਗਾ ਇੰਗਲੈਂਡ ਦੀਆਂ ਕੰਪਨੀਆਂ 'ਚ, ਉੱਥੇ ਕੋਈ ਟੈਕਸ ਨਹੀਂ। ਇੰਡੀਆ ਦਾ ਕੱਚਾ ਮਾਲ ਬਾਹਰ ਜਾਵੇ ਕੋਈ ਟੈਕਸ ਨਹੀਂ, ਬਾਹਰੋਂ ਬਣ ਕੇ ਇੰਡੀਆ ਆਵੇ ਕੋਈ ਟੈਕਸ ਨਹੀਂ। ਪਰ ਜੇ ਇੰਡੀਆ ਦਾ ਸਮਾਨ ਬਣ ਕੇ ਚਾਹੇ ਇੰਡੀਆ ਵਿਕੇ ਚਾਹੇ ਬਾਹਰ ਵਿਕੇ, ਫਿਰ ਟੈਕਸ। ਮਤਲਬ ਇੱਥੋਂ ਸਮਾਨ ਬਣ ਕੇ ਬਾਹਰ ਜਾਵੇ ਤਾਂ ਟੈਕਸ ਆ, ਬਾਹਰੋਂ ਸਮਾਨ ਬਣ ਕੇ ਇੰਡੀਆ ਆਵੇ ਤਾਂ ਕੋਈ ਟੈਕਸ ਨਹੀਂ। ਵਨ ਵੇ ਟ੍ਰੇਡ ਫ੍ਰੀ ਪਾਲਿਸੀ, ਕਿ ਇੱਕ ਪਾਸੇ ਟ੍ਰੇਡ ਫ੍ਰੀ ਆ, ਇੱਕ ਪਾਸੇ ਕੋਈ ਟੈਕਸ ਨਹੀਂ। ਵਨ ਵੇ ਟ੍ਰੇਡ ਫ੍ਰੀ ਪਾਲਿਸੀ ਕਿਹਾ ਗਿਆ, ਵਨ ਵੇ ਟੈਕਸ ਫ੍ਰੀ ਪਾਲਿਸੀ ਕਹਿ ਲਓ, ਕਿ ਇੱਕ ਸਾਈਡ ਨੂੰ ਟੈਕਸ ਹੈ ਨਹੀਂ, ਇੱਕ ਸਾਈਡ ਨੂੰ ਟੈਕਸ ਹੈਗਾ ਹੈ। ਇਸ ਤਰੀਕੇ ਨਾਲ ਸਾਡੇ ਦੇਸ਼ ਦਾ ਜਿਹੜਾ ਬਿਜ਼ਨਸ ਕਲਾਸ ਆ ਨਾ, ਉਹਨੂੰ ਤੋੜਿਆ ਗਿਆ। ਸਾਡੇ ਬਿਜ਼ਨਸਮੈਨਾਂ ਦਾ, ਸਾਡੇ ਕਲਾਕਾਰਾਂ ਦਾ, ਸਾਡੇ ਆਰਟੀਸਨਸ ਦਾ, ਠੀਕ ਆ, ਸਾਡੇ ਸ਼ਿਲਪਕਾਰਾਂ ਦਾ ਲੱਕ ਤੋੜਿਆ ਅੰਗਰੇਜ਼ਾਂ ਨੇ। ਇਹ ਸਭ ਤੋਂ ਪਹਿਲਾਂ ਇਕਨੋਮਿਕ ਕਾਰਨ ਮੰਨਿਆ ਜਾਂਦਾ ਹੈ। ਇੰਡੀਆ ਦੇ ਮੈਨੂਫੈਕਚਰ, ਇਹ ਵੀ ਵਿੱਚ ਹੀ ਗੱਲ ਦੱਸਦੀ, ਠੀਕ ਆ, ਇੰਡੀਆ ਦਾ ਵਪਾਰੀ ਵਰਗ ਉਹਦਾ ਲੱਕ ਤੋੜਤਾ, ਇੰਡੀਅਨ ਮੈਨੂਫੈਕਚਰਰਸ ਦਾ ਲੱਕ ਤੋੜ ਕੇ ਰੱਖਤਾ, ਠੀਕ ਆ। ਉਸ ਤੋਂ ਬਾਅਦ ਜਦੋਂ ਇੰਡੀਆ ਦੇ ਵਿੱਚੋਂ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ, ਜਿਹੜੇ ਸ਼ਹਿਰਾਂ ਦੇ ਸ਼ਿਲਪਕਾਰ ਸੀਗੇ, ਕਲਾਕਾਰ ਸੀਗੇ, ਬਹੁਤ ਕੰਮ ਖਾਲੀ ਹੋ ਗਏ, ਵਿਹਲੇ ਹੋ ਗਏ ਲੋਕ, ਇਹ ਸਾਰੇ ਲੋਕ ਆਪਣੇ ਪਿੰਡਾਂ ਵੱਲ ਨੂੰ ਮੂਵ ਕਰ ਗਏ। ਹੁਣ ਉੱਥੋਂ ਦੀਆਂ ਜ਼ਮੀਨਾਂ ਤੇ ਪਹਿਲਾਂ ਤਾਂ ਥੋੜ੍ਹੇ ਲੋਕ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ, ਹੁਣ ਸਾਰੇ ਲੋਕ ਜ਼ਮੀਨਾਂ ਤੇ ਡਿਪੈਂਡ ਹੋ ਗਏ, ਕਿਉਂਕਿ ਉਹਨਾਂ ਦੇ ਆਪਣੇ ਕੰਮ ਤਾਂ ਛੁੱਟ ਗਏ। ਸੋ ਕਹਿਣ ਦਾ ਮਤਲਬ ਇਹ ਆ ਕਿ ਹੁਣ ਜ਼ਮੀਨ ਤੇ ਪ੍ਰੈਸ਼ਰ ਬਹੁਤ ਵੱਧ ਗਿਆ, ਤੇ ਉਹਦੇ ਕਰਕੇ ਅੰਗਰੇਜ਼ਾਂ ਨੇ, ਮਤਲਬ ਕਹਿ ਲਓ ਕਿ ਅੰਗਰੇਜ਼ ਜਿਹੜੇ ਸੀਗੇ ਉਹਨਾਂ ਨੇ ਇਸ ਤਰੀਕੇ ਨਾਲ ਸਾਡੇ ਤੇ ਦਬਾਅ ਪਾਇਆ, ਲੋਕ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਜਾਣ ਲੱਗ ਪਏ। ਉੱਪਰੋਂ ਅੰਗਰੇਜ਼ਾਂ ਨੇ ਪੀਜੈਂਟਰੀ, ਕਿਸਾਨੀ ਦੀ ਵੀ ਮੱਤ ਮਾਰ ਕੇ ਰੱਖਤੀ। ਕਿਵੇਂ? ਪਹਿਲਾਂ ਅੰਗਰੇਜ਼ ਜਿਹੜਾ ਸੀਗਾ, ਮੁਗਲਾਂ ਦੇ ਵੇਲੇ ਟੈਕਸ ਸਿਸਟਮ ਬੜਾ ਵਧੀਆ ਸੀਗਾ, ਠੀਕ ਆ, ਬਹੁਤ ਸੋਹਣਾ ਟੈਕਸ ਸਿਸਟਮ ਅੰਗਰੇਜ਼ਾਂ ਦੇ ਵੇਲੇ ਸੀਗਾ, ਠੀਕ ਆ, ਜ਼ਬਤੀ ਸਿਸਟਮ ਸੀਗਾ। ਪਰ ਅੰਗਰੇਜ਼ਾਂ ਨੇ ਆ ਕੇ ਇਹੋ ਜਿਹੇ ਭੈੜੇ ਭੈੜੇ ਟੈਕਸ ਸਿਸਟਮ ਸੈੱਟ ਕੀਤੇ, ਮੈਂ ਪੜਾਉਂਗਾ ਵੀ ਅੱਗੇ ਜਾ ਕੇ। ਰਿਆਇਤਵਾੜੀ ਟੈਕਸ ਸਿਸਟਮ, ਪਰਮਾਨੈਂਟ ਸੈਟਲਮੈਂਟ ਦਾ ਟੈਕਸ ਸਿਸਟਮ, ਮਾਹਲਵਾੜੀ ਟੈਕਸ ਸਿਸਟਮ, ਇੱਕ ਅੱਧੇ ਨੂੰ ਛੱਡ ਕੇ ਬਾਕੀ ਤਾਂ ਮਹਾਨ ਕੰਮੇ ਸੀ। ਇਹਦੇ 'ਚ ਇੰਡੀਅਨਸ ਦਾ ਟੈਕਸ ਦਿੰਦਿਆਂ ਦਾ ਹੀ ਲੱਕ ਟੁੱਟ ਜਾਂਦਾ ਸੀਗਾ। ਇੰਡੀਅਨ ਕਿਸਾਨੀ ਵੀ ਹੌਲੀ ਹੌਲੀ ਅੰਗਰੇਜ਼ ਈਸਟ ਇੰਡੀਆ ਕੰਪਨੀ ਦੇ ਖਿਲਾਫ ਹੁੰਦੀ ਗਈ, ਠੀਕ ਆ। ਸੋ ਆਹ ਤੁਹਾਨੂੰ ਪਤਾ ਹੀ ਆ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇੰਡੀਅਨਸ ਤੇ ਇੱਕ ਦਬਾਅ ਹੋਰ ਵੀ ਪਾਇਆ, ਕਹਿੰਦੇ ਜਿਹੜੀਆਂ ਫਸਲਾਂ ਤੁਸੀਂ ਖਾਂਦੇ ਹੋ ਉਹ ਨਾ ਉਗਾਓ,
ਉਹ ਫਸਲਾਂ ਉਗਾਓ ਜਿਨ੍ਹਾਂ ਦੀ ਸਾਨੂੰ ਇੰਗਲੈਂਡ ਦੀਆਂ ਇੰਡਸਟਰੀਜ਼ ਦੇ ਵਿੱਚ ਲੋੜ ਆ। ਜਿਵੇਂ ਇੰਗਲੈਂਡ ਦੇ ਵਿੱਚ ਡਾਈ ਬਹੁਤ ਕੰਮ ਆ ਰਹੀ ਸੀ, ਡਾਈ ਬਣਾਉਂਦੇ ਹੁੰਦੇ ਸੀ, ਡਾਈ ਤੋਂ ਬੜਾ ਕੁਝ ਬਣਦਾ ਸੀ ਤੇ ਡਾਈ ਬਣਦੀ ਸੀ ਉਦੋਂ ਨੀਲ ਤੋਂ, ਇੰਡੀਗੋ ਤੋਂ। ਤਾਂ ਇੰਡੀਆ ਦੇ ਵਿੱਚ ਇੰਡੀਗੋ ਕਲਟੀਵੇਟ ਕਰਨ ਵਾਸਤੇ, ਇੰਡੀਗੋ ਉਗਾਉਣ ਵਾਸਤੇ ਇੰਡੀਅਨ ਕਿਸਾਨਾਂ ਨੂੰ ਕਿਹਾ ਗਿਆ। ਹੁਣ ਇੰਡੀਗੋ ਦਾ ਨੁਕਸਾਨ ਕੀ ਆ, ਉਹਦੀ ਜੜ ਬਹੁਤ ਲੰਮੀ ਹੁੰਦੀ ਹੈ ਇੰਡੀਗੋ ਦੀ। ਉਹ ਜਿੱਥੋਂ ਇੱਕ ਵਾਰੀ ਪੱਟ ਦੀਏ ਉੱਥੇ 2 ਸਾਲ ਨਹੀਂ ਜ਼ਮੀਨ ਸੈੱਟ ਬਹਿੰਦੀ, ਜ਼ਮੀਨ ਖਾਲੀ ਛੱਡਣੀ ਪੈ ਜਾਂਦੀ ਹੈ। ਸੋ ਕਹਿਣ ਦਾ ਮਤਲਬ ਆ ਇੰਨੇ ਕੌਨਸੀਕੁਐਂਸਿਸ ਕਿ ਜਿੱਥੇ ਕਿਸਾਨ ਇੱਕ ਵਾਰ ਇੰਡੀਗੋ ਉਗਾ ਦੂਗਾ, ਨਾ ਤਾਂ 2 ਸਾਲ ਉੱਥੇ ਇੰਡੀਗੋ ਹੋਣੀ ਨਾ ਕਣਕ ਹੋਣੀ, ਨਾ ਬਾਰਲੇ, ਜਿਹੜਾ ਵੀ ਉਦੋਂ ਬਾਜਰਾ ਬਾਰਲੇ ਵਗੈਰਾ ਉਗਾਉਂਦੇ ਸੀ, ਕੁਛ ਵੀ ਨਹੀਂ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਮਾਹੌਲ ਪੈਦਾ ਕੀਤਾ। ਮੈਂ ਦੱਸਿਆ ਪੋਲੀਟੀਕਲ ਕਾਰਨ ਤੇ ਮੈਂ ਦੱਸਿਆ ਇਕਨੋਮਿਕ ਕਾਰਨ। ਗੱਲ ਕਰਦੇ ਹਾਂ ਧਾਰਮਿਕ ਕਾਰਨਾਂ ਦੀ। ਦੇਖੋ ਧਾਰਮਿਕ ਕਾਰਨ ਵੀ ਬਹੁਤ ਸੀਗੇ ਜਿਨ੍ਹਾਂ ਦੇ ਕਰਕੇ ਅੰਗਰੇਜ਼ਾਂ ਦੇ ਖਿਲਾਫ ਸਭ ਕੁਝ ਹੋਇਆ। ਸਾਡੇ ਦੇਸ਼ 'ਚ ਇੱਕ ਫੋਟੋ ਦੇਖ ਰਹੇ ਨਾ, ਰਾਜਾ ਰਾਮ ਮੋਹਨ ਰਾਏ, ਪੜ੍ਹਾਊਂਗਾ ਤਾਂ ਮੈਂ ਇਹਨਾਂ ਬਾਰੇ ਅੱਗੇ ਜਾ ਕੇ। ਰਾਜਾ ਰਾਮ ਮੋਹਨ ਰਾਏ ਦੇ ਦਬਾਅ 'ਚ ਆ ਕੇ ਅੰਗਰੇਜ਼ ਗਵਰਨਰ ਜਨਰਲ ਵਿਲੀਅਮ ਬੈਂਟਿਕ ਨੇ 1829 ਦੇ ਵਿੱਚ ਬੰਗਾਲ ਦੇ ਵਿੱਚ ਸਤੀ ਬੈਨ ਕਰਤੀ। ਸਤੀ ਬੈਨ ਕਰਤੀ ਕਿ ਕੋਈ ਆਪਣੀ ਵਾਈਫ ਨੂੰ ਨਹੀਂ ਸਾੜੂਗਾ, ਠੀਕ ਆ। ਫਿਰ ਅਗਲੇ ਹੀ ਸਾਲ ਪੂਰੇ ਇੰਡੀਆ 'ਚ ਵੀ ਬੈਨ ਹੋ ਗਈ ਤੇ 1856 'ਚ ਲਾਰਡ ਕੈਨਿੰਗ, ਜਿਹੜਾ ਕਿ ਉਹਨੇ ਇੱਕ ਐਕਟ ਪਾਸ ਕੀਤਾ, ਵਿਡੋ ਰੀਮੈਰਿਜ ਐਕਟ, ਕਿ ਲੇਡੀਜ਼ ਜਿਹੜੀਆਂ ਨੇ ਉਹ ਆਪਣਾ ਵਿਆਹ, ਜਿਹੜੀਆਂ ਸਤੀ ਹੋਣ ਤੋਂ ਬਚ ਗਈਆਂ, ਉਹ ਆਪਣਾ ਦੁਬਾਰਾ ਵਿਆਹ ਵੀ ਕਰਾ ਸਕਦੀਆਂ, ਠੀਕ ਆ। ਇਸੇ ਤਰੀਕੇ ਨਾਲ 1832 ਤੇ 1850 'ਚ ਇੱਕ ਕਾਨੂੰਨ ਹੋਰ ਬਣ ਗਏ। ਉਹ ਕਾਨੂੰਨ ਇਹ ਕਹਿੰਦਾ ਸੀ ਕਿ ਜੇ ਤੁਸੀਂ ਆਪਣਾ ਧਰਮ ਛੱਡ ਕੇ ਦੂਜੇ ਧਰਮ ਚਲੇ ਗਏ ਤਾਂ ਜਿਹੜੀ ਪੁਰਾਣੀ ਜਰਮ ਤੇ ਤੁਹਾਡੀ ਜਾਤ ਪਾਤ ਉਹ ਵੀ ਛੁੱਟ ਗਈ ਤੁਹਾਡੀ। ਤੁਹਾਨੂੰ ਜੇ ਕੋਈ ਦਲਿਤ ਬੰਦਾ ਆਪਣਾ ਧਰਮ ਬਦਲ ਗਿਆ, ਹੁਣ ਉਹ ਪੁਰਾਣੀ ਜਾਤ ਪਾਤ ਦੇ ਵਿੱਚ ਨਹੀਂ ਰਹੂਗਾ, ਉਹ ਨਵੇਂ ਸਿਸਟਮ 'ਚ ਆ ਜਾਊਗਾ। ਤਾਂ ਬੜੇ ਲੋਕਾਂ ਨੇ ਉਹ ਧਰਮ ਅਡੋਪਟ ਕਰ ਲਏ ਜਿਨ੍ਹਾਂ 'ਚ ਜਾਤ ਪਾਤ ਹੀ ਨਹੀਂ ਸੀਗੀ। ਕ੍ਰਿਸਚੈਨਿਟੀ ਬੜਿਆਂ ਨੇ ਅਡੋਪਟ ਕੀਤਾ, ਬੁੱਧਿਜ਼ਮ ਬੜਿਆਂ ਨੇ ਅਡੋਪਟ ਕੀਤਾ। ਅੰਗਰੇਜ਼ਾਂ ਨੇ ਲਾਲਚ ਦਿੱਤਾ ਕਿ ਜਿਹੜੇ ਕ੍ਰਿਸਚਨ ਬਣਨਗੇ ਉਹਨਾਂ ਨੂੰ ਜਾਤ ਪਾਤ ਦਾ ਛੁਟਕਾਰਾ ਹੈ, ਉਹਨਾਂ ਨੂੰ ਉਹੋ ਜਿਹੇ ਮਾੜੇ ਕੰਮ ਕਰਨ ਦੀ ਲੋੜ ਹੀ ਨਹੀਂ। ਸੋ ਕਹਿਣ ਦਾ ਮਤਲਬ ਇਹ ਆ ਕਿ ਅੰਗਰੇਜ਼ਾਂ ਨੇ ਇੰਡੀਆ 'ਚ ਜਾਤ ਪਾਤ ਤੇ ਪ੍ਰਹਾਰ ਕੀਤਾ, ਸਾਡੇ ਕਲਚਰ ਤੇ ਪ੍ਰਹਾਰ ਕੀਤਾ, ਸਾਡੇ ਦੇਸ਼ ਦੀ ਸੱਭਿਅਤਾ ਦੇ ਪ੍ਰਭਾਵ, ਬੇਸ਼ੱਕ ਚੰਗੀ ਇੰਟੈਂਸ਼ਨ ਨਾਲ ਕੀਤਾ ਹੋਵੇ, ਪਰ ਇੰਡੀਅਨਸ ਨੂੰ ਲੱਗਿਆ ਕਿ ਇਹ ਸਾਡੇ ਧਾਰਮਿਕ ਮਾਮਲਿਆਂ 'ਚ ਕੀਤੀ ਜਾ ਰਹੀ ਦਖਲ ਅੰਦਾਜ਼ੀ ਹੈ। ਸਤੀ ਦਾ ਬੈਨ ਹੋਣਾ, ਵਿਡੋ ਰੀਮੈਰਿਜ ਅਲਾਓ ਕਰਨਾ ਤੇ ਧਰਮ ਬਦਲ ਕੇ ਸਾਰੇ ਜਾਤ ਪਾਤ ਤੋਂ ਮੁਕਤ ਹੋ ਜਾਣਾ, ਇਹ ਕੁਝ ਧਾਰਮਿਕ ਕਾਰਨ ਸੀ। ਇਹਦੇ ਨਾਲ ਨਾਲ ਅੰਗਰੇਜ਼ਾਂ ਨੇ 1813 'ਚ ਇੱਕ ਕਾਨੂੰਨ ਪਾਸ ਕਰਕੇ ਇਹ ਵੀ ਕਹਿਤਾ ਸੀ ਕਿ ਅੱਜ ਤੋਂ ਬਾਅਦ ਯੂਰਪ ਦੇ ਵਿੱਚੋਂ ਕੋਈ ਵੀ ਕ੍ਰਿਸਚਨ ਮਿਸ਼ਨਰੀ ਹੈ ਜਿਹੜੀ, ਉਹ ਇੰਡੀਆ ਦੇ ਵਿੱਚ ਧਰਮ ਪ੍ਰਚਾਰ ਵਾਸਤੇ ਆ ਸਕਦੀ ਹੈ। ਉਹਦੇ ਨਾਲ ਇੰਡੀਆ ਦੇ ਵਿੱਚ ਬਹੁਤ ਸਾਰਾ ਕ੍ਰਿਸਚਨ ਮਿਸ਼ਨਰੀਜ਼ ਨੇ ਆ ਕੇ ਧਰਮ ਦਾ ਪ੍ਰਚਾਰ ਕੀਤਾ ਤੇ ਕ੍ਰਿਸਚੈਨਿਟੀ ਨੂੰ ਪ੍ਰਮੋਟ ਕਰਨ ਵਾਸਤੇ ਲੋਕਾਂ ਨੂੰ ਬਹੁਤ ਗਾਈਡ ਵੀ ਕੀਤਾ, ਲਾਲਚ ਵੀ ਦਿੱਤਾ ਤੇ ਧੱਕਾ ਵੀ ਕੀਤਾ, ਸਭ ਕੁਝ ਕੀਤਾ। ਤੇ ਸਾਡੇ ਲੋਕਾਂ ਨੂੰ, ਸਾਡੇ ਧਾਰਮਿਕ ਸੰਸਥਾਨਾਂ ਨੂੰ ਇਹ ਪਸੰਦ ਨਹੀਂ ਸੀਗਾ ਕਿ ਸਾਡੇ ਤੇ ਬਾਹਰਲਾ ਧਰਮ ਜਿਹੜਾ ਹੈ ਉਹ ਡੋਮੀਨੇਟ ਕਰ ਰਿਹਾ ਹੈ। ਸੋ ਮਿਸ਼ਨਰੀ ਐਕਟੀਵਿਟੀ, ਜਿਹੜੇ ਕ੍ਰਿਸਚਨ ਮਿਸ਼ਨਰੀ ਸੀਗੇ, ਇਹ ਵੀ ਸਾਡੇ ਦੇਸ਼ ਦੇ ਲੋਕਾਂ ਦੀ ਅੱਖਾਂ 'ਚ ਰੜਕੇ ਆ ਜੀ। ਇਹ ਵੀ ਇੱਕ ਬਹੁਤ ਵੱਡਾ ਕਾਰਨ ਰਿਹਾ ਹੈ। ਉਸ ਤੋਂ ਬਾਅਦ ਗੱਲ ਕਰਦੇ ਆ ਜੀ ਮਿਲਟਰੀ ਕਾਜ਼। ਸਾਡੇ ਦੇਸ਼ ਦੇ ਕਿੰਨੇ ਫੌਜੀ ਅੰਗਰੇਜ਼ਾਂ ਦੀ ਸੈਨਾ ਦੇ ਵਿੱਚ ਹੁੰਦੇ ਸੀ, ਉਹ ਵੀ ਕਿਤੇ ਕਾਰਨ ਬਣੇ ਆ। ਬਿਲਕੁਲ। ਦੇਖੋ ਅੰਗਰੇਜ਼ਾਂ ਨੇ ਕੀ ਕੀਤਾ, ਅੰਗਰੇਜ਼ਾਂ ਨੇ ਮੁਸਲਮਾਨਾਂ ਤੇ ਹਿੰਦੂਆਂ ਦੀ ਸੈਨਾ ਮਿਕਸ ਕਰਤੀ ਤੇ ਕਹਿਤਾ ਇਕੱਠੇ ਖਾਣਾ, ਇਕੱਠੇ ਬਹਿਣਾ, ਠੀਕ ਆ, ਇੱਕ ਦੂਜੇ ਦੇ ਨਾਲ ਆਪਸ ਦੇ ਵਿੱਚ ਮਿਲ ਕੇ ਰਹਿਣਾ ਤੇ ਫੌਜ ਦੇ ਨਿਯਮਾਂ ਦੇ ਅਕੋਰਡਿੰਗ, ਠੀਕ ਆ, ਸਭ ਨੇ ਦਾੜੀ ਸ਼ੇਵ ਕਰਕੇ ਰੱਖਣੀ ਆ। ਇਹਨਾਂ ਚੋਂ ਕੁਝ ਗੱਲਾਂ ਹਿੰਦੂ ਕਲਚਰ ਦੇ ਅਗੇਂਸਟ ਸੀ ਤੇ ਕੁਝ ਮੁਸਲਿਮ ਕਲਚਰ ਦੇ ਅਗੇਂਸਟ ਸੀ। ਇਹ ਸਾਰੀਆਂ ਗੱਲਾਂ ਫੌਜ ਦੇ ਦਿਲ ਦੇ ਵਿੱਚ ਨਸੂਰ ਬਣਦੀਆਂ ਰਹੀਆਂ ਤੇ ਇੱਕ ਟਾਈਮ ਆ ਕੇ ਉਹ ਫਟ ਗਿਆ। ਦੂਜੀ ਗੱਲ, ਅੰਗਰੇਜ਼ ਇੱਕ ਅਲਾਊਂਸ ਦਿੰਦੇ ਹੁੰਦੇ ਸੀ ਸੈਨਾ ਨੂੰ ਕਿ ਯਾਰ ਤੁਸੀਂ ਇਦਾਂ ਕਰਿਓ ਸਾਡੇ ਵਾਸਤੇ, ਕਿਉਂਕਿ ਅੰਗਰੇਜ਼ਾਂ ਦੀ ਸੈਨਾ 'ਚ ਸੈਨਿਕ ਤਾਂ ਸਾਰੇ ਇੰਡੀਅਨ ਹੀ ਸੀ। ਜੇ ਬੰਗਾਲੀ ਸੈਨਿਕ ਇੰਡੀਆ ਦੇ ਅੰਗਰੇਜ਼ਾਂ ਦੀ ਸੈਨਾ 'ਚ ਨੇ ਤੇ ਉਹ ਪੰਜਾਬ ਆ ਕੇ ਲੜ ਰਹੇ ਆ ਤੇ ਉਹਨਾਂ ਨੂੰ ਇੱਕ ਭੱਤਾ ਮਿਲਦਾ ਹੁੰਦਾ ਸੀ, ਉਸ ਭੱਤੇ ਨਾਲ ਉਹ ਆਪਣੇ ਘਰੇ ਉਹ ਪਾ ਸਕਦੇ ਸੀ, ਚਿੱਠੀ ਪੱਤਰ ਪਾ ਸਕਦੇ ਸੀ। ਉਹੋ ਜਿਹੇ ਸਾਰੇ ਭੱਤੇ ਬੰਦ ਕਰਤੇ, ਸੈਲਰੀਆਂ ਘਟਾਤੀਆਂ, ਮੇਰੀ ਗੱਲ ਸਮਝ ਗਏ ਨਾ, ਸੈਲਰੀਆਂ ਘਟਾਤੀਆਂ, ਠੀਕ ਆ। ਤੇ ਇਹ ਵੀ ਕੰਪਲਸ਼ਨ ਕਰਤੀ ਕਿ ਭਾਈ ਤੁਸੀਂ ਲੜਨ ਵਾਸਤੇ ਤੁਹਾਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਹ ਬਹੁਤ ਮਾੜੀ ਗੱਲ ਸੀ। ਅਲਾਊਂਸ ਵਿਡਰਾਅ ਕਰ ਲਏ, ਛਡਾਤੇ, ਉਹ ਤਾਂ ਅੱਡ ਹੀ ਹੋ ਗਈ ਗੱਲ। ਜਰਨਲ ਸਰਵਿਸ ਇਨਲਿਸਟਮੈਂਟ ਐਕਟ, ਇੱਕ ਕਾਨੂੰਨ ਪਾਸ ਕੀਤਾ ਕਿ ਪਹਿਲਾਂ ਨਾ ਇੰਡੀਅਨ ਸੈਨਿਕ ਇਹ ਕਹਿੰਦੇ ਹੁੰਦੇ ਸੀ ਕਿ ਸਾਨੂੰ ਜਿੱਥੇ ਮਰਜ਼ੀ ਲਿਜਾਓ ਪਰ ਅਸੀਂ ਸਮੁੰਦਰ ਟੱਪ ਕੇ ਨਹੀਂ ਜਾਣਾ, ਕਿਉਂਕਿ ਜੇ ਅਸੀਂ ਸਮੁੰਦਰ ਟੱਪ ਲਿਆ ਤੇ ਸਾਡਾ ਧਰਮ ਭ੍ਰਸ਼ਟ ਹੋ ਜਾਊਗਾ। ਇਹ ਸਾਡੇ ਦੇਸ਼ 'ਚ ਉਦੋਂ ਮਾਨਿਅਤਾ ਹੁੰਦੀ ਸੀ। ਜਰਨਲ ਸਰਵਿਸ ਇਨਲਿਸਟਮੈਂਟ ਐਕਟ ਨਾਲ ਅੰਗਰੇਜ਼ਾਂ ਨੇ ਸਭ ਕਹਿਤਾ ਕਿ ਤੁਸੀਂ ਇੱਕ ਵਾਰ ਜਦੋਂ ਸਾਡੇ ਦੇਸ਼ 'ਚ ਆ ਗਏ
ਤਾਂ ਤੁਹਾਨੂੰ ਸਾਡੇ ਦੇਸ਼ ਦੇ ਅਕੋਰਡਿੰਗ ਹਰ ਜਗ੍ਹਾ ਤੇ ਲੜਨਾ ਪਊਗਾ। ਸਮੁੰਦਰ ਟੱਪ ਕੇ ਬੰਗਾਲ ਤੋਂ ਅੱਗੇ ਬਰਮੇ ਵੀ ਜਾਣਾ ਪਊਗਾ, ਅਫਗਾਨਿਸਤਾਨ ਜਾ ਕੇ ਵੀ ਲੜਨਾ ਪਊਗਾ, ਪਹਾੜ ਵੀ ਕ੍ਰਾਸ ਕਰਕੇ ਜਾਣੇ ਪੈਣਗੇ, ਸਭ ਕੁਛ ਕਰਨਾ ਪਊਗਾ। ਸੋ ਇਹ ਬਹੁਤ ਵੱਡੀ ਇੱਕ ਕਹਿ ਲਓ ਕਿ ਇੰਡੀਅਨਸ ਦੇ ਵਿੱਚ, ਇੱਕ ਕਹਿ ਲਓ ਇੰਡੀਅਨ ਫੌਜੀਆਂ ਦੇ ਵਿੱਚ ਉਹ ਸੀਗੀ, ਗੁੱਸੇ ਦੀ ਭਾਵਨਾ ਪੈਦਾ ਕਰਨ ਵਾਲੀ ਗੱਲ ਸੀ। ਉਸ ਤੋਂ ਬਾਅਦ 1856 ਦੇ ਵਿੱਚ ਇੱਕ ਨਵੀਂ ਰਾਈਫਲ ਇਨਫੀਲਡ ਇੰਟਰੋਡਿਊਸ ਕੀਤੀ ਗਈ, ਜਿਹਦੇ ਵਿੱਚ ਨਾ ਇੱਕ ਕਾਰਟੇਜ ਪੈਂਦਾ ਸੀਗਾ, ਕਹਿ ਲਓ ਕਿ ਇੱਕ ਗੋਲੀ ਪੈਂਦੀ ਸੀ ਜਿਹਨੂੰ ਕਿ ਛਿੱਲਣਾ ਪੈਂਦਾ ਸੀਗਾ, ਤੇ ਉਹ ਗੋਲੀ ਤੇ ਕਿਹਾ ਜਾਂਦਾ ਹੈ, ਅਫਵਾਹ ਉੱਡੀ ਕਿ ਸੱਚ ਆ ਮੈਨੂੰ ਨਹੀਂ ਪਤਾ, ਕਹਿੰਦੇ ਜੀ ਉਹਦੇ ਤੇ ਗਰੀਸ ਲਾਈ ਜਾਂਦੀ ਸੀਗੀ ਉਹਨੂੰ ਥਿੰਦਾ ਕਰਨ ਵਾਸਤੇ, ਤੇ ਉਸ ਗੋਲੀ ਤੇ ਗਾਂ ਤੇ ਸੂਰ ਦਾ ਮਾਸ ਲਾਇਆ ਜਾਂਦਾ ਸੀਗਾ, ਠੀਕ ਆ, ਤਾਂ ਕਿ ਉਹਨੂੰ ਚਿਕਨਾਹਟ ਪੈਦਾ ਕੀਤੀ ਜਾ ਸਕੇ। ਸੋ ਇਹ ਚੀਜ਼ ਜਿਹੜੀ ਸੀਗੀ, ਇਹ ਸਾਡੇ ਦੇਸ਼ ਦੇ ਵਿੱਚ ਜਿੰਨੇ ਫੌਜੀ ਸੀਗੇ ਉਹਨਾਂ ਚੋਂ ਕੁਝ ਬਹੁਤੇ ਹਿੰਦੂ ਸੀ ਜਾਂ ਬਹੁਤੇ ਮੁਸਲਮਾਨ ਸੀ। ਕਾਓ ਜਿਹੜੀ ਸੀਗੀ ਉਹਦਾ ਮਾਸ ਖਾਣਾ ਪਾਪ ਆ ਹਿੰਦੂ ਧਰਮ 'ਚ, ਤੇ ਸੇਮ ਇਜ਼ ਵਿਦ ਮੁਸਲਿਮਸ ਫॉर ਪਿਗ, ਠੀਕ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਗਰੀਸਡ ਕਾਰਟੇਜ ਦਾ ਵਰਤਿਆ ਜਾਣਾ ਹਿੰਦੂ ਤੇ ਮੁਸਲਮਾਨ ਫੌਜੀਆਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਗੁੱਸਾ ਪੈਦਾ ਕਰਦਾ ਹੈ। ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਸੀ ਕ੍ਰਾਂਤੀ ਦਾ, ਠੀਕ ਆ। ਇਹ ਕੁਝ ਕਾਰਨ ਸੀਗੇ ਜਿਨ੍ਹਾਂ ਕਰਕੇ ਕ੍ਰਾਂਤੀ ਦਾ ਗਰਾਊਂਡ ਬਣਿਆ। ਕੁਝ ਕਾਰਨ ਇਕਨੋਮਿਕ ਸੀਗੇ, ਕੁਝ ਪੋਲੀਟੀਕਲ ਸੀਗੇ, ਕੁਝ ਐਡਮਿਨਿਸਟ੍ਰੇਟਿਵ ਸੀਗੇ, ਕੁਝ ਰਿਲੀਜੀਅਸ ਸੀਗੇ। ਬਹੁਤ ਸਾਰੇ ਕਾਰਨਾਂ ਤੋਂ ਬਾਅਦ ਫਿਰ ਅਚਾਨਕ ਸ਼ੁਰੂ ਹੁੰਦਾ ਹੈ 1857 ਦਾ ਉਹ ਰਿਵੋਲਟ, ਜਿਹਦੇ ਬਾਰੇ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਹੁਣ। ਦੇਖੋ ਜੀ, ਜੇ ਅਸੀਂ ਸਪਰੈਡ ਦੀ ਗੱਲ ਕਰਦੇ ਆ ਨਾ, ਤਾਂ ਦੇਖੋ ਅਸਲ 'ਚ ਕੀ ਆ ਕਿ ਇਸ ਰਿਵੋਲਟ ਬਾਰੇ ਨਾ ਇੱਕ ਵਿਵਾਦ ਬਹੁਤ ਵੱਡਾ ਹੈ ਕਿ ਇਹ ਫੈਲਿਆ ਕਿੰਨਾ ਕੁ, ਕਿਸ ਕੁ ਲੈਵਲ ਤੱਕ ਇਹ ਰਿਵੋਲਟ ਗਿਆ ਤੇ ਕਿਸ ਕੁ ਲੈਵਲ ਤੱਕ ਇਹ ਰਿਵੋਲਟ ਜਾ ਸਕਦਾ ਸੀ। ਤਾਂ ਕੁਝ ਗਲਤੀਆਂ ਸਾਡੇ ਵੱਲੋਂ ਵੀ ਹੋਈਆਂ ਹੋਣਗੀਆਂ, ਠੀਕ ਆ। ਤਾਂ ਦੇਖੋ ਹੋਇਆ ਕੀ, ਕਹਿੰਦੇ ਆ ਕਿ ਇੱਕ ਪਲਾਨ ਸੀਗਾ ਸਾਰੀ ਇੰਡੀਆ ਦੀ ਫੌਜ ਦਾ, ਠੀਕ ਆ। ਹੁਣ ਉਹ ਪਲਾਨ ਕਿਵੇਂ ਬਣਿਆ ਇਹਦੇ ਬਾਰੇ ਵੀ ਕਿਸੇ ਕਿਤਾਬ 'ਚ ਕੋਈ ਪੁਖਤਾ ਪ੍ਰੂਫ ਨਹੀਂ, ਕਿ ਸਭ ਨੇ ਸੋਚਿਆ ਸੀ ਕਿ ਆਪਾਂ ਇੱਕੋ ਦਿਨ ਰਿਵੋਲਟ ਜਿਹੜਾ ਜੀ ਉਹ ਸਟਾਰਟ ਕਰਾਂਗੇ। ਸੋ ਉਹ ਤਰੀਕ ਇਹਨਾਂ ਨੇ ਕੁਝ 10 ਮਈ ਦੇ ਗੇੜ 'ਚ ਰੱਖੀ ਸੀਗੀ ਕਿ ਆਪਾਂ ਉਸ ਦਿਨ ਰਿਵੋਲਟ ਸਟਾਰਟ ਕਰਾਂਗੇ, ਬਟ ਉਹ ਕੁਝ ਵੀ ਪੋਸੀਬਲ ਨਹੀਂ ਹੋ ਸਕਿਆ। ਕਿਉਂ? ਰਿਵੋਲਟ ਸਟਾਰਟ ਹੋਣ ਤੋਂ ਇੱਕ ਸਵਾ ਮਹੀਨਾ ਪਹਿਲਾਂ 29 ਮਾਰਚ 1857 ਨੂੰ ਬੈਰਕਪੁਰ ਬੰਗਾਲ 'ਚ, ਉੱਥੇ ਮੰਗਲ ਪਾਂਡੇ ਨਾਮ ਦੇ ਮਤਲਬ ਕਿ ਇੱਕ ਸਿਪਾਹੀ ਨੇ ਗਰੀਜ਼ਡ ਕਾਰਟਾਈਜ਼ ਉਹੀ ਵਰਤੋਂ ਤੋਂ ਨਾ ਕਰਤੀ ਤੇ ਇੱਕ ਅਫਸਰ ਨੂੰ ਮਾਰਤਾ। ਬਸ ਉਸ ਤੋਂ ਬਾਅਦ ਕੀ ਹੋਇਆ, ਮੰਗਲ ਪਾਂਡੇ ਨੂੰ ਦਿਨਾਂ ਦੇ ਅੰਦਰ ਹੀ ਫਾਂਸੀ ਦੇ ਦਿੱਤੀ ਗਈ, ਤੇ ਉੱਥੋਂ ਇਹ ਬੈਰਕਪੁਰ ਤੋਂ ਰਿਵੋਲਟ ਦੀ ਜਿਹੜੀ ਅੱਗ ਸੀ ਨਾ ਉਹ ਅਵਧ ਤੱਕ ਪਹੁੰਚੀ। ਅਵਧ ਦੀ ਸੈਨਾ ਅੱਗੇ ਹੀ ਨਿਰਾਸ਼ ਸੀ, ਕਿਉਂਕਿ ਅਵਧ ਦੇ ਨੇੜਿਓਂ ਹੀ ਅਵਧ ਦੇ ਰਾਜੇ ਨੂੰ 4 ਸਾਲ ਪਹਿਲਾਂ ਐਗਜ਼ਾਈਲ ਕਰ ਦਿੱਤਾ ਗਿਆ ਸੀ, ਕਲਕੱਤੇ ਭੇਜਿਆ ਗਿਆ ਸੀਗਾ। ਸੋ ਬੜੀ ਜਲਦੀ ਇਹ ਅੱਗ ਜਿਹੜੀ ਹੈ ਜੀ ਉਹ ਦਿੱਲੀ ਤੱਕ ਪਹੁੰਚ ਗਈ। ਦਿੱਲੀ ਵੀ ਕਈ ਫੌਜੀ ਜਿਹੜੇ ਸੀਗੇ ਚਲੇ ਗਏ। ਹੁਣ ਲੋਕ ਫੌਜੀ ਜਿਹੜੇ ਸੀ ਬਗਾਵਤ ਕਰਨ ਦਿੱਲੀ ਵੱਲ ਕਿਉਂ ਗਏ? ਕਿਉਂਕਿ ਇੰਡੀਅਨ ਫੌਜੀਆਂ ਨੂੰ ਇੱਕ ਗੱਲ ਪਤਾ ਸੀ, ਇੰਡੀਅਨ ਸਪਾਈਜ਼ ਨੂੰ, ਕਿ ਭਾਈ ਜੇ ਅਸੀਂ ਰਿਵੋਲਟ ਕਰਨਾ ਹੈ ਨਾ ਤਾਂ ਕਿਸੇ ਇੱਕ ਰਾਜੇ ਨੂੰ ਆਪਣਾ ਲੀਡਰ ਮੰਨਣਾ ਪੈਣਾ ਹੈ। ਫਿਲਹਾਲ ਜੇ ਅਸੀਂ ਇਤਿਹਾਸ ਖੋਲ ਕੇ ਦੇਖੀਏ ਤਾਂ ਮੁਗਲ ਹੀ ਇਹੋ ਜਿਹੇ ਨੇ ਜਿਨ੍ਹਾਂ ਦੀ ਪੂਰੀ ਇੰਡੀਆ 'ਚ ਜਾਣ ਪਛਾਣ ਨਾ। ਕਿਉਂ ਨਾ ਉਸ ਟਾਈਮ ਜਿਹੜਾ 1857 'ਚ ਇੰਡੀਆ ਦਾ ਮੁਗਲ ਰਾਜਾ ਸੀ ਬਹਾਦਰ ਸ਼ਾਹ ਜ਼ਾਫਰ, ਜਿਹਨੂੰ ਕਿ ਅੰਗਰੇਜ਼ ਬਿਲਕੁਲ ਖੁੱਡੇ ਲੈਣ ਲਾ ਚੁੱਕੇ ਸੀ, ਕਿਉਂ ਨਾ ਉਹਨੂੰ ਜਾ ਕੇ ਆਪਣਾ ਰਾਜਾ ਡਿਕਲੇਅਰ ਕਰ ਦਈਏ। ਸੋ ਬਹੁਤ ਫੌਜੀ ਜਿਹੜੇ ਸੀ ਅਵਧ ਵੱਲੋਂ, ਲਖਨਊ ਵੱਲੋਂ, ਬੰਗਾਲ ਵੱਲੋਂ ਚੱਲ ਕੇ ਦਿੱਲੀ ਪਹੁੰਚੇ, ਮੇਰਠ ਵੱਲੋਂ ਚੱਲ ਕੇ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਇੱਕ ਅੰਗਰੇਜ਼ ਜਰਨਲ ਹੈਵਿਟ ਨੂੰ ਮਾਰਤਾ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਨੂੰ ਸੀਜ਼ ਕਰ ਲਿਆ ਐਂਡ ਬਹਾਦਰ ਸ਼ਾਹ ਨੂੰ ਜਾ ਕੇ ਆਪਣਾ ਰਾਜਾ ਡਿਕਲੇਅਰ ਕਰਤਾ। ਮਤਲਬ ਕੁੱਲ ਮਿਲਾ ਕੇ ਸਟੋਰੀ ਇਹ ਬਣੀ ਕਿ ਕਿਸ ਤਰੀਕੇ ਨਾਲ ਮਤਲਬ ਕਿ ਇਹਨਾਂ ਨੇ ਕੰਮ ਖਿੱਚਿਆ ਅੱਗੇ ਜਾ ਕੇ। ਫਿਰ ਉਸ ਤੋਂ ਬਾਅਦ ਇਹ ਸਾਰੀ ਖਬਰ ਪੂਰੇ ਇੰਡੀਆ 'ਚ ਪਹੁੰਚ ਗਈ, ਠੀਕ ਆ। ਨੇੜੇ ਕਾਨਪੁਰ ਸੀਗਾ, ਕਾਨਪੁਰ ਦੇ ਵਿੱਚ ਵੀ ਮਤਲਬ ਕਿ 1857 ਉਹ ਸੀਗਾ ਜਿਹੜਾ ਸੌਰੀ ਕਾਨਪੁਰ, ਬਰੇਲੀ, ਝਾਂਸੀ, ਠੀਕ ਆ, ਇਹ ਸਾਰੇ ਲੋਕ ਇਹ ਸਾਰੇ ਜਗ੍ਹਾ ਤੇ ਵਿਦਰੋਹ ਸ਼ੁਰੂ ਹੋ ਗਏ। ਲਖਨਊ ਦੇ ਵਿੱਚ ਇੱਕ ਅੰਗਰੇਜ਼ ਅਫਸਰ ਸੀਗਾ ਜਿਹੜਾ ਕਿ ਕੁਝ ਸਾਲ ਪਹਿਲਾਂ ਤੱਕ ਬਦਕਿਸਮਤੀ ਨਾਲ ਪੰਜਾਬ 'ਚ ਸੀਗਾ, ਤੇ ਪੰਜਾਬ 'ਚੋਂ ਉਹਨੂੰ ਟਰਾਂਸਫਰ ਕਰਕੇ ਲਖਨਊ ਭੇਜਿਆ ਗਿਆ ਸੀ ਅਵਧ, ਉਹਨੂੰ ਮਾਰ ਦਿੱਤਾ ਗਿਆ ਲਖਨਊ। ਤੇ ਫਿਰ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਫਿਰ ਹੌਲੀ ਕਰਕੇ ਮਤਲਬ ਕਿ ਇਹ ਇੰਡੀਆ ਦੇ ਨਾਲ ਕਹਿ ਲਓ ਇੰਡੀਅਨ ਰਿਵੋਲਟ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਨਾਲ ਦੋ ਹੱਥ ਕਰਨੇ ਸ਼ੁਰੂ ਕੀਤੇ। ਤੇ ਦੇਖੋ
ਕਾਨਪੁਰ 'ਚ ਬਗਾਵਤ ਕੀਤੀ ਜਾ ਕੇ ਨਾਨਾ ਸਾਹਿਬ ਨੇ, ਠੀਕ ਆ। ਕਿਉਂਕਿ ਨਾਨਾ ਸਾਹਿਬ ਤੇ ਬਗਾਵਤ ਕਰਨ ਇਹਨਾਂ ਦੇ ਸਾਰਿਆਂ ਦੇ ਮੈਂ ਦੱਸਦਾ ਅੱਗੇ ਜਾ ਕੇ ਕਾਰਨ ਕੀ ਸੀ। ਝਾਂਸੀ ਤੋਂ ਰਾਣੀ ਲక్ష్ਮੀ ਬਾਈ ਨੇ, ਠੀਕ ਆ। ਬਿਹਾਰ ਤੋਂ ਕੁਨਵਰ ਸਿੰਘ ਨੇ, ਕਈ ਲੋਕਾਂ ਨੇ ਬਗਾਵਤ ਕੀਤੀ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਰ ਇੱਕ ਦੇ ਆਪੋ ਆਪਣੇ ਕਾਰਨ ਸੀ। ਸਟੋਰੀ ਸ਼ੁਰੂ ਕਰਦੇ ਹਾਂ ਇਕੱਲੇ ਇਕੱਲੇ ਸੈਂਟਰ ਦੀ, ਇਕੱਲੇ ਇਕੱਲੇ ਸੈਂਟਰ ਤੋਂ ਕਿੰਨੇ। ਕਹਿੰਦੇ ਜੀ ਦਿੱਲੀ ਤੋਂ ਬਗਾਵਤ ਕੀਤੀ ਭਗਤ ਖਾਨ ਨੇ। ਇਹ ਭਗਤ ਖਾਨ ਸੀਗਾ ਅੰਗਰੇਜ਼ਾਂ ਦੀ ਸੈਨਾ ਦਾ ਸਿਪਾਹੀ ਹੀ, ਠੀਕ ਆ। ਇਹਦੇ ਬਜ਼ੁਰਗ ਜਿਹੜੇ ਸੀ ਉਹ ਇੰਡੀਆ 'ਚ ਮੁਗਲਾਂ ਦੀ ਸੈਨਾ 'ਚ ਸੀਗੇ, ਪਰ ਇਹ ਉੱਥੇ ਜਾ ਕੇ ਕਹਿ ਲਓ ਕਿ ਰਿਵੋਲਟ ਕਰਦਾ ਹੈ ਤੇ ਸਤੰਬਰ 1857 'ਚ, ਠੀਕ ਆ। ਤੇ ਭਗਤ ਖਾਨ ਦਾ ਰਿਵੋਲਟ ਸੀ ਜਿਹੜਾ, ਇਹਨਾਂ ਨੇ ਜਾ ਕੇ ਉੱਥੇ ਅੰਗਰੇਜ਼ ਅਫਸਰ ਨੂੰ ਮਾਰਤਾ। 1857 ਦੇ ਸਤੰਬਰ ਦੇ ਵਿੱਚ ਇੱਕ ਅੰਗਰੇਜ਼ ਜੌਨ ਨਿਕਲਸਨ ਜਿਹੜਾ ਸੀ ਕਮਾਂਡਰ ਸੀਗਾ, ਠੀਕ ਆ, ਉਹਨੂੰ ਫੱਟੜ ਕਰ ਦਿੰਦੇ ਆ ਤੇ ਉਹਦੀ ਮੌਤ ਹੋ ਜਾਂਦੀ ਆ, ਠੀਕ ਆ। ਐਂਡ ਉਸ ਤੋਂ ਬਾਅਦ ਭਗਤ ਖਾਨ ਨੂੰ ਫੜਿਆ ਜਾਂਦਾ, ਠੀਕ ਆ ਜੀ। ਭਗਤ ਖਾਨ ਜਿਹੜਾ ਸੀਗਾ ਇਹਨੂੰ ਫੜਿਆ ਜਾਂਦਾ ਹੈ, ਪਰ ਇਹ ਉਸ ਤੋਂ ਪਹਿਲਾਂ ਹੀ ਇੰਡੀਆ ਛੱਡ ਕੇ ਚਲੇ ਗਿਆ ਸੀਗਾ। ਤੇ ਬਟ ਦਿੱਲੀ 'ਚ ਜਿਹੜੀ ਬਗਾਵਤ ਹੋਈ ਸੀ ਨਾ, ਉਸ ਬਗਾਵਤ ਦਾ ਠੀਕਰਾ ਪਤਾ ਕਿਹੜੇ ਸਿਰ ਤੇ ਭੱਜਿਆ ਜਾ ਕੇ, ਕਿ ਜੀ ਇਹ ਬਗਾਵਤ ਜਿਹੜੀ ਆ ਹੋਣੀ ਨਹੀਂ ਸੀ ਜੇ ਬਹਾਦਰ ਸ਼ਾਹ ਜ਼ਾਫਰ ਨਾ ਭਰਦਾ। ਤੇ ਪਰ ਇਤਿਹਾਸ ਇਹ ਵੀ ਦੱਸਦਾ ਕਿ ਬਹਾਦਰ ਸ਼ਾਹ ਨੇ ਨਾ ਤਾਂ ਹਾਂ ਕੀਤੀ ਸੀ ਫੌਜੀਆਂ ਨੂੰ, ਨਾ ਉਹ ਵਿਚਾਰਾ ਵਿੱਚ ਵਿਚਾਲੇ ਜੇ ਫਸ ਗਿਆ ਤੇ ਅੰਗਰੇਜ਼ਾਂ ਨੇ ਉਹਨੂੰ ਜ਼ਿੰਮੇਵਾਰ ਸਮਝਿਆ ਤੇ ਉਹਦੇ ਦੋਵਾਂ ਬੱਚਿਆਂ ਦਾ ਕਤਲ ਕਰਤਾ ਤੇ ਇਹਨੂੰ ਐਗਜ਼ਾਈਲ ਕਰਕੇ ਰੰਗੂਨ ਭੇਜਤਾ ਸੀਗਾ। ਸੋ ਕੁੱਲ ਮਿਲਾ ਕੇ ਉਸ ਟਾਈਮ ਦੇ ਜਿਹੜਾ ਅੰਗਰੇਜ਼ ਅਫਸਰ ਸੀ, ਜਿਹਦੀ ਕਿ ਆ ਫੋਟੋ ਦਿਖਾਈ ਦੇ ਰਹੀ ਹੈ ਤੁਹਾਨੂੰ, ਲੈਫਟੀਨੈਂਟ ਹਡਸਨ, ਉਹਨੇ ਮਤਲਬ ਕਿ ਇਹਦੇ ਦੋਵਾਂ ਮੁੰਡਿਆਂ ਨੂੰ ਗੋਲੀ ਮਾਰਤੀ, ਠੀਕ ਆ। ਐਂਡ ਐਂਪਰਰ ਨੂੰ ਅਰੈਸਟ ਕਰਕੇ ਇਹਨੂੰ ਐਗਜ਼ਾਈਲ ਕਰਕੇ ਭੇਜ ਦਿੱਤਾ ਗਿਆ। ਤੇ ਭਗਤ ਖਾਨ ਨੂੰ ਬੜੀ ਬਾਅਦ 'ਚ ਨੇਪਾਲ ਤੋਂ ਫੜ ਕੇ ਲਿਆਂਦਾ ਗਿਆ, ਨੇਪਾਲ ਜਾਂ ਕਿਤੇ ਹੋਰੋਂ, ਤੇ ਇਹਨੂੰ ਵੀ ਫਿਰ ਫਾਂਸੀ ਦਿੱਤੀ ਗਈ। ਇਸ ਤਰੀਕੇ ਨਾਲ ਕਾਨਪੁਰ ਤੋਂ ਬਗਾਵਤ ਕੀਤੀ ਸੀ ਨਾਨਾ ਸਾਹਿਬ ਨੇ। ਆਹ ਸੀਗੇ ਨਾਨਾ ਸਾਹਿਬ, ਤੇ ਉਹਨਾਂ ਦਾ ਸਾਥ ਦਿੱਤਾ ਸੀ ਤਾਂਤੀਆ ਟੋਪੇ ਨੇ। ਇਹ ਨਾਨਾ ਸਾਹਿਬ ਕੌਣ ਸੀ? ਨਾਨਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਮਹਾਰਾਸ਼ਟਰਾ ਦਾ ਹੈ। ਇਹ ਮਹਾਰਾਸ਼ਟਰਾ ਦੇ ਮਰਾਠੇ ਸੀਗੇ। ਇਹਨਾਂ ਨੂੰ 1818 'ਚ ਮਹਾਰਾਸ਼ਟਰਾ 'ਚੋਂ ਅੰਗਰੇਜ਼ਾਂ ਨੇ ਕੱਢ ਕੇ ਕਾਨਪੁਰ 'ਚ ਜਗ੍ਹਾ ਦਿੱਤੀ ਸੀ। ਐਂਡ ਇਹਦੇ ਫਾਦਰ ਸਾਹਿਬ ਜਿਹੜੇ ਸੀਗੇ ਬਾਜੀ ਰਾਓ, ਕਿਹਾ ਜਾਂਦਾ ਹੈ ਕਿ ਇਹ ਬਾਜੀ ਰਾਓ ਦੀ ਅਡੋਪਟਡ ਸੰਤਾਨ ਸੀ। ਤੇ ਡਾਕਟਰਾਈਨ ਆਫ ਲੈਬਸ ਦੇ ਅਕੋਰਡਿੰਗ ਇਹਨਾਂ ਨੂੰ ਅਗਲਾ ਰਾਜ ਦੇਣ ਤੋਂ ਅੰਗਰੇਜ਼ਾਂ ਨੇ ਕਰਤੀ ਨਾ। ਇਹਨਾਂ ਨੂੰ ਉਸ ਗੱਲ ਦਾ ਗੁੱਸਾ ਸੀਗਾ। ਤੇ ਇਹਨਾਂ ਦੇ ਜਰਨਲ ਸੀਗੇ ਤਾਂਤੀਆ ਟੋਪੇ ਸਾਹਿਬ। ਸੋ ਇਹਨਾਂ ਨੇ ਆਪਣੇ ਆਰਮੀ ਜਰਨਲ ਨਾਲ ਮਿਲ ਕੇ, ਸੋ ਇਹਨਾਂ ਨੇ ਸਭ ਤੋਂ ਪਹਿਲਾਂ ਜਰਨਲ ਹਿਊਜ਼ ਨੂੰ ਸਰੈਂਡਰ ਕਰਵਾਤਾ। ਪਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਸਰ ਕੈਂਪਬੈਲ ਨੂੰ ਭੇਜਿਆ ਤੇ ਮਤਲਬ ਕਿ ਕਹਿ ਲਓ ਕਿ ਕਾਨਪੁਰ ਤੇ ਪੂਰਾ ਕਬਜ਼ਾ ਕਰ ਲਿਆ। ਫਿਰ ਇਹਨਾਂ ਨੇ ਬੜੀ ਆਰਾਮ ਨਾਲ 6 ਦਸੰਬਰ 1857 ਤੱਕ ਕਾਨਪੁਰ ਤੇ ਕਬਜ਼ਾ ਹੋ ਗਿਆ। ਫਿਰ ਗੱਲ ਕਰਦੇ ਆ ਲਖਨਊ ਦੀ। ਲਖਨਊ 'ਚ ਵਾजिद अली शाह ਨੂੰ ਐਗਜ਼ਾਈਲ ਕਰ ਦਿੱਤਾ ਗਿਆ ਸੀ। ਉੱਥੇ ਬਗਾਵਤ ਕੀਤੀ ਉਹਨਾਂ ਦੀ ਵਾਈਫ ਹਜ਼ਰਤ ਮਹਿਲ ਨੇ। ਹਜ਼ਰਤ ਮਹਿਲ ਨੇ ਉੱਥੇ ਬਗਾਵਤ ਕੀਤੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦਿੱਤਾ ਨਵਾਬ ਅਹਿਮਦੁੱਲਾ ਸਾਹਿਬ ਨੇ। ਸੋ ਕਹਿੰਦੇ ਆ ਕਿ ਉੱਥੇ ਬਗਾਵਤ ਬੜੀ ਖਤਰਨਾਕ ਹੋਈ। ਉੱਥੇ ਜਿਹੜਾ ਬ੍ਰਿਟਿਸ਼ ਰੈਜ਼ੀਡੈਂਟ ਰਹਿ ਰਿਹਾ ਸੀਗਾ ਹੈਨਰੀ ਲਾਰੈਂਸ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਤੇ ਕਈ ਲੋਕਾਂ ਨੂੰ ਮਤਲਬ ਕਿ ਫੱਟੜ ਕੀਤਾ ਗਿਆ ਸੀ। ਇੱਕ ਅੰਗਰੇਜ਼ ਸੀ ਹੌਵਲੌਕ, ਉਹਨਾਂ ਨੂੰ ਰਿਕਵਰ ਕਰਨ ਵਾਸਤੇ ਭੇਜਿਆ ਗਿਆ ਕਿ ਲਖਨਊ ਤੇ ਕਬਜ਼ਾ ਕਰੋ, ਪਰ ਉਹ ਕਰ ਨਹੀਂ ਸਕੇ। ਤੇ ਫਾਈਨਲੀ ਕੋਲਿਨ ਕੈਂਪਬੈਲ ਨੂੰ 1858 ਦੀ ਮਾਰਚ ਤੱਕ ਜਾਂਦੇ ਜਾਂਦੇ ਬਹੁਤ ਸੰਘਰਸ਼ ਤੋਂ ਬਾਅਦ ਉਹਨਾਂ ਨੇ ਜਾ ਕੇ ਲਖਨਊ ਤੇ ਕਬਜ਼ਾ ਕੀਤਾ। ਤਾਂ ਇਸ ਤਰੀਕੇ ਨਾਲ 1857 ਦੇ ਸਾਲ ਦੇ ਸਤੰਬਰ ਅਕਤੂਬਰ ਤੋਂ ਲੈ ਕੇ 1858 ਦੇ ਮਾਰਚ ਅਪ੍ਰੈਲ ਤੱਕ ਸਾਰੇ ਸ਼ਹਿਰ ਹੌਲੀ ਹੌਲੀ ਅੰਗਰੇਜ਼ਾਂ ਨੇ ਛਡਵਾਏ ਆ ਜੀ। ਝਾਂਸੀ ਦੇ ਰਿਵੋਲਟ ਨੂੰ ਦਬਾਇਆ ਜਾ ਕੇ ਹਿਊਜ ਰੌਸ ਨੇ। ਝਾਂਸੀ ਦੀ ਰਾਣੀ ਦਾ ਮੁੰਡੇ ਦਾ ਨਾਮ ਸੀ ਦਮੋਦਰ, ਠੀਕ ਆ ਜੀ, ਦਮੋਦਰ ਰਾਓ, ਠੀਕ ਆ ਜੀ। ਸੋ ਝਾਂਸੀ ਦੀ ਰਾਣੀ ਦਾ ਜਿਹੜਾ ਬੇਟਾ ਸੀ ਉਹਦੀ ਮੌਤ ਹੋ ਗਈ। ਉਹਨੇ ਆਪਣੀ ਜਠਾਣੀ ਦਾ ਮੁੰਡਾ ਗੋਦ ਲਿਆ ਹੋਇਆ ਸੀਗਾ, ਜਿਹਨੂੰ ਕਿ ਅੰਗਰੇਜ਼ਾਂ ਨੇ ਮੰਨਣ ਤੋਂ ਨਾ ਕਰਤੀ। ਤੇ ਰਾਣੀ ਝਾਂਸੀ ਨੇ ਪਹਿਲਾਂ ਤਾਂ ਬਹੁਤ ਰਿਕੁਐਸਟ ਕੀਤੀ ਇੰਗਲੈਂਡ, ਪਰ ਜਦੋਂ ਕੁਝ ਵੀ ਨਾ ਬਣਿਆ ਫਿਰ ਝਾਂਸੀ ਦੀ ਰਾਣੀ ਨੇ ਆਖਰ ਹਥਿਆਰ ਚੱਕ ਲਏ ਤੇ ਕਾਨਪੁਰ ਤੋਂ ਸਪੋਰਟ ਦੇਣ ਆਏ ਸੀ ਉਹਨਾਂ ਨੂੰ ਤਾਂਤੀਆ ਟੋਪੇ, ਕਿਉਂਕਿ ਕਾਨਪੁਰ ਦੇ ਵਿੱਚ ਤਾਂ ਰਿਵੋਲਟ ਦਬਾਇਆ ਜਾ ਚੁੱਕਿਆ ਸੀਗਾ। ਸੋ ਕਹਿਣ ਦਾ ਮਤਲਬ ਇਹ ਆ ਕਿ ਰਾਣੀ ਝਾਂਸੀ ਜਿਹੜੀ ਸੀਗੀ ਉਹਨੇ ਝਾਂਸੀ ਤੋਂ ਮਤਲਬ ਕਿ ਝਾਂਸੀ ਦੀ ਰਾਣੀ ਨੇ ਝਾਂਸੀ ਤੋਂ ਲੈ ਕੇ ਗਵਾਲੀਅਰ ਤੱਕ ਬਹੁਤ ਜ਼ਬਰਦਸਤ ਲੜਾਈ ਲੜੀ। ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਝਾਂਸੀ ਦੀ ਰਾਣੀ ਦੀ ਮੌਤ ਗਵਾਲੀਅਰ 'ਚ ਹੋਈ ਸੀਗੀ। ਉਹਨਾਂ ਤੋਂ ਇਹ ਸਭ ਕੁਝ ਖੋਹਣ ਵਾਲੇ ਅਫਸਰ ਦਾ ਨਾਮ ਸੀ ਹਿਊਜ ਰੌਸ, ਜਿਨ੍ਹਾਂ ਨੇ ਬਾਅਦ 'ਚ ਇੱਕ ਸਟੇਟਮੈਂਟ ਵੀ ਦਿੱਤੀ ਸੀਗੀ ਕਿ ਇੰਨੀਆਂ ਔਰਤਾਂ 'ਚ ਇੱਕੋ ਹੀ ਮਰਦ ਲੜਿਆ, ਉਹ ਵੀ ਸੀ ਰਾਣੀ ਦੀ ਝਾਂਸੀ। ਤਾਂ ਅੰਗਰੇਜ਼ਾਂ ਦਾ ਇਸ ਟਾਈਮ ਸਾਥ ਦਿੱਤਾ ਸੀ ਸਿੰਧਿਆਜ਼ ਨੇ। ਸਿੰਧਿਆਜ਼ ਉਸ ਟਾਈਮ ਦੇ ਮਰਾਠੇ ਸੀਗੇ ਜਿਹੜੇ ਪਾਲਾ ਪਲਟ ਗਏ ਸੀਗੇ, ਅੱਜ ਵੀ ਪਲਟ ਗਏ ਸੀ,
ਠੀਕ ਆ ਜੀ। ਸਿੰਧਿਆਸ ਜਿਹੜੇ ਆ ਜੀ ਉਹ ਉਸ ਟਾਈਮ ਦੇ ਮਰਾਠੇ ਸੀਗੇ ਜਿਨ੍ਹਾਂ ਨੇ ਉਸ ਟਾਈਮ ਆਪਣਾ ਮਤਲਬ ਅੰਗਰੇਜ਼ਾਂ ਨੂੰ, ਤੇ ਅੰਗਰੇਜ਼ ਕਹਿੰਦੇ ਵੀ ਸੀਗੇ ਕਿ ਜੇ ਸਿੰਧਿਆਸ ਸਾਡੇ ਨਾਲ ਨਾ ਹੁੰਦੇ ਤਾਂ ਸ਼ਾਇਦ ਅਸੀਂ ਕਦੀ ਵੀ ਝਾਂਸੀ ਜਿੱਤ ਨਹੀਂ ਸੀ ਸਕਦੇ, ਤੇ ਝਾਂਸੀ ਹਾਰ ਜਾਂਦੇ ਤਾਂ ਅਸੀਂ ਪੂਰਾ ਦੇਸ਼ ਹਾਰ ਜਾਣਾ ਸੀ। ਇੰਡੀਆ ਦੇ ਲੋਕਲ ਰਾਜੇ ਜਿਹੜੇ ਸੀਗੇ ਇਹਨਾਂ ਦਾ ਕਈ ਰਾਜਿਆਂ ਦਾ ਬਹੁਤਾ ਸਾਥ ਸੀ। ਦੇਖੋ ਕਿਸੇ ਟਾਈਮ ਰਿਵੋਲਟ ਸ਼ੁਰੂ ਇਸੇ ਕਰਕੇ ਹੋਇਆ ਸੀ ਕਿ ਅੰਗਰੇਜ਼ਾਂ ਨੇ ਰਾਜਿਆਂ ਨੂੰ ਤੰਗ ਕੀਤਾ, ਤੇ ਚੱਲਦੇ ਰਿਵੋਲਟ ਚ ਰਾਜੇ ਫਿਰ ਅੰਗਰੇਜ਼ਾਂ ਦੇ ਨਾਲ ਹੋ ਗਏ, ਆਮ ਜਨਤਾ ਨੂੰ ਕੁੱਟ ਪਵਾ ਪੂ ਦਿੱਤੀ, ਤਾਂ ਕਿਵੇਂ ਦਾ ਸਟੋਰੀ ਰਹੀ ਹੋਊਗੀ ਤੁਸੀਂ ਆਪ ਇਮੈਜਿਨ ਕਰੋ। ਤਾਂ ਤਾਂਤੀਆ ਟੋਪੇ ਭੱਜ ਗਿਆ, ਉਸ ਤੋਂ ਬਾਅਦ ਉਹਨੂੰ 1860 ਚ ਫੜ ਫੁੜ ਕੇ ਲਿਆ ਕੇ ਫਿਰ ਉਹਨੂੰ ਫਾਂਸੀ ਟੰਗਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਰਿਵੋਲਟ ਬਹੁਤ ਖਤਰਨਾਕ ਸੀਗਾ, ਇਹਨੂੰ ਸਿਰਫ ਤੇ ਸਿਰਫ ਮਿਊਟੀਨੀ ਜਾਂ ਰਿਵੋਲਟ ਨਹੀਂ ਕਿਹਾ ਜਾ ਸਕਦਾ। ਵਾਕਈ ਦੇਖੋ ਦੇਸ਼ ਭਗਤੀ ਦੀ ਫੀਲਿੰਗ ਤਾਂ ਸਾਡੇ 'ਚ ਹੋਣੀ ਚਾਹੀਦੀ ਆ, ਤਾਂ ਸਾਨੂੰ ਤਾਂ ਮੰਨਣਾ ਪਊਗਾ ਕਿ ਵਾਕਈ ਆਜ਼ਾਦੀ ਦੀ ਲੜਾਈ ਸੀ। ਸੁਭद्रा कबानी चौहान ने बहुत सोहना लिखिਆ कि खूब लड़ी मर्दानी थी वो झांसी वारी रानी थी। ਸੋ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਹੋਣੀਆਂ ਚਾਹੀਦੀਆਂ। ਰਾਏਬਰੇਲੀ ਵੀ ਅੰਗਰੇਜ਼ਾਂ ਦੇ ਖਿਲਾਫ ਬਹੁਤ ਵੱਡਾ ਰਿਵੋਲਟ ਹੋਇਆ, ਠੀਕ ਆ, ਤੇ ਰਾਏਬਰੇਲੀ ਤੋਂ ਰਿਵੋਲਟ ਕੀਤਾ ਸੀਗਾ ਖਾਨ ਬਹਾਦਰ ਖਾਨ ਸਾਹਿਬ ਨੇ। ਸੋ ਉਹਨਾਂ ਨੇ ਕੀ ਕੀਤਾ ਸੀਗਾ, ਆਪਣੀ ਬਰੇਲੀ ਦੇ ਵਿੱਚ ਆਪਣੀ ਹੀ ਸਰਕਾਰ ਬਣਾ ਲਈ, ਮਤਲਬ ਕਿ ਉਹਨਾਂ ਨੇ ਕਹਿਤਾ ਕਿ ਮੇਰੀ ਪ੍ਰੋਵੀਜ਼ਨਲ ਆਰਜੀ ਸਰਕਾਰ ਇੱਥੇ ਚੱਲੂਗੀ। ਬਟ 1857 ਦੇ ਰਿਵੋਲਟ ਤੋਂ ਬਾਅਦ ਕੌਲਿਨ ਕੈਂਪਬੈਲ ਨੂੰ ਇੱਥੇ ਭੇਜਿਆ ਗਿਆ ਬਰੇਲੀ, ਤੇ ਉਹਨਾਂ ਨੇ ਬਰੇਲੀ ਰੀਕੈਪਚਰ ਕੀਤਾ। ਇਹ ਵੀ ਨੇਪਾਲ ਭੱਜ ਕੇ ਇਹਨਾਂ ਨੂੰ ਬਾਅਦ 'ਚ ਇੰਡੀਆ ਲਿਆਂਦਾ ਗਿਆ, ਠੀਕ ਆ, ਤੇ ਨੇਪਾਲ ਤੋਂ ਇੰਡੀਆ ਲਿਆਂਦਾ ਗਿਆ, ਤੇ ਇੰਡੀਆ ਆ ਕੇ ਫਿਰ ਅੰਗਰੇਜ਼ਾਂ ਨੇ ਇਹਨਾਂ ਨੂੰ ਫਾਂਸੀ ਦਿੱਤੀ ਸੀ। ਇਹਨਾਂ ਨੂੰ ਨੇਪਾਲੀ ਲੋਕਾਂ ਨੇ ਫੜਵਾਤਾ ਸੀ ਅੰਗਰੇਜ਼ਾਂ ਨੂੰ। ਫਿਰ ਉਸ ਤੋਂ ਬਾਅਦ ਇਹ ਇੰਡੀਆ ਲਿਆਂਦੇ ਗਏ ਤੇ ਇੰਡੀਆ ਇਹਨਾਂ ਨੂੰ ਫਾਂਸੀ ਹੋਈ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਆ ਆਰਾ, ਬਿਹਾਰ ਦੇ ਆਰਾ ਤੋਂ ਕੁਨਵਰ ਸਿੰਘ ਸੀਗੇ ਤੇ ਉਹਨਾਂ ਦਾ ਬ੍ਰਦਰ ਅਮਰ ਸਿੰਘ, ਇਹ ਦੋਵੇਂ ਜ਼ਮੀਨਦਾਰ ਸੀ। ਇਹਨਾਂ ਨੂੰ 1858 ਚ ਫੜ ਕੇ ਮਾਰ ਦਿੱਤਾ ਗਿਆ, ਤੇ ਫਿਰ ਆਰਾ ਵੀ ਇਹਨਾਂ ਤੋਂ ਛਡਵਾ ਲਿਆ ਗਿਆ। ਫੈਜ਼ਾਬਾਦ ਤੋਂ ਮੌਲਵੀ ਅਹਿਮਦੁੱਲਾ ਸਾਹਿਬ ਨੇ ਰਿਵੋਲਟ ਕੀਤਾ। ਇਹ ਉਹੀ ਅਹਿਮਦੁੱਲਾ ਸਾਹਿਬ ਸੀ ਜਿਹੜੇ ਉਹਦਾ ਹਜ਼ਰਤ ਮਹਿਲ ਦਾ ਸਾਥ ਦੇਣ ਵਾਸਤੇ ਅਵਧ ਵੀ ਗਏ ਸੀਗੇ। ਸੋ ਕੁੱਲ ਮਿਲਾ ਕੇ ਫੈਜ਼ਾਬਾਦ ਉਹੀ ਆ, ਅਵਧ ਦੇ ਵਿੱਚ ਹੀ ਤਾਂ ਆਉਂਦਾ। ਫੈਜ਼ਾਬਾਦ ਉਹੀ ਤਾਂ ਜਗ੍ਹਾ ਜਿੱਥੇ ਅਯੋਧਿਆ ਹੈ। ਸੋ ਕਹਿਣ ਦਾ ਮਤਲਬ ਕਿ ਨੇੜੇ ਨੇੜੇ ਹੋਣ ਕਰਕੇ ਉੱਥੇ ਇਹਨਾਂ ਦਾ ਸਾਥ ਇਹਨਾਂ ਨੇ ਦਿੱਤਾ ਸੀ। ਇਸ ਤਰੀਕੇ ਨਾਲ ਇਹ ਸਾਰੇ ਸ਼ਹਿਰ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵਾਕਈ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਸਲਾਈਡ ਤੇ ਲਿਆ ਕੇ ਬ੍ਰੇਕ ਲਾ ਲਿਓ, ਫਿਰ ਇਹਦੇ ਤੇ ਬ੍ਰੇਕ ਲਾ ਲਿਓ, ਫਿਰ ਇਸ ਸਲਾਈਡ ਨੂੰ ਰੋਕ ਲਿਓ, ਫਿਰ ਇਸ ਸਲਾਈਡ 'ਚ ਇਹ ਸ਼ੁਰੂ ਆ ਕਿ ਕਿਹੜੇ ਅਫਸਰ ਨੇ ਕਿੱਥੋਂ ਕੈਪਚਰ ਕੀਤਾ ਸਾਰਾ ਸਿਸਟਮ, ਫਿਰ ਆਹ ਸਲਾਈਡ ਰੋਕ ਲਿਓ, ਆਹ ਸਲਾਈਡ ਰੋਕ ਲਿਓ। ਇੱਥੋਂ ਅੱਗੇ ਕਹਾਣੀ ਫਿਰ ਉੱਥੇ ਆ ਜਾਂਦੀ ਆ ਕਿ ਅਸਲ ਦੇ ਵਿੱਚ ਰਿਵੋਲਟ ਦੇ ਫੇਲ ਹੋਣ ਦੇ ਕਾਰਨ ਕੀ ਸੀਗੇ। ਦੇਖੋ ਇੱਕ ਗੱਲ ਤਾਂ ਕਲੀਅਰ ਆ, ਫੇਲ ਹੋਣ ਦੇ ਕਾਰਨ ਮੈਂ ਉਂਗਲੀਆਂ ਤੇ ਗਿਣਾ ਸਕਦਾ ਜੀ, ਬੜੇ ਸਿੰਪਲ ਜੀ ਆ। ਜਿਹੜੇ ਇੰਡੀਅਨ ਰਾਜੇ ਗੁੱਸੇ 'ਚ ਆ ਕੇ ਅੰਗਰੇਜ਼ਾਂ ਦੇ ਖਿਲਾਫ ਹੋਏ ਸੀ, ਉਹਨਾਂ 'ਚੋਂ ਬੜੇ ਲੋਕ ਤਾਂ ਅੰਗਰੇਜ਼ਾਂ ਵੱਲ ਫੇਰ ਭੁਗਤ ਗਏ। ਦੂਜਾ, ਇਹ ਰਿਵੋਲਟ ਗਰੀਬਾਂ ਕਿਸਾਨਾਂ ਨੇ ਲੜਿਆ, ਮਿਡਲ ਕਲਾਸ ਇਸ ਰਿਵੋਲਟ ਦਾ ਹਿੱਸਾ ਨਹੀਂ ਰਿਹਾ। ਤੀਸਰਾ, ਅੰਗਰੇਜ਼ਾਂ ਦੀ ਟੈਕਨੋਲੋਜੀ, ਸਾਡੇ ਵਾਲੇ ਬੰਦੇ ਤਾਂ ਜਾਂਦੇ ਸੀ ਤੁਰ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਅੰਗਰੇਜ਼ਾਂ ਕੋਲ ਸੀਗੀਆਂ ਟ੍ਰੇਨਾਂ। 1853 ਚੋਂ ਪਹਿਲੀ ਟ੍ਰੇਨ ਚੱਲ ਚੁੱਕੀ ਸੀ। ਤੇ ਦੂਜੀ ਗੱਲ, ਅੰਗਰੇਜ਼ਾਂ ਕੋਲ ਸੀਗਾ ਉਸ ਟਾਈਮ ਕਮਿਊਨੀਕੇਸ਼ਨ, ਜਿਹਦੇ 'ਚ ਕੀ ਅੰਗਰੇਜ਼ਾਂ ਕੋਲ ਸਭ ਤੋਂ ਵੱਡੀ ਚੀਜ਼ ਸੀਗੀ ਆਪਣੀ ਉਹ ਟੈਲੀਗ੍ਰਾਮ ਦੀ ਸਰਵਿਸ ਉਦੋਂ ਤੱਕ ਸ਼ੁਰੂ ਹੋ ਚੁੱਕੀ ਸੀ। ਸੁਨੇਹੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲੱਗ ਪਏ ਸੀ। ਸੋ ਕਹਿਣ ਦਾ ਮਤਲਬ ਇਹ ਆ ਕਿ ਅੰਗਰੇਜ਼ਾਂ ਨੂੰ ਟੈਕਨੋਲੋਜੀ ਬਚਾ ਗਈ, ਠੀਕ ਆ। ਉਸ ਤੋਂ ਬਾਅਦ ਇੱਕ ਗੱਲ ਹੋਰ ਰਿਵੋਲਟ ਦੇ ਫੇਲ ਹੋਣ ਦਾ ਕਾਰਨ ਕੀ ਸੀ। ਅਸਲ 'ਚ ਨਾ ਇੱਕ ਦੁਨੀਆ ਦਾ ਇੱਕ ਦੇਸ਼ ਆ ਕ੍ਰੀਮੀਆ, ਇਲਾਕਾ ਇਹ ਦੇਸ਼ ਵੀ ਨਹੀਂਗਾ, ਕ੍ਰੀਮੀਆ ਦੀ ਲੜਾਈ ਲੱਗੀ ਹੋਈ ਸੀ। ਅੰਗਰੇਜ਼ਾਂ ਦੀ ਬਹੁਤੀ ਸੈਨਾ ਨਾ ਕ੍ਰੀਮੀਆ ਗਈ ਹੋਈ ਸੀ ਲੜਨ, ਤੇ ਇੰਡੀਅਨਸ ਨੂੰ ਲੱਗਦਾ ਸੀ ਕਿ ਬਹੁਤੇ ਅੰਗਰੇਜ਼ ਤਾਂ ਇੰਡੀਆ 'ਚ ਚਲੇ ਗਏ, ਇਸ ਕਰਕੇ ਆਪਾਂ ਚੱਕ ਦਿੰਦੇ ਆ ਫੱਟੇ। ਉਹ ਮਾੜੀ ਕਿਸਮਤ ਨੂੰ ਕ੍ਰੀਮੀਆ ਦੀ ਲੜਾਈ ਜਲਦੀ ਮੁੱਕ ਗਈ, ਅੰਗਰੇਜ਼ ਵਾਪਸ ਆ ਗਏ। ਇਹ ਵੀ ਇੱਕ ਕਾਰਨ ਸੀ ਕਿ ਇਸ ਰਿਵੋਲਟ ਦੇ ਸਫਲ ਨਾ ਹੋਣ ਦਾ। ਸੋ ਕੁੱਲ ਮਿਲਾ ਕੇ ਇਸ ਰਿਵੋਲਟ ਦੇ ਸਫਲ ਹੋਣ ਦਾ ਇਹ ਕਾਰਨ। ਤੇ ਜੇ ਕੋਈ ਮੈਨੂੰ ਇਹ ਪੁੱਛੇ ਕਿ ਇਸ ਰਿਵੋਲਟ ਦਾ ਇੰਪੈਕਟ ਕੀ ਪਿਆ, ਅਸਰ ਕੀ ਪਿਆ, ਇੰਡੀਆ 'ਚੋਂ ਈਸਟ ਇੰਡੀਆ ਕੰਪਨੀ ਦਾ ਬੋਰੀ ਬਿਸਤਰਾ ਪੈਕ। ਇੰਗਲੈਂਡ ਦੀ ਸਰਕਾਰ ਨੂੰ ਹੁਣ ਮਜਬੂਰ ਹੋ ਕੇ ਇੰਡੀਆ ਦੀ ਸੱਤਾ ਆਪਣੇ ਹੱਥ 'ਚ ਲੈਣੀ ਪਈ, ਤੇ ਇਹ ਕਹਿਣਾ ਪਿਆ ਕਿ ਅੱਜ ਤੋਂ ਬਾਅਦ ਇੰਡੀਆ 'ਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਰਾਜ ਨਹੀਂ ਹੋਊਗਾ, ਬ੍ਰਿਟਿਸ਼ ਗਵਰਨਮੈਂਟ ਦਾ ਰਾਜ ਹੋਊਗਾ। ਤੇ ਜਿਹੜੇ ਉਹ ਰਾਜਿਆਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਉਹਨਾਂ ਨੇ ਵਾਅਦਾ ਮੰਗਿਆ ਸੀ ਕਿ ਅੱਜ ਤੋਂ ਬਾਅਦ ਸਾਡੀ ਟੈਰੀਟਰੀ ਤੇ ਅੱਖ ਨਾ ਧਰਿਓ। ਇੰਡੀਆ ਨੂੰ ਦੋ ਹਿੱਸਿਆਂ 'ਚ ਕਰ ਦਿੱਤਾ ਗਿਆ। ਇਹ ਇੱਕ ਹਿੱਸਾ ਜਿੱਥੇ 1857 ਤੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ, ਤੇ ਇੱਕ ਉਹ ਜਿੱਥੇ ਰਾਜੇ ਰਜਵਾੜਿਆਂ ਦਾ ਰਾਜ ਸੀ। ਜਿੱਥੇ ਰਾਜੇ ਰਜਵਾੜਿਆਂ ਦਾ ਰਾਜ ਸੀ ਉਹਨੂੰ ਤੇ ਕਿਹਾ ਗਿਆ ਪ੍ਰਿੰਸਲੀ ਇਲਾਕਾ, ਪ੍ਰਿੰਸਲੀ ਇੰਡੀਆ, ਤੇ ਜਿੱਥੇ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਉਹਨੂੰ ਕਿਹਾ ਗਿਆ ਬ੍ਰਿਟਿਸ਼ ਇੰਡੀਆ, ਅੰਗਰੇਜ਼ਾਂ ਦਾ ਆਪਣਾ ਇੰਡੀਆ। ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਰਾਜਿਆਂ ਦੀ ਟੈਰੀਟਰੀ 'ਚ ਬਿਲਕੁਲ ਵੀ ਉਹ ਨਹੀਂ ਕਰਾਂਗੇ, ਦਖਲਅੰਦਾਜ਼ੀ ਨਹੀਂ ਕਰਾਂਗੇ। ਬਟ ਰਾਜੇ ਵੀ ਅੱਜ ਤੋਂ ਬਾਅਦ ਆਪਣੇ ਆਪ ਨੂੰ ਰਾਜੇ ਨਹੀਂ ਕਹਿਣਗੇ,
ਰਾਜੇ ਵੀ ਅੱਜ ਤੋਂ ਬਾਅਦ ਆਪਣੇ ਆਪ ਨੂੰ ਪ੍ਰਿੰਸ ਕਹਿਣਗੇ, ਕਿਉਂਕਿ ਤੁਹਾਡੀ ਰਾਣੀ ਇੰਗਲੈਂਡ 'ਚ ਬੈਠੀ ਆ, ਤੇ ਇੰਗਲੈਂਡ 'ਚ ਬੈਠੀ ਰਾਣੀ ਨੇ ਇੱਕ ਪ੍ਰੋਕਲੇਮੇਸ਼ਨ ਇਸ਼ੂ ਕੀਤਾ, ਇੱਕ ਡਾਕੂਮੈਂਟ ਬਣਾ ਕੇ ਭੇਜਿਆ ਕਿ ਅੱਜ ਤੋਂ ਬਾਅਦ ਕਿਸੇ ਵੀ ਰਾਜੇ ਦੀ ਟੈਰੀਟਰੀ ਨਹੀਂ ਖੋਈ ਜਾਊਗੀ, ਬਟ ਅੱਜ ਤੋਂ ਬਾਅਦ ਕੋਈ ਆਪਣੇ ਆਪ ਨੂੰ ਰਾਜਾ ਵੀ ਨਾ ਕਵੇ, ਕਿਉਂਕਿ ਤੁਸੀਂ ਸਾਰੇ ਰਾਜਕੁਮਾਰ ਹੋ, ਪ੍ਰਿੰਸਿਸ ਹੋ, ਕਿਉਂਕਿ ਮੈਂ ਤੁਹਾਡੀ ਰਾਣੀ ਇੰਗਲੈਂਡ ਬੈਠੀ ਹੋਈ ਹਾਂ। ਸੋ ਕਹਿਣ ਦਾ ਮਤਲਬ 1858 ਦੇ ਐਕਟ ਤੋਂ ਬਾਅਦ ਇੰਡੀਆ ਦੇ ਰਾਜੇ ਸ਼ਿਓਰ ਹੋ ਗਏ ਕਿ ਹੁਣ ਸਾਡੀ ਟੈਰੀਟਰੀ ਤੇ ਕਬਜ਼ਾ ਨਹੀਂ ਹੋਊਗਾ, ਤੇ ਅੰਗਰੇਜ਼ਾਂ ਨੇ ਇਹ ਵੀ ਕਹਿਤਾ ਕਿ ਜਿਹੜਾ ਅੰਗਰੇਜ਼ ਅਫਸਰ ਇੰਡੀਆ ਦੇ ਵਿੱਚ ਹੋਊਗਾ ਨਾ, ਉਹਨੂੰ ਕਿਹਾ ਜਾਊਗਾ ਗਵਰਨਰ ਜਨਰਲ ਆਫ ਇੰਡੀਆ, ਮਤਲਬ ਉਹ ਇੰਡੀਆ ਦਾ ਰਾਜਾ ਹੈ। ਪਰ ਜਦੋਂ ਉਹ ਕਿਸੇ ਰਾਜੇ ਨੂੰ ਮਿਲ ਜਾਊਗਾ ਜਿਹੜਾ ਕਿ ਨਾਲ ਹੀ ਕਿਸੇ ਰਾਜ ਦੀ ਟੈਰੀਟਰੀ ਹੋਊਗੀ, ਉੱਥੇ ਉਹ ਗਵਰਨਰ ਜਨਰਲ ਨਹੀਂ ਹੋਊਗਾ, ਉੱਥੇ ਜਾ ਕੇ ਹੋਊਗਾ ਰਾਣੀ ਦਾ ਦੂਤ, ਤੇ ਦੂਤ ਦੀ ਅੰਗਰੇਜ਼ੀ ਹੁੰਦੀ ਆ ਵਾਇਸਰੋਏ। 1858 ਚ ਇਸ ਤਬਦੀਲੀ ਤੋਂ ਬਾਅਦ ਗਵਰਨਰ ਜਨਰਲ ਰਾਜਿਆਂ ਦੀਆਂ ਜਗ੍ਹਾ ਤੇ ਟੈਰੀਟਰੀ ਤੇ ਜਾ ਕੇ ਬਣ ਗਿਆ ਵਾਇਸਰਾਏ, ਤੇ ਬਾਕੀ ਇੰਡੀਆ 'ਚ ਜਿੱਥੇ ਅੰਗਰੇਜ਼ਾਂ ਦਾ ਸਿੱਧਾ ਕਬਜ਼ਾ ਹੈ ਉੱਥੇ ਉਹਨੂੰ ਕਿਹਾ ਜਾਊਗਾ ਗਵਰਨਰ ਜਨਰਲ। ਤੇ ਉਸ ਟਾਈਮ ਜਿਹੜਾ ਮੌਕੇ ਤੇ 1857 ਦੇ ਵੇਲੇ ਦਾ ਗਵਰਨਰ ਜਨਰਲ ਸੀ ਲਾਰਡ ਕੈਨਿੰਗ, ਉਹਨੂੰ ਇਹ ਡਿਊਟੀ ਦਿੱਤੀ ਗਈ, ਉਹ ਸਾਡੇ ਦੇਸ਼ ਦਾ ਪਹਿਲਾ ਵਾਇਸਰੋਏ ਬਣਿਆ, ਕਿਉਂਕਿ ਉਸ ਤੋਂ ਪਹਿਲਾਂ ਵਾਲੇ ਸਾਰੇ ਗਵਰਨਰ ਜਨਰਲ ਹੁੰਦੇ ਸੀ, ਇਹ ਗਵਰਨਰ ਜਨਰਲ ਹੋਣ ਦੇ ਨਾਲ ਨਾਲ ਪਹਿਲਾ ਵਾਇਸਰਾਏ ਵੀ ਬਣਿਆ। ਇੰਡੀਆ ਦਾ ਜਿਹੜਾ 45%, ਮੈਂ ਫੋਟੋ ਦਿਖਾਉਣਾ ਮੈਪ 'ਚ ਤਾਂ ਕਿ ਤੁਹਾਨੂੰ ਕਲੀਅਰ ਹੋ ਸਕੇ, ਇਸ ਮੈਪ ਤੇ ਫੋਕਸ ਕਰੋ, ਜਿੱਥੇ ਜਿੱਥੇ ਆ ਯੈਲੋ ਕਲਰ ਆ ਇਹ ਸਾਰਾ ਬ੍ਰਿਟਿਸ਼ ਇੰਡੀਆ ਹੈ, ਤੇ ਜਿੱਥੇ ਵਿੱਚ ਵਿੱਚ ਆ ਗੁਲਾਬੀ ਜਿਹਾ ਕਲਰ ਆ ਜੀ, ਇਹ ਸਾਰਾ ਪ੍ਰਿੰਸਲੀ ਸਟੇਟਸ ਨੇ। ਪ੍ਰਿੰਸਲੀ ਸਟੇਟਸ ਦਾ ਮਤਲਬ ਹੁੰਦਾ ਹੈ ਜਿੱਥੇ ਰਾਜਿਆਂ ਦਾ ਰਾਜ ਸੀਗਾ। ਆਹ ਦੇਖੋ, ਆਹ ਪੰਜਾਬ ਹੋ ਗਿਆ, ਆਹ ਸਾਰਾ ਪੰਜਾਬ ਹੁੰਦਾ ਸੀਗਾ, ਬਟ ਆਹ ਵਿੱਚ ਪਟਿਆਲਾ, ਨਾਭਾ, ਜੀਂਦ ਰਿਆਸਤਾਂ ਹੋ ਗਈਆਂ, ਆਹ ਸਾਰਾ ਰਾਜਪੂਤਾਨਾ ਹੁੰਦਾ ਸੀਗਾ, ਠੀਕ ਆ। ਵਿੱਚ ਅੰਗਰੇਜ਼ਾਂ ਦੇ ਹਿੱਸੇ 'ਚ ਥੋੜੀ ਜਿਹੀ ਜਗ੍ਹਾ ਸੀ ਅਜਮੇਰ, ਸਿੰਧ ਅੰਗਰੇਜ਼ਾਂ ਦੇ ਕਬਜ਼ੇ ਸੀ, ਇੱਥੇ ਰਾਜਾ ਸੀ, ਇੱਥੇ ਰਾਜੇ ਸੀ, ਆਹ ਰਾਜਾ, ਆਹ ਰਾਜਾ। ਇੱਥੇ ਜਦੋਂ ਗਵਰਨਰ ਜਨਰਲ ਜਾਊਗਾ ਇਸ ਇਲਾਕੇ 'ਚ ਜਾਂ ਇਸ ਇਲਾਕੇ 'ਚ, ਇੱਥੇ ਉਹ ਗਵਰਨਰ ਜਨਰਲ ਨਹੀਂ ਹੋਊਗਾ, ਇੱਥੇ ਕੀ ਹੋਊਗਾ ਭਲਾ, ਇੱਥੇ ਉਹ ਹੋ ਜਾਊਗਾ ਵਾਇਸਰੋਏ। ਸੋ ਇਹ ਬਹੁਤ ਵੱਡੀ ਤਬਦੀਲੀ ਆਈ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਸਾਡੇ ਦੇਸ਼ ਦਾ ਲਾਅ ਐਂਡ ਆਰਡਰ ਸੈੱਟ ਕਰਨ ਵਾਸਤੇ ਇੰਡੀਆ 'ਚ ਹਾਈ ਕੋਰਟਸ ਦਾ ਨਿਰਮਾਣ ਕੀਤਾ। ਇੰਡੀਅਨ ਹਾਈ ਕੋਰਟ ਐਕਟ 1861, ਇੰਡੀਅਨ ਸਿਵਲ ਸਰਵਿਸਿਜ਼ ਐਕਟ 1861। ਕਹਿਣ ਦਾ ਮਤਲਬ ਅੰਗਰੇਜ਼ ਇਹੋ ਜਿਹੀਆਂ ਪਾਲਿਸੀਜ਼ ਲੈ ਕੇ ਆਏ, ਤੇ ਉਹਨਾਂ ਪਾਲਿਸੀਜ਼ ਦੇ ਨਾਲ ਇੰਡੀਆ ਦਾ ਕੁਛ ਨਾ ਕੁਛ ਸੁਧਾਰ ਜ਼ਰੂਰ ਹੋਇਆ ਹੋਊਗਾ। 1857 ਦੇ ਰਿਵੋਲਟ ਤੋਂ ਬਾਅਦ ਦੀ ਸਟੋਰੀ ਬਾਅਦ 'ਚ ਪੜਾਂਗੇ, ਤੇ ਯਾਦ ਰੱਖਿਓ ਕਿਹੜੇ ਕਿਹੜੇ ਹਿਸਟੋਰੀਅਨ ਨੇ ਇੰਡੀਆ ਦੀ ਆਜ਼ਾਦੀ ਦੀ ਲੜਾਈ ਨੂੰ ਕੀ ਕਿਹਾ। ਜੌਨ ਲਾਰੈਂਸ ਵਰਗੇ ਅੰਗਰੇਜ਼ਾਂ ਨੇ ਨੀਚ ਗੱਲ ਕੀਤੀ, ਕਹਿੰਦਾ ਇਹ ਸੈਲਫਿਸ਼ ਆਰਮੀ ਦੁਆਰਾ ਕੀਤੀ ਗਈ ਬਗਾਵਤ ਸੀ। ਅੰਗਰੇਜ਼ ਤਾਂ ਐਵੇਂ ਬੋਲਣਗੇ। ਵੀਡੀ ਸਾਵਰਕਰ ਨੇ ਕਿਹਾ ਸੀ ਫਸਟ ਵਾਰ ਆਫ ਇੰਡੀਪੈਂਡੈਂਸ, ਇੱਥੋਂ ਹੀ ਸਟੋਰੀ ਸ਼ੁਰੂ ਕੀਤੀ ਸੀ ਤੇ ਇੱਥੇ ਹੀ ਮੁਕਾਊਂਗਾ। ਇੱਕ ਗੱਲ ਹੋਰ ਬੜੀ ਇੰਟਰਸਟਿੰਗ ਗੱਲ, ਇੰਡੀਆ ਦੇ ਇੱਕ ਹਿਸਟੋਰੀਅਨ ਆ ਆਰ.ਸੀ. ਮਜੂਮਦਾਰ, ਉਹਨਾਂ ਨੇ ਵਿੱਚ ਵਿਚਾਲੇ ਜਿਹੀ ਦੀ ਗੱਲ ਕਹਿੰਦਾ, ਨਾ ਤਾਂ ਪਹਿਲੀ ਲੜਾਈ ਸੀ ਤੇ ਨਾ ਹੀ ਕੋਈ ਆਜ਼ਾਦੀ ਦੀ ਲੜਾਈ ਸੀ ਇਹ। ਐਸ.ਐਨ. ਸੇਨ ਇੰਡੀਅਨ ਹਿਸਟੋਰੀਅਨ ਨੇ ਕਿਹਾ ਸੀ not an organized national revolt, ਠੀਕ ਆ। ਸੋ ਇਹ ਹਰ ਇੱਕ ਦੀ ਆਪੋ ਆਪਣੀ ਸੋਚ ਸੀ, ਪਰ ਇਸ ਰਿਵੋਲਟ ਚੋਂ ਇੱਕ ਚੀਜ਼ ਬਹੁਤ ਖਤਰਨਾਕ ਨਿਕਲ ਕੇ ਆਈ ਆ, ਉਹ ਚੀਜ਼ ਇਹ ਸੀ ਵਾਈਟ ਮਿਊਟੇਨੀ, ਚਿੱਟੇ ਲੋਕਾਂ ਦੀ ਬਗਾਵਤ। ਇਹ ਕੀ ਹੈ ਜੀ ਚਿੱਟੇ ਲੋਕਾਂ ਦੀ ਬਗਾਵਤ? ਕਹਿੰਦੇ ਜੀ 1857 ਤੋਂ ਪਹਿਲਾਂ ਇੰਡੀਆ 'ਚ ਅੰਗਰੇਜ਼ਾਂ ਦੀ ਸੈਨਾ ਦੇ ਦੋ ਹਿੱਸੇ ਹੁੰਦੇ ਸੀ। ਇੱਕ ਸੈਨਾ ਉਹ ਜਿਹੜੀ ਈਸਟ ਇੰਡੀਆ ਕੰਪਨੀ ਦੀ ਸੀ, ਤੇ ਇੱਕ ਸੈਨਾ ਉਹ ਜਿਹੜੀ ਇੰਗਲੈਂਡ ਦੀ ਸਰਕਾਰ ਨੇ ਈਸਟ ਇੰਡੀਆ ਕੰਪਨੀ ਨੂੰ ਦਿੱਤੀ ਹੋਈ ਸੀ ਕਿ ਤੁਸੀਂ ਇੰਡੀਆ 'ਚ ਵਧੀਆ ਕੰਮ ਕਰ ਰਹੇ ਹੋ। ਜਿਹੜੀ ਈਸਟ ਇੰਡੀਆ ਕੰਪਨੀ ਦੀ ਆਪਣੀ ਪਰਸਨਲ ਸੈਨਾ ਸੀ, ਉਹਨਾਂ ਦੇ ਭੱਤੇ ਭੁੱਤੇ ਜ਼ਿਆਦੇ ਸੀਗੇ, ਬਸ ਉਹੀ ਜਿਵੇਂ ਪੱਕੇ ਹੁੰਦੇ ਆ, ਤੇ ਦੂਜੇ ਜਿਹੜੇ ਮਤਲਬ ਕਿ ਜਿਹੜੇ ਕਿਸੇ ਹੋਰ ਰੂਟ ਦੇ ਥਰੂ ਮਹਿਕਮੇ 'ਚ ਆਏ ਹੁੰਦੇ ਆ, ਉਹਨੂੰ ਉਹਨਾਂ ਕੁ ਫਰਕ ਸੀਗਾ ਬਸ। ਤੇ ਹੋਇਆ ਕਿ ਜਿਨ੍ਹਾਂ ਦੀ ਤਨਖਾਹ ਜ਼ਿਆਦੀ ਸੀਗੀ, ਜਦੋਂ 1857 ਦਾ ਰਿਵੋਲਟ ਹੋਇਆ ਤੇ ਈਸਟ ਇੰਡੀਆ ਕੰਪਨੀ ਖਤਮ ਹੋਈ, ਤੇ ਉਹਨਾਂ ਨੂੰ ਕਹਿਤਾ ਕਿ ਹੁਣ ਤੁਸੀਂ ਵੀ ਅੰਗਰੇਜ਼ ਸਰਕਾਰ ਦੀ ਸੈਨਾ ਹੀ ਹੋ, ਹੁਣ ਤੁਸੀਂ ਈਸਟ ਇੰਡੀਆ ਕੰਪਨੀ ਦੀ ਸੈਨਾ ਨਹੀਂ, ਇਸ ਕਰਕੇ ਈਸਟ ਇੰਡੀਆ ਕੰਪਨੀ ਦੁਆਰਾ ਜਿਹੜੇ ਤੁਹਾਨੂੰ ਭੱਤੇ ਮਿਲਦੇ ਸੀ ਉਹ ਖਤਮ, ਹੁਣ ਤੋਂ ਬਾਅਦ ਤੁਸੀਂ ਰਾਣੀ ਦੀ ਸੈਨਾ ਹੀ ਹੋ, ਕੁਈਨਜ਼ ਆਰਮੀ ਹੋ। ਸੋ ਉਹਨਾਂ ਨੇ ਚੱਕ ਕੇ ਪਾਤਾ ਜੀ ਰੌਲਾ ਕਿ ਭਾਈ ਸਾਡੇ ਭੱਤੇ ਕਿਵੇਂ ਬੰਦ ਕਰਤੇ ਤੁਸੀਂ। ਤਾਂ ਇੱਕ ਬਗਾਵਤ ਅੰਗਰੇਜ਼ਾਂ ਦੇ ਖਿਲਾਫ ਆਪਣਿਆਂ ਨੇ ਕੀਤੀ ਸੀ, ਉਹਨੂੰ ਵਾਈਟ ਮਿਊਟੇਨੀ ਕਹਿੰਦੇ ਆ ਜੀ। ਇਹ ਸਟੋਰੀ ਉਸੇ ਦੀ ਸੀਗੀ। ਖੈਰ, ਗਵਰਨਰ ਜਨਰਲ ਲਾਰਡ ਕੈਨਿੰਗ, ਜਿਹੜਾ ਕਿ ਡਲਹੌਜੀ ਤੋਂ ਬਾਅਦ ਇਸ ਕਰਕੇ ਇੰਡੀਆ 'ਚ ਭੇਜਿਆ ਗਿਆ ਸੀਗਾ ਕਿ ਤੂੰ ਭਰਾਵਾ ਜਾ ਕੇ ਉੱਥੇ ਰਿਵੋਲਟ ਸਾਂਭ, ਇਹ ਉਹੀ ਗਵਰਨਰ ਜਨਰਲ ਆ ਜਿਹਨੇ ਬਾਅਦ 'ਚ ਰਿਵੋਲਟ ਸਾਂਭਿਆ, ਤੇ ਸ਼ਾਬਾਸ਼ ਦੇ ਤੌਰ ਤੇ ਇਹਨੂੰ ਪਤਾ ਕੀ ਮਿਲਿਆ, 1858 ਤੋਂ ਬਾਅਦ ਇੰਡੀਆ ਦਾ ਗਵਰਨਰ ਜਨਰਲ ਤਾਂ ਸੀਗਾ ਹੀ ਸੀਗਾ ਇਹ, ਨਾਲ ਇਹ ਵਾਇਸਰੋਏ ਵੀ ਬਣਿਆ। ਉਮੀਦ ਕਰਦਾ ਕਿ ਇੱਥੋਂ ਤੱਕ ਦਾ ਲੈਕਚਰ ਬਹੁਤ ਵਧੀਆ ਤੁਹਾਨੂੰ ਸਮਝ ਆਇਆ ਹੋਊਗਾ, ਤੇ ਮੈਂ ਇੱਕ ਬੇਨਤੀ ਕਰਦਾ ਕਿ ਜੇ ਕਿਸੇ ਨੇ ਵੀ ਐਡਮਿਸ਼ਨ ਦੇ ਰਿਗਾਰਡਿੰਗ ਗੱਲ ਕਰਨੀ ਹੈ ਤੇ ਇਸੇ ਨੰਬਰ ਤੇ ਤੁਸੀਂ ਗੱਲ ਕਰਿਓ 99 146 85 650 ਤੇ।
ठीक है, एक नंबर स्टार्टिंग च रिफ्लैक्ट होंदा, दैट इज ओनली WhatsApp नंबर। गल करन वास्ते आही नंबर है 99 146 85 650। सो अज वास्ते इन्ना ही बहुत आ जी, धन्नवाद।